ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਕੱਲ ਤੁਸੀਂ ਸੋਚਦੇ ਹੋਣੇ ਕਿ ਯਾਰ ਅਸੀਂ ਸ਼ਾਇਦ ਆਪਣੇ ਸਮੇਂ ਦੇ ਉੱਪਰ ਕੁਝ ਹੋਰ ਗੱਲਾਂ ਕਰਦੇ ਸੀ, ਪਰ ਕੱਲ ਦੇ ਦਿਨ ਦੇ ਲਈ, ਕਿਉਂਕਿ ontario ਸੂਬਾ ਹੈ ਕੈਨੇਡਾ ਦਾ, ਉੱਥੇ ਕੱਲ ਇਲੈਕਸ਼ਨ ਸੀ, ਯਾਨੀ ਕਿ ਆਪਣੇ ਪੰਜਾਬ ਦੇ ਹਿਸਾਬ ਨਾਲ ਵਿਧਾਨ ਸਭਾ ਚੋਣਾਂ, ਇੱਧਰ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ, ਐਂਡ ਉਹਦੇ ਨਤੀਜਿਆਂ ਦਾ ਕਰਕੇ ਅਸੀਂ 1 ਘੰਟਾ ਪਹਿਲਾਂ ਆਪਣਾ ਜਿਹੜਾ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਆਏ ਸੀ। ਉਸ ਤੋਂ ਬਾਅਦ ਉਹ ਜਿਹੜੇ ਲਾਈਵ ਨਤੀਜੇ ਜੀ ਉਹ ਵੀ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਦੇਖੇ। ਉਹਦੀਆਂ ਗੱਲਾਂ ਬਾਤਾਂ ਮੈਂ ਥੋੜ੍ਹੀਆਂ ਜਿਹੀਆਂ ਕਰ ਲਵਾਂਗੇ ਜੇ ਸਮਾਂ ਮਿਲਿਆ। ਬਹੁਤਾ ਕਰਕੇ ਪੰਜਾਬ ਦੇ ਉੱਪਰ ਧਿਆਨ ਹੋਊਗਾ। ਇੱਕ ਤਾਂ ਸਿੱਧੂ ਮੂਸੇਵਾਲੇ ਹੋਰਾਂ ਦੀ ਮੌਤ ਤੋਂ ਬਾਅਦ ਕੀ ਕੁਛ ਇਸ ਵਕਤ ਸਿਆਸਤ ਚੱਲ ਰਹੀ ਉਹਦੇ ਗੱਲ ਕਰ ਲਵਾਂਗੇ। ਫਿਰ ਕਿਉਂਕਿ ਸੰਗਰੂਰ ਜ਼ਿਮਨੀ ਚੋਣ ਹੈ, ਉਹਦੇ ਲਈ ਵੀ ਕਈ ਕੁਛ ਅਪਡੇਟਸ ਐਸੀਆਂ ਨੇ ਜਿਹੜੀਆਂ ਹੈਰਾਨ ਕਰਨ ਵਾਲੀਆਂ ਨੇ, ਉਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ। ਬਾਕੀ ਕੁਛ ਹੋਰ ਗੱਲਾਂ ਬਾਤਾਂ ਤੇ ਨਾਲ ਆਪਣੇ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਠੀਕ ਨੇ? ਬਸ ਫਿਰ ਠੀਕ ਹੈ, ਠੀਕ ਹੀ ਚਾਹੀਦੀਆਂ। ਦੇਖੋ ਕੱਲ੍ਹ ਦਾ ਕਹਿੰਦੇ ਵੀ ਉਹ ਕਮੈਂਟ ਕੀਤਾ ਤਾਂ ਕਿਸੇ ਇੱਕ ਸੱਜਣ ਨੇ ਸੀਗਾ, ਉਹ ਤੋਂ ਬਾਅਦ ਮੈਂ ਕਈ ਥਾਵਾਂ 'ਤੇ ਦੇਖ ਲਿਆ, ਉਹ ਕਹਿੰਦੇ ਵੀ ontario 'ਚ ਫੋਰਡ ਖਿੱਚ ਕੇ ਲੈ ਗਈ। ਦੇਖੋ ਆਪਣੇ ਪੰਜਾਬੀ ਭਾਸ਼ਾ ਇੱਦਾਂ ਦੀ ਆ ਕਿ ਅਸੀਂ ਫਿਰ ਆਪਣੇ ਹਿਸਾਬ ਦੇ ਨਾਲ ਜਿਹੜੀ ਉਹ ਗੱਲ ਅਗਲੇ ਪਾਸੇ ਨੂੰ ਤੋਰ ਲਈਦੀ ਆ। ਉਹ ਬੰਦਾ ਪਹਿਲਾਂ ਵੀ ਮੁੱਖ ਮੰਤਰੀ ਸੀ, ਇੱਥੇ ਪ੍ਰੀਮੀਅਰ ਕਹਿ ਦਿੰਦੇ ਆ। ਅਤੇ 76 ਸੀਟਾਂ ਮੇਰੇ ਖਿਆਲ ਪਿਛਲੇ ਵਾਰੀ ਸੀਗੀਆਂ, 63 ਬਹੁਮਤ ਲਈ ਚਾਹੀਦੀਆਂ ਸੀ, ਐਤਕੀ 80 ਉੱਠ ਪਾ ਗਿਆ ਬੰਦਾ, ਤਾਂ ਫਿਰ ਫੋਰਡ ਖਿੱਚ ਕੇ ਲੈ ਹੀ ਗਿਆ। ਨਹੀਂ ਪੂਰਾ ਖਿੱਚ ਕੇ ਲੈ ਗਿਆ। ਵੈਸੇ ਬੜੀ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਪਹਿਲਾਂ ਚਰਚਾ ਜੀ ਚੱਲਦੀ ਸੀ ਵੀ ਪਤਾ ਨਹੀਂ ਸ਼ਾਇਦ ਬਾਕੀ ਪਾਰਟੀਆਂ ਟੱਕਰ ਦੇਣਗੀਆਂ। ਫਿਰ ਮੇਰੇ ਖਿਆਲ ਨਾਲ ਜਿਵੇਂ ਜਿਵੇਂ ਇਲੈਕਸ਼ਨਾਂ ਨੇੜੇ ਆਉਣ ਲੱਗ ਪਈਆਂ, ਫਿਰ ਚਰਚਾ ਇਹ ਜ਼ਿਆਦਾ ਚੱਲਣ ਲੱਗ ਪਈ ਵੀ ਨਹੀਂ ਬਈ ਫੋਰਡ ਠੀਕ ਆ, ਫੋਰਡ ਅਜੇ ਠੀਕ ਹੈ ਨਾ। ਡਾਕ ਫੋਰਡ ਹੋਰਾਂ ਦੀ ਗੱਲ ਕਰਦੇ ਹਾਂ। ਤੁਸੀਂ ਇਹ ਦੇਖੋ ਕਿ ਉਸ ਸਮੇਂ ਉਹ ਬੰਦਾ ਦੁਬਾਰਾ ਜਿੱਤਿਆ, ਆਪਣੀ ਸਰਕਾਰ ਬਣਾਉਣ ਦੇ ਵਿੱਚ ਦੁਬਾਰਾ ਕਾਮਯਾਬ ਰਿਹਾ। 4 ਸਾਲ ਬਾਅਦ ਵੋਟਾਂ ਪੈਂਦੀਆਂ ਅਤੇ ਇਹਨਾਂ 4 ਸਾਲਾਂ ਦੇ ਵਿੱਚ ontario ਦੇ ਲੋਕਾਂ ਨੇ, ਜਾਣੀ ਕਿ ਬਰੈਂਪਟਨ, ਟੋਰਾਂਟੋ, ਮਿਸੀਸਾਗਾ, ਜਿੱਥੇ ਪੰਜਾਬੀ ਬਹੁਤ ਰਹਿੰਦੇ ਆ, ਲੋਕਾਂ ਨੇ ਕੋਵਿਡ ਵੀ ਦੇਖਿਆ। ਲੋਕਾਂ ਦੇ ਕੰਮ ਧੰਦੇ ਬੰਦ ਹੋਏ। ਹੌਸਪੀਟਲ ਇੱਕ ਬਹੁਤ ਵੱਡਾ ਇਸ਼ੂ ਬਣ ਗਿਆ ਸੀ ਕਿ ਬੈੱਡ ਮਿਲਦਾ ਕਿਸੇ ਨੂੰ ਕਿ ਨਹੀਂ ਮਿਲਦਾ, ਆਕਸੀਜਨ ਮਿਲਦੀ ਕਿ ਨਹੀਂ ਮਿਲਦੀ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਹ ਕੋਵਿਡ ਦੇ ਦੌਰ ਦੇ ਵਿੱਚ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ, ਜਿੰਨਾ ਕੁ ਉਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸੀ, ਲੋਕ ਉਹਦੇ ਤੋਂ ਖੁਸ਼ ਹੋਏ। ਦੂਸਰੀ ਗੱਲ, ਜਦੋਂ ਦਾ ਯੂਕਰੇਨ ਅਤੇ ਰਸ਼ੀਆ ਵਾਲਾ ਰੌਲਾ ਪਿਆ, ਸਾਰੀ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਗਈਆਂ। ਆਮ ਲੋਕਾਂ ਨੂੰ ਇਸ ਗੱਲ ਦੇ ਨਾਲ ਬਹੁਤਾ ਜ਼ਿਆਦਾ ਲੈਣਾ ਦੇਣਾ ਨਹੀਂ ਹੁੰਦਾ ਕਿ ਅਧਿਕਾਰ ਖੇਤਰ ਫੈਡਰਲ ਦਾ, ਪ੍ਰੋਵਿੰਸ ਦਾ ਜਾਂ ਮਿਊਨਿਸਪੈਲਿਟੀ ਦਾ। ਆਮ ਲੋਕਾਂ ਨੂੰ ਇਸ ਗੱਲ ਨਾਲ ਰੌਲਾ ਹੁੰਦਾ ਕਿ ਸਾਡੀ ਜੇਬ ਦੇ ਵਿੱਚੋਂ ਡਾਲਰ ਜਾਂ ਰੁਪਈਏ ਕਿੰਨੇ ਜਾਂਦੇ ਆ। ਤੇਲ ਦੀ ਕੀਮਤ ਦੁੱਗਣੀ ਹੋ ਗਈ, ਮਹਿੰਗਾਈ ਸਾਰੇ ਪਾਸੇ ਵੱਧ ਗਈ। ਪਰ ਇਹਦੇ ਬਾਵਜੂਦ ਵੀ ਇਹ ਡਗ ਫੋਰਡ ਹੋਰਾਂ ਦੀ ਜਿਹੜੀ ਹੈ ontario PC ਪਾਰਟੀ ਦੁਬਾਰਾ ਪਹਿਲਾਂ ਤੋਂ ਵੀ ਵੱਧ ਸੀਟਾਂ ਲੈ ਕੇ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਇਹਦਾ ਮਤਲਬ ਹੈ ਕਿ ਭਾਈ ਠੀਕ ਹੈ, ਬੰਦਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ। ਬਾਕੀ ਚਲੋ 2 ਸਾਲ ਦਾ ਤਾਂ ਐਕਸਕਿਊਜ਼ ਹੋ ਗਿਆ ਵਿੱਚੋਂ ਵੀ ਕੋਵਿਡ ਸੀਗਾ। ਹੁਣ ਮੇਰੇ ਖਿਆਲ ਨਾਲ ਜਿਹੜੇ ਅਗਲੇ 4 ਸਾਲ ਹੈ ਇਹ ਫੁੱਲ ਫਲੈਜ ਉਹਨਾਂ ਨੂੰ ਮਿਲਣੇ ਹਨ। ਜਿਹੜੀਆਂ ਮੰਗਾਂ ਜਾਂ ਖਾਸ ਕਰਕੇ ਜਿਹੜੇ ਮੁੱਦੇ ਇਸ ਵਾਰ ਇਲੈਕਸ਼ਨ ਦੇ ਵਿੱਚ ਸੀਗੇ, ਆਪਾਂ ਚਲੋ ਆਸ ਕਰਦੇ ਹਾਂ ਵੀ ਅਗਲੇ 4 ਸਾਲਾਂ ਦੇ ਵਿੱਚ ਵੀ ਉਹਨਾਂ ਲੋਕ ਪੱਖੀ ਮੁੱਦਿਆਂ ਨੂੰ ਫੋਰਡ ਸਾਹਿਬ ਖਿੱਚ ਕੇ ਲੈ ਜਾਣ। ਜੀ, ਉਹ ਚਾਹੀਦਾ ਹੀ ਇੱਦਾਂ ਜੀ। ਹੁਣ ਆਪਾਂ ਮੁੜੀਏ ਪੰਜਾਬ ਵਾਲੇ ਪਾਸੇ, ਅਤੇ ਪੰਜਾਬ ਵਾਲੇ ਪਾਸੇ ਗੱਲ ਇਹ ਆ ਕਿ ਕੱਲ੍ਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਸਿੱਧੂ ਮੂਸੇਵਾਲੇ ਹੋਰਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਗਏ। ਹਾਲਾਂਕਿ ਸਵੇਰ ਤੋਂ ਹੀ ਬੜਾ ਰੌਲਾ ਪੈ ਗਿਆ ਸੀਗਾ ਜੀ ਵੀ ਉੱਥੇ ਤੇ ਬਹੁਤ ਲੋਕ ਇਕੱਠੇ ਹੋ ਗਏ ਜੀ, ਵਿਰੋਧ ਕਰਨ ਲੱਗ ਪਏ। ਗੁਰਪ੍ਰੀਤ ਸਿੰਘ ਬਣਾਲੀ ਜਿਹੜੇ ਕਿ MLA ਨੇ ਉੱਥੇ ਲਾਗੇ ਸਰਦੂਲਗੜ੍ਹ ਤੋਂ, ਉਸ ਵਕਤ 'ਤੇ ਗਏ ਸੀ, ਉਹਨਾਂ ਦੇ ਨਾਲ ਵੀ ਕਹਿੰਦੇ ਵੀ ਕਿਆ ਸੁਣੀ ਹੋਈ ਉਹ ਵੀ ਉੱਥੋਂ ਮੋੜ ਦਿੱਤੇ ਗਏ। ਫਿਰ ਕਿਉਂਕਿ ਪੁਲਿਸ ਦੀ ਸਿਕਿਉਰਿਟੀ ਸੀ, ਕੁਝ ਰਾਜਨੀਤਿਕ ਨੇਤਾ ਉੱਥੇ ਆਏ, ਉਹਨਾਂ ਦੀ ਵੀ ਕਿਆ ਸੁਣੀ ਹੋਈ ਕਿ ਜੀ ਤੁਸੀਂ ਜਾਣ ਨਹੀਂ ਦਿੰਦੇ, ਲੰਘਣ ਨਹੀਂ ਦਿੰਦੇ। ਪਹਿਲਾਂ ਤਾਂ ਇੱਦਾਂ ਜਾਪਦਾ ਸੀ ਵੀ ਜਿੱਦਾਂ ਇਹ ਹੁਣ ਮਸਲਾ ਵਿਗੜ ਜੂ ਜੀ। ਹਾਲਾਂਕਿ ਕਹਿੰਦੇ ਆ ਵੀ 1.5-2 ਘੰਟੇ ਮੁੱਖ ਮੰਤਰੀ ਸਾਹਿਬ ਦੇਰੀ ਨਾਲ ਪਹੁੰਚੇ, ਪਰ ਬਾਅਦ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਆ ਉਹ ਤਾਂ ਸਧਾਰਨ ਹੀ ਨਜ਼ਰ ਆਈ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਭਗਵੰਤ ਮਾਨ ਸਾਹਿਬ ਦੱਸ ਕੇ ਗਏ, ਮੁੱਖ ਮੰਤਰੀ ਹੋਰੀ, ਸਾਰਿਆਂ ਨੂੰ ਪਤਾ ਸੀ ਕਿ ਅੱਜ ਭਗਵੰਤ ਮਾਨ ਹੋਰਾਂ ਨੇ ਜਾਣਾ। ਦੱਸ ਕੇ ਜਾਣ ਤੋਂ ਵੈਸੇ ਤਾਂ ਚੁੱਪ ਚਪੀਤੇ ਸ਼ਾਮ ਸਵੇਰੇ ਕਿਸੇ ਵੇਲੇ ਵੀ ਜਾ ਸਕਦੇ ਸੀ। ਉਸ ਵੇਲੇ ਕਿੰਨੇ ਕੁ ਲੋਕਾਂ ਨੇ ਹੋਣਾ ਸੀ, ਆਪਾਂ ਨੂੰ ਵੀ ਪਤਾ ਕਿ ਜਦੋਂ ਕਿਸੇ ਦੀ ਮੌਤ ਹੋ ਜਾਏ ਤੀਸਰੇ ਚੌਥੇ ਦਿਨ ਟੱਬਰ ਨੇੜਲੇ ਲੋਕ ਇੰਨੇ ਕੀ ਹੁੰਦੇ ਆ, ਬਾਕੀਆਂ ਨੇ ਆਪੋ ਆਪਣੇ ਕੰਮਾਂ ਧੰਦਿਆਂ 'ਤੇ ਲੱਗ ਜਾਣਾ ਹੁੰਦਾ। ਪਰ ਜਦੋਂ ਦੱਸ ਕੇ ਗਿਆ ਸੀ ਕਿ ਭਲਕ ਜਾਣਾ ਹੈ, ਉਹਦੇ ਨਾਲ ਇਸ ਗੱਲ ਦੀ ਆਸ ਸੀ ਕਿ ਕਿਤੇ ਨਾ ਕਿਤੇ ਵਿਰੋਧ, ਕੋਈ ਰੋਸਾ। ਦੇਖੋ ਜਵਾਨ ਪੁੱਤ ਗਿਆ, ਕਿਸੇ ਦਾ ਭਰਾ ਗਿਆ, ਕਿਸੇ ਦਾ ਯਾਰ ਗਿਆ, ਕਿਸੇ ਦਾ ਉਹ ਸਟਾਰ ਆਦਰਸ਼ ਗਿਆ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਕਤਲ ਹੋਇਆ ਅਤੇ ਸ਼ਰੇਆਮ ਹੋਇਆ, ਅਤੇ ਉਨੀ ਵੀ ਗੋਲੀਆਂ ਜਦੋਂ ਸਰੀਰ ਦੇ ਵਿੱਚ ਦੀ ਲੰਘੀਆਂ ਤਾਂ ਲੋਕਾਂ ਨੂੰ ਗੁੱਸਾ ਆਉਣਾ, ਰੁੱਸਾ ਆਉਣਾ ਸੁਭਾਵਿਕ ਹੈ। ਇੰਨੀ ਗੱਲ ਉੱਥੇ ਹੋਣੀ ਸੀ। ਇੰਨਾ ਕੁ ਤਾਂ ਤੱਤਾ ਠੰਡਾ ਸਰਕਾਰ ਨੂੰ ਲੱਗਣਾ ਵੀ ਚਾਹੀਦਾ, ਜਿਹਦੇ ਨਾਲ ਪਤਾ ਲੱਗੇ ਕਿ ਲੋਕਾਂ 'ਚ ਰੋਸਾ, ਗੁੱਸਾ ਹੈ ਅਤੇ ਅਸੀਂ 1 ਮਿੰਟ ਵੀ ਢਿੱਲ ਨਹੀਂ ਵਰਤ ਸਕਦੇ। ਗੁਰਪ੍ਰੀਤ ਸਿੰਘ ਬਣਾਲੀ ਕਿਉਂਕਿ ਮੂਸਾ ਪਿੰਡ ਉਹਨਾਂ ਦੇ ਹਲਕੇ 'ਚ ਹੀ ਆਉਂਦਾ, ਉਹ 1 ਦਿਨ ਪਹਿਲਾਂ ਜਾ ਵੀ ਆਏ ਸੀ, ਮੁੜ ਕੇ ਹਸਪਤਾਲ ਜ਼ਖਮੀ ਜਿਹੜੇ 2 ਸਾਥੀ ਨੇ ਸਿੱਧੂ ਮੂਸੇਵਾਲੇ ਦੇ, ਉਹਨਾਂ ਨੂੰ ਵੀ ਮਿਲਾਏ।
ਤੇ ਫਿਰ ਦੁਬਾਰਾ ਆਏ ਸੀ ਤੇ ਉਦੋਂ ਸਿਕਿਉਰਿਟੀ ਕਾਫੀ ਲੱਗ ਗਈ ਸੀ ਕਿ ਮੁੱਖ ਮੰਤਰੀ ਹੋਰਾਂ ਨੇ ਆਉਣਾ, ਸੁਰੱਖਿਆ ਦੇ ਪ੍ਰਬੰਧ ਪੁਖਤਾ ਸੀਗੇ, ਕਾਫੀ ਗਿਣਤੀ ਦੇ ਵਿੱਚ, ਦਰਜਨਾਂ ਦੀ ਗਿਣਤੀ 'ਚ ਪੁਲਿਸ ਵਾਲੇ ਉੱਥੇ ਸੀ। ਤੇ ਲੋਕਾਂ ਨੂੰ ਉਸ ਗੱਲ ਦਾ ਰੋਸਾ ਵੀ ਕੀਤਾ ਕਿ ਭਾਈ ਉਦਣ ਆ ਜਾਣਾ ਚਾਹੀਦਾ ਸੀ, ਜਾਂ ਇੰਨੀ ਸਿਕਿਉਰਿਟੀ ਕਿਉਂ, ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ। ਚਲੋ ਉਹ ਵਾਪਸ ਮੁੜ ਗਏ, ਝਗੜਾ ਨਹੀਂ ਹੋਇਆ, ਬਹੁਤ ਚੰਗਾ। ਉਹਦੇ ਤੋਂ ਬਾਅਦ ਭਗਵੰਤ ਮਾਨ ਹੋਰੀ 70 ਮਿੰਟ ਉੱਥੇ ਪਰਿਵਾਰ ਦੇ ਕੋਲ ਰਹੇ ਆ, ਵੀਡੀਓਜ਼, ਤਸਵੀਰਾਂ, ਸਾਰਾ ਕੁਝ ਸਾਹਮਣੇ ਆ। ਇੱਕ ਗੱਲ ਜਿਹੜੀ ਨਹੀਂ ਬਦਲੀ, ਭਾਵੇਂ ਕੇਂਦਰ ਸਰਕਾਰ ਦੇ ਮੰਤਰੀ ਗਜੇਂਦਰ ਸ਼ੇਖਾਵਤ ਸਾਹਿਬ ਆਏ, ਭਾਵੇਂ ਸੁਖਬੀਰ ਸਿੰਘ ਬਾਦਲ ਤੇ ਬੀਬੀ ਬਾਦਲ ਤੋਂ ਮੈਂਬਰ ਪਾਰਲੀਮੈਂਟ ਆਏ, ਭਾਵੇਂ ਕੁਲਦੀਪ ਸਿੰਘ ਧਾਲੀਵਾਲ ਤੇ ਹਰਪਾਲ ਸਿੰਘ ਚੀਮਾ ਆਏ, ਭਾਵੇਂ ਬੀਬੀ ਰਜਿੰਦਰ ਕੌਰ ਭੱਠਲ, ਰਕੇਸ਼ ਟਕੈਤ, ਜਾਂ ਇਧਰਲੇ ਪਾਸਿਓਂ ਆਪਾਂ ਗੱਲ ਕਰ ਲਈਏ ਬਲਵੀਰ ਸਿੰਘ ਰਾਜੇਵਾਲ ਆਏ, ਕੋਈ ਵੀ ਬੰਦਾ ਆਇਆ, ਰਾਜਾ ਵੜਿੰਗ ਜਾਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਆਏ, ਮੁੱਖ ਮੰਤਰੀ ਭਗਵੰਤ ਮਾਨ ਆਏ, ਇੱਕ ਗੱਲ ਜਿਹੜੀ ਕਿ ਸਾਂਝੀ ਸੀ ਕਿ ਪਰਿਵਾਰ ਦੇ ਮੈਂਬਰਾਂ ਦੇ ਅੱਖਾਂ 'ਚੋਂ ਅੱਥਰੂ ਨਹੀਂ ਘਟੇ। ਜਿਹੜਾ ਵੀ ਕੋਈ ਆਉਂਦਾ ਸੀ ਉਹ ਧਾਈ ਰੋਂਦੇ ਸੀ, ਜਿਹੜਾ ਵੀ ਕੋਈ ਆਉਂਦਾ ਸੀ, ਕੋਈ ਹੋਰ ਗੱਲ ਨਹੀਂ ਕੀਤੀ ਜੀ ਸਾਨੂੰ ਆਹ ਚਾਹੀਦਾ, ਆਹ ਚਾਹੀਦਾ। ਇੱਕੋ ਹੀ 4 ਅੱਖਰਾਂ ਦਾ ਸ਼ਬਦ ਹੈ, ਇਨਸਾਫ। ਉਹ ਕਹਿੰਦੇ ਜੀ ਇਨਸਾਫ ਚਾਹੀਦਾ, ਮੁੰਡੇ ਤੇ ਗੋਲੀਆਂ ਮਾਰੀਆਂ, ਮੁੰਡਾ ਸਾਡਾ ਜਹਾਨੋਂ ਗਿਆ, ਅਸਥੀਆਂ ਜਲ ਪ੍ਰਵਾਹ ਕਰ ਆਏ ਆ। ਉਹ ਚਿੱਠੀ 'ਚ ਵੀ ਲਿਖਦੇ ਜੇ ਕੇਂਦਰ ਸਰਕਾਰ ਦੇ ਮੰਤਰੀ ਨੂੰ, ਤਾਂ ਅਮਿਤ ਸ਼ਾਹ ਸਾਹਿਬ ਨੂੰ ਤੇ ਇਨਸਾਫ ਲਈ ਲਿਖਦੇ ਆ। ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ, ਇਨਸਾਫ ਲਈ ਲਿਖੀ ਆ, ਤੇ ਘਰ ਆਇਆਂ ਨੂੰ ਵੀ ਇਹੀ ਆਖਿਆ ਕਿ ਭਾਈ ਇਨਸਾਫ ਦਿਓ। ਤੇ ਮੁੱਖ ਮੰਤਰੀ ਸਾਹਿਬ ਨੇ ਮੰਨਿਆ ਵੀ ਆ, ਕਹਿੰਦੇ ਜੀ ਬਸ ਤੁਸੀਂ ਦੇਖੀ ਜੋ ਸਿੱਖਾਂ ਪਿੱਛੇ ਬੰਦੇ ਹੋਣਗੇ, ਇਨਵੈਸਟੀਗੇਸ਼ਨ ਚੱਲ ਰਹੀ ਹੈ। 8 ਤਰੀਕ ਇੰਪੋਰਟੈਂਟ ਹੋਣੀ ਆਮ ਆਦਮੀ ਪਾਰਟੀ ਲਈ। ਜੇ ਤਾਂ 8 ਤਰੀਕ ਨੂੰ ਜਿਹੜਾ ਸ਼ਰਧਾਂਜਲੀ ਸਮਾਰੋਹ ਅੰਤਮ ਅਰਦਾਸ ਹੋਣੀ ਹੈ, ਉਦੋਂ ਤੱਕ ਸਾਰੀ ਯੋਜਨਾ ਦਾ ਪਰਦਾਫਾਸ਼ ਕਰਕੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਜੇ ਤਾਂ ਸਾਡੀਆਂ ਏਜੰਸੀਆਂ, ਪੁਲਿਸ ਕਾਮਯਾਬ ਰਹਿੰਦੀ ਹੈ, ਫਿਰ ਅੰਤਿਮ ਅਰਦਾਸ ਦਾ ਰੁਖ ਸੋਗ ਤੋਂ ਬਿਨਾਂ ਕੁਝ ਹੋਰ ਹੋਏਗਾ। ਤਾਂ ਜੇ ਉਦੋਂ ਤੱਕ ਵੀ ਕੰਮ ਅੱਧ ਵਿਚਾਲੇ ਹੁੰਦਾ ਤਾਂ ਰੁਖ ਕੁਝ ਹੋਰ ਹੋ ਜਾਣਾ। ਹਾਂਜੀ, ਗੱਲ ਠੀਕ ਹੈ ਤੁਹਾਡੀ। ਇੱਕ ਗੱਲ ਇਹ ਵੀ ਹੈ WhatsApp ਵੀ ਚਲੋ ਉੱਥੇ ਜਾਣਾ ਬਣਦਾ ਸੀ, ਉਹ ਗਏ ਵੀ। ਉਸ ਤੋਂ ਬਾਅਦ ਮੇਰੇ ਖਿਆਲ ਨਾਲ ਉਹਨਾਂ ਨੇ ਆਪਣੇ ਵੱਲੋਂ ਇਹ ਵੀ ਕਿਹਾ ਕਿ ਵੀ ਚਲੋ ਉਹ ਜਵਾਨ ਜਾਨ ਮੁੰਡਾ ਨਹੀਂ ਸੀ ਜਾਣਾ ਚਾਹੀਦਾ। ਫਿਰ ਹੁਣ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ, ਪਰ ਹਾਂ ਯਾਦਗਾਰਾਂ ਜ਼ਰੂਰ ਬਣਾਈਆਂ ਜਾ ਸਕਦੀਆਂ। ਉਹਦੇ 'ਚ ਮੇਰਾ ਖਿਆਲ ਕੈਂਸਰ ਦੀ ਪ੍ਰੋਬਲਮ ਉਸ ਏਰੀਏ 'ਚ ਦੱਸੀ, ਉਹ ਕਹਿੰਦੇ ਕੈਂਸਰ ਹਸਪਤਾਲ ਵੀ ਬਣਾ ਦਿਆਂਗੇ। ਸਟੇਡੀਅਮ ਦੀ ਗੱਲ ਵੀ ਚੱਲੀ, ਸ਼ਾਇਦ ਇੱਕ ਕੋਈ ਮਿਊਜ਼ਿਕ ਇੰਸਟੀਚਿਊਟ ਸ਼ਾਇਦ ਉਹਦੇ ਨਾਂ ਦੇ ਉੱਪਰ ਉਹ ਵੀ ਬਣਨ ਦੀ ਗੱਲ ਚੱਲੀ। ਇਹ ਸਰਕਾਰਾਂ ਦਾ ਫਰਜ਼ ਹੈ, ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਉਹੀ ਚੀਜ਼ ਹੈ ਕਿ ਵੀ ਜਿੱਥੇ ਜਿਹਨੇ ਇਹ ਸਾਰੀ ਸਾਜ਼ਿਸ਼ ਘੜੀ ਉਹਦਾ ਪਤਾ ਲੱਗੇ, ਜਿਹਨੇ ਅੰਜਾਮ ਦਿੱਤਾ ਉਹਦਾ ਪਤਾ ਲੱਗੇ, ਤੇ ਉਹਨਾਂ ਮਾਪਿਆਂ ਦੇ ਮਨ ਨੂੰ ਇਹ ਹੌਸਲਾ ਹੋਵੇ ਕਿ ਜੇ ਸਾਡਾ ਕਿਸੇ ਨੇ ਨੁਕਸਾਨ ਕੀਤਾ ਤੇ ਉਹਨੂੰ ਸਜ਼ਾ ਉਹਦੇ ਬਣਦੇ ਕੰਮ ਦੀ ਮਿਲੀ ਜੀ। ਤੇ ਮੇਰੇ ਖਿਆਲ ਨਾਲ ਜੇ ਉਹਦੇ ਤੇ ਕੰਮ ਜ਼ਿਆਦਾ ਚੱਲੇ ਤੇ ਉਹ ਜ਼ਿਆਦਾ ਵਧੀਆ। ਹੁਣ ਲੱਗੇ ਤੇ ਹੈਗੇ ਆਪਣੇ ਤੌਰ ਤੇ, ਪਰ ਇਹਦੇ ਵਿੱਚ ਜਿਹੜੀਆਂ ਚਰਚਾਵਾਂ ਇਹ ਚੱਲਣ ਲੱਗ ਪਈਆਂ, ਕਿਉਂਕਿ ਹਰ ਰੋਜ਼ ਨਵੀਂ ਗੱਲ ਇੱਕ ਸੁਣਨ ਨੂੰ ਮਿਲਦੀ ਆ। ਇੱਕ ਚਰਚਾ ਇਹ ਵੀ ਸੀਗੀ ਕੱਲ੍ਹ ਦੇ ਦਿਨ ਦੇ ਵਿੱਚ ਵੀ BJP ਦੇ ਲੀਡਰ ਸਾਹਿਬਾਨ ਅਦਾਲਤ ਰੁਖ ਤੱਕ ਕਰ ਗਏ। ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਜੀ ਉਹਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ। ਵਿੱਚ ਇਹ ਵੀ ਚਰਚਾ ਚੱਲੀ ਜਾਂਦੀ ਸੀ ਸ਼ਾਇਦ ਵੀ ਜਿਹੜੀ ਪਿਛਲੇ ਦਿਨ ਹੀ ਐਪਲੀਕੇਸ਼ਨ ਭਗਵੰਤ ਮਾਨ ਸਾਹਿਬ ਨੇ ਲਿਖੀ ਸੀ ਕਿ ਵੀ ਮੌਜੂਦਾ ਜੱਜ ਸਾਹਿਬ ਜਿਹੜੇ ਨੇ ਜੀ ਉਹ ਜਾਂਚ ਕਰਨ। ਉੱਧਰੋਂ ਸ਼ਾਇਦ ਉਹਨਾਂ ਨੇ ਕਿਹਾ ਕਿ ਨਹੀਂ, ਪਹਿਲਾਂ ਤੁਸੀਂ ਆਪਣੇ ਤੌਰ ਤੇ ਜਾਂਚ ਏਜੰਸੀਆਂ ਜਿਹੜੀਆਂ ਉਹਨਾਂ ਕੋਲੋਂ ਜਾਂਚ ਕਰਵਾ ਲਓ। ਸੋ ਅਜੇ ਤੇ ਮੇਰੇ ਖਿਆਲ ਨਾਲ ਇਹ ਖਬਰਾਂ ਜ਼ਿਆਦਾ ਆਉਂਦੀਆਂ ਪਈਆਂ ਵੀ ਜਾਂਚ ਇਹ ਕਰੇ, ਇਹ ਕਰੇ, ਇਹ ਕਰੇ ਜਾਂ ਇਹ ਕਰੇ। ਪਰ ਮੈਨੂੰ ਇਹ ਹੈ ਕਿ ਵੀ ਕੋਈ ਵੀ ਕਰੇ ਪਰ ਉਹ ਛੇਤੀ ਕਰੇ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਜਗਜੀਤ ਸਿੰਘ ਨਾਂ ਦੇ ਮਾਨਸਾ ਤੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਜਿਨ੍ਹਾਂ ਨੇ ਮਾਣਯੋਗ ਸੁਪਰੀਮ ਕੋਰਟ ਦਾ ਰੁਖ ਕੀਤਾ ਤੇ ਉੱਥੇ ਬੇਨਤੀ ਕੀਤੀ ਹੈ ਕਿ CBI ਵਰਗੀ ਕੇਂਦਰੀ ਏਜੰਸੀ ਤੋਂ ਜਾਂਚ ਕਰਾਓ। ਮਾਮਲਾ ਬਹੁਤ ਵੱਡਾ, ਹਥਿਆਰ ਦੇਖੋ ਕਿੱਦਾਂ ਦੇ ਵਰਤੇ ਗਏ ਆ, ਪਰਿਵਾਰ ਨਾਲ ਧੱਕਾ ਹੋਇਆ। ਹਰ ਇੱਕ ਨੂੰ ਹੱਕ ਹੈ, ਜਿੱਦਾਂ ਪਰਿਵਾਰ ਬੇਨਤੀਆਂ ਕਰਦਾ, ਜੇ ਕੋਈ ਹੋਰ ਵੀ ਕਰਦਾ ਤਾਂ ਕੋਈ ਮਾੜੀ ਗੱਲ ਨਹੀਂ। ਜਾਂਚ ਤੁਹਾਡੀ ਗੱਲ ਠੀਕ ਹੈ, ਹੋ ਕੇ ਸਾਹਮਣੇ ਆਉਣੀ ਚਾਹੀਦੀ ਹੈ। ਹੁਣ ਕੁਝ ਇੱਕ ਅਪਡੇਟਸ ਨੇ ਨਵੀਆਂ, ਖਾਸ ਤੌਰ ਦੇ ਉੱਤੇ 2 ਬੰਦਿਆਂ ਦੀ ਪਹਿਚਾਣ ਹੋਈ ਹੈ ਜਿਹੜੀ ਬਲੈਰੋ ਗੱਡੀ ਉਸ ਕਤਲ ਦੇ ਵਿੱਚ ਵਰਤੀ ਗਈ ਹੈ। ਤੇ ਮੰਨਿਆ ਜਾ ਰਿਹਾ ਕਿ ਉਹ ਬਲੈਰੋ ਗੱਡੀ ਮੁੜ ਕੇ ਹਰਿਆਣੇ ਵੱਲੋਂ ਆਈ ਸੀ, ਹਰਿਆਣਾ ਵੱਲ ਗਈ ਹੈ। ਤੇ ਉਹਦੀ ਹੁਣ ਵੱਖ-ਵੱਖ ਥਾਵਾਂ ਤੋਂ CCTV ਕੈਮਰਿਆਂ ਦੇ ਨਾਲ ਫੁਟੇਜ ਆ ਰਹੀ ਹੈ, ਕਿਉਂਕਿ ਇੱਕ ਪੰਪ ਤੋਂ ਤੇਲ ਪਵਾਇਆ ਉਹਨਾਂ ਨੇ। ਤੇਲ ਪਵਾਇਆ ਤਾਂ ਤੇਲ ਬਾਹਰ ਨਿਕਲ ਕੇ ਪਵਾਇਆ 2 ਜਣਿਆਂ ਨੇ। ਹੁਣ ਪੰਪ ਦੇ ਉੱਤੇ ਕੈਮਰੇ ਲੱਗੇ ਹੁੰਦੇ ਆ, ਇੱਥੇ ਗੈਸ ਸਟੇਸ਼ਨ ਕਹਿੰਦੇ, ਆਪਣੇ ਪੈਟਰੋਲ ਡੀਜ਼ਲ ਪੰਪ ਕਹਿੰਦੇ ਆ, ਤੇ ਉਹਨਾਂ ਦੇ ਵਿੱਚੋਂ ਚਿਹਰੇ ਸਾਫ਼ ਹੋ ਗਏ। ਜੇ ਉਹ ਚਿਹਰਿਆਂ ਦੀ ਪਹਿਚਾਣ ਠੀਕ ਹੋਈ ਹੈ, ਜੇ ਉਹੀ ਬਲੈਰੋ ਗੱਡੀ ਹੈ, ਇੱਕ ਦਾ ਨਾਂ ਕਹਿੰਦੇ ਅੰਕਿਤ ਹੈ, ਦੂਜੇ ਦਾ ਪ੍ਰਿਯਵਰਤ ਹੈ, ਤੇ ਉਹ ਦੋਨਾਂ ਬੰਦਿਆਂ ਦੇ ਵਿੱਚੋਂ ਮੋਗੇ ਦੇ ਵਿੱਚ ਉਹਨਾਂ ਦੋਨਾਂ ਦੇ ਉੱਤੇ ਪਰਚਾ ਵੀ ਪਹਿਲਾਂ ਕਤਲ ਦਾ ਕੋ ਦਰਜ ਹੈ। ਹੁਣ ਪਹਿਚਾਣ ਹੋ ਗਈ ਹੈ, ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਕਿਉਂਕਿ ਗੱਡੀ ਜਿੱਥੇ ਗੋਲੀਆਂ ਚੱਲ ਕੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉੱਥੋਂ ਵੀ CCTV ਕੈਮਰੇ ਦੀ ਜ਼ਦ ਦੇ ਵਿੱਚ ਆਈ ਹੈ, ਜਿੱਥੇ ਟੋਲ ਪਲਾਜ਼ੇ ਆ ਉੱਥੋਂ ਵੀ, ਜਿੱਥੋਂ ਤੇਲ ਪਵਾਇਆ ਉੱਥੋਂ ਵੀ, ਬਾਕੀ ਸਾਰੇ ਥਾਵਾਂ ਤੇ ਕੋਈ ਬਾਹਰ ਨਹੀਂ ਸੀ ਨਿਕਲਿਆ ਜਿਹੜਾ ਕੈਮਰੇ ਦੀ ਨਜ਼ਰ ਦੇ ਵਿੱਚ ਆਉਂਦਾ। ਉਹ ਪੰਪ ਤੇ ਉਹ ਬਾਹਰ ਨਿਕਲਿਆ।
ਹੁਣ ਜੇ ਉਹ ਦੋਨੇ ਬੰਦੇ ਕਾਬੂ ਆ ਜਾਣ ਤਾਂ ਆਪਣੇ ਆਪ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਦੂਸਰਾ, ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਆਪਣੇ ਰਿਮਾਂਡ ਦੇ ਉੱਤੇ ਲਿਆ। ਹਾਲਾਂਕਿ ਨਾ ਤਾਂ ਦਿੱਲੀ ਪੁਲਿਸ ਨੇ ਅਧਿਕਾਰਿਕ ਤੌਰ ਦੇ ਉੱਤੇ ਕੋਈ ਬਿਆਨ ਜਾਰੀ ਕੀਤਾ, ਨਾ ਅਜੇ ਤੱਕ ਲਾਰੈਂਸ ਬਿਸ਼ਨੋਈ ਦੇ ਨਾਲ ਕਿਸੇ ਪੱਤਰਕਾਰ ਦੀ ਕੋਈ ਗੱਲ ਹੋਈ ਹੈ, ਕਿਉਂਕਿ ਉਹ ਤਾਂ ਰਿਮਾਂਡ ਤੇ ਹੈ। ਪਰ ਇੰਨਾ ਪਤਾ ਲੱਗਾ ਕਿ ਦਿੱਲੀ ਪੁਲਿਸ ਨੇਪਾਲ ਗਈ ਹੈ ਕਿ ਜਿਹੜੇ ਕੋਈ ਸ਼ਾਰਪ ਸ਼ੂਟਰ ਹੋਣਗੇ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਸਹਾਇਤਾ ਕੀਤੀ ਹੈ, ਕਿ ਉਹ ਨੇਪਾਲ ਕਿਉਂਕਿ ਭੱਜ ਜਾਂਦੇ ਆ। ਭਾਰਤ ਦੇ ਵਿੱਚ ਗੁਨਾਹ ਕਰਕੇ ਨੇਪਾਲ ਅਕਸਰ ਭੱਜਦੇ ਆ। ਨੇਪਾਲ 'ਚੋਂ ਕੋਈ ਗੁਨਾਹ ਕਰਦਾ ਕਿਉਂਕਿ ਆਉਣ ਲਈ ਵੀਜ਼ੇ ਦੀ ਲੋੜ ਨਹੀਂ, ਬਾਰਡਰ ਸੁਖਾਲਾ ਪਾਰ ਹੋ ਜਾਂਦਾ, ਮਾੜੀ ਜਿਹੀ ਆਇਡੈਂਟੀਫਿਕੇਸ਼ਨ ਦਾ ਆਪਣੀ ਦਿਖਾਓ ਤੇ ਚਲੇ ਜਾਓ। ਨੇਪਾਲ ਵਾਲੇ ਕਈ ਵਾਰੀ ਉਧਰਲੇ ਪਾਸਿਓਂ ਗੁਨਾਹ ਕਰਕੇ ਭਾਰਤ ਦੇ ਵਿੱਚ ਭੱਜੇ ਹੁੰਦੇ ਆ। ਜੇ ਹੁਣ ਦਿੱਲੀ ਵਾਲੀ ਪੁਲਿਸ ਉਧਰਲੇ ਪਾਸੇ ਨੂੰ ਗਈ ਹੈ, ਕਿਸੇ ਨੂੰ ਕਾਬੂ ਕਰਕੇ ਲਿਆਵੇ ਤਾਂ ਬਹੁਤ ਚੰਗਾ, ਕਿਉਂਕਿ ਘਟਨਾ ਛੋਟੀ ਨਹੀਂ, ਘਟਨਾ ਵੱਡੀ ਹੈ। ਤੀਸਰੇ ਪਾਸੇ ਸੰਧਾਲੀਆ ਸਾਹਿਬ, ਇਹਦੇ ਨਾਲ ਹੁਣ ਚਰਚਾ ਇਹ ਵੀ ਆ ਕਿ 1.5 ਦਿਨ ਤੱਕ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖਤਮ ਹੋ ਜਾਣਾ ਦਿੱਲੀ ਪੁਲਿਸ ਦਾ। ਉਹਦੇ ਤੋਂ ਬਾਅਦ ਪੰਜਾਬ ਪੁਲਿਸ ਨੇ ਰਿਮਾਂਡ ਦੀ ਮੰਗ ਕਰਨੀ ਹੈ। ਜੇ ਰਿਮਾਂਡ ਮਿਲ ਗਿਆ, ਉਹਨੂੰ ਪੰਜਾਬ ਲੈ ਕੇ ਆਏ, ਕਿਉਂਕਿ ਅੰਦਰ ਖਾਤੇ ਚਰਚਾਵਾਂ ਨੇ ਕਿ ਕਿਤੇ ਨਾ ਕਿਤੇ ਉਹ ਮੰਨ ਗਿਆ ਹੀ ਕਿ ਜੀ ਸਾਡੇ ਬੰਦਿਆਂ ਨੇ ਕਤਲ ਕੀਤਾ, ਪਰ ਮੇਰਾ ਵਿੱਚ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੇ ਕਰ ਦਿੱਤਾ ਹੋਊਗਾ। ਪਰ ਕੜੀਆਂ ਜੁੜ ਰਹੀਆਂ, 8 ਤੋਂ ਪਹਿਲਾਂ ਸਾਰੀਆਂ ਜੁੜ ਜਾਣ ਤਾਂ ਚੰਗਾ। ਇਹ ਬੜਾ ਜ਼ਰੂਰੀ ਆ। ਇੱਕ ਮੇਰਾ ਖਿਆਲ ਇਹ ਵੀ ਚਰਚਾ ਚੱਲਦੀ ਹੈ ਵੀ ਜਿਹੜੀ ਉਹ ਕਾਲ ਰਿਕਾਰਡਿੰਗ ਪਹਿਲਾਂ ਬੜੀ ਵਾਇਰਲ ਸੀਗੀ ਕਿ ਉਹ ਬੰਦਾ ਆਪਣੇ ਆਪ ਨੂੰ ਸਚਿਨ ਬਿਸ਼ਨੋਈ ਦੱਸਦਾ ਤੇ ਉਹ ਕਹਿੰਦਾ ਵੀ ਮੈਂ ਮਾਰਿਆ ਜੀ, ਤੇ ਫਿਰ ਉਹ ਕਾਰਨ ਵੀ ਦੱਸਦਾ ਜੀ ਵੀ ਐਸ ਕਾਰਨ ਕਰਕੇ ਮਾਰਿਆ, ਗਾਂ ਵੀ ਅਸੀਂ ਇਹ ਸਾਰਾ ਕੰਮ ਕਰਾਂਗੇ। ਉਹ ਵੀ ਸ਼ਾਇਦ ਪੁਲਿਸ ਨੇ ਪੁਸ਼ਟੀ ਕੀਤੀ ਹੈ ਵੀ ਆਵਾਜ਼ ਤੇ ਲੱਗਦਾ ਉਸੇ ਸ਼ਖਸ ਦੀ ਹੈ। ਹੁਣ ਉਹ ਕਲੈਰਿਟੀ ਮੇਰੇ ਖਿਆਲ ਨਾਲ ਜਦ ਤੱਕ ਓਫੀਸ਼ੀਅਲ ਇੱਕ ਪ੍ਰੈਸ ਕਾਨਫਰੰਸ ਹੋ ਕੇ ਬਕਾਇਦਾ ਡਿਟੇਲ ਦੇ ਵਿੱਚ ਉਹ ਸਾਰੀਆਂ ਗੱਲਾਂ ਨਹੀਂ ਦੱਸੀਆਂ ਜਾਂਦੀਆਂ, ਉਨੀ ਦੇਰ ਤੱਕ ਆਪਾਂ ਕਿਸੇ ਚੀਜ਼ ਨੂੰ ਪੁਖਤਾ ਨਹੀਂ ਦੱਸ ਸਕਦੇ। ਪਰ ਇੱਕ ਜਿਹੜੀ ਘਟਨਾ ਹੋਰ ਸੀਗੀ ਉਦੋਂ ਦੀ ਮੇਰੇ ਖਿਆਲ ਨਾਲ ਚਰਚਾ ਸੀਗੀ ਵੀ ਯਾਰ ਉਹ ਜਿਹੜੇ 2 ਗਨਮੈਨ ਸੀਗੇ ਨਾਲ, ਉਹ ਗਏ ਕਿਉਂ ਨਾ, ਨਾਲ ਖੜੇ ਕਿਉਂ ਨਾ। ਉਹਨਾਂ ਦੀ ਵੀ ਇੱਕ ਜਿਹੜੀ ਖਬਰ ਚੱਲਦੀ ਪਈ ਉਹ ਇਹ ਆ ਕਿ ਵੀ ਉਹਨਾਂ ਦੋਵਾਂ ਨੇ ਦੱਸਿਆ ਵੀ ਯਾਰ ਅੱਗੇ ਵੀ ਬੰਦਾ ਚਲੇ ਜਾਂਦਾ ਹੁੰਦਾ ਸੀ ਵੀ ਇੱਥੇ ਮੈਂ ਆਇਆ ਜੀ 5 ਮਿੰਟਾਂ ਦੇ ਵਿੱਚ, ਤੇ ਸ਼ਾਇਦ ਉਦਣ ਦੀ ਗੱਲ ਇਹ ਸੀ ਕਿ ਵੀ ਮੈਂ ਹੁਣੇ ਆਇਆ ਗੋਲ ਗੱਪੇ ਖਾ ਕੇ, ਤੇ ਗੋਲ ਗੱਪਿਆਂ ਨਾਲ ਵੀ ਕੋਈ ਬਹੁਤੀ ਦੂਰ ਨਹੀਂ ਆਉਂਦੇ ਵੀ ਉਸੇ ਪਿੰਡ ਦੇ ਭਰਾ ਅੱਡੇ ਦੇ ਉੱਪਰ ਉਹ ਬੰਦਾ ਚਾਟ ਭੰਡਾਰ ਵਾਲਾ, ਉਹਨੂੰ ਪੁੱਛਿਆ, ਉਹ ਕਹਿੰਦਾ ਆਇਆ ਜ਼ਰੂਰ ਸੀ, ਤੇ ਉਹ ਕਹਿੰਦਾ ਯਾਰ ਮੈਂ ਆਉਣਾ ਦੁਬਾਰਾ। ਹੁਣ ਉਹ ਜਿਹੜੀ ਚਰਚਾ ਵੀ ਦੁਬਾਰਾ ਆਉਣਾ, ਇੰਨੇ ਚਿਰ ਨੂੰ ਜਦੋਂ ਉਹਨਾਂ ਨੂੰ ਲੱਗਿਆ ਵੀ ਯਾਰ ਸਮਾਂ ਜ਼ਿਆਦਾ ਹੋ ਗਿਆ, ਉਹ ਕਹਿੰਦੇ ਅਸੀਂ ਫਾਦਰ ਸਾਹਿਬ ਨੂੰ ਦੱਸਿਆ, ਉਹ ਆਂਦੇ ਫਿਰ ਆਪਾਂ ਕੱਢੀਏ ਗੱਡੀ, ਤੇ ਗੱਡੀ ਜਿਹੜੀ ਬੁਲਟ ਪ੍ਰੂਫ ਸੀਗੀ ਉਹ ਪੈਂਚਰ ਨਿਕਲੀ, ਫਿਰ ਕਹਿੰਦੇ ਅਸੀਂ ਦੂਜੀ ਗੱਡੀ ਤੇ ਚਲੇ ਗਏ। ਹੁਣ ਇਹ ਵਾਲੀ ਜਿਹੜੀ ਗੱਲ ਵੀ ਉਹ ਬੰਦਾ 5 ਮਿੰਟਾਂ ਲਈ ਪਹਿਲਾਂ ਵੀ ਚਲੇ ਜਾਂਦਾ ਹੁੰਦਾ ਸੀ, ਇਹ ਵੀ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜ਼ਰੂਰ ਵਿਚਾਰਨੀ ਚਾਹੀਦੀ ਵੀ ਇਹ ਗੱਲ ਜੇ ਪਹਿਲਾਂ ਵੀ ਚੱਲਦੀ ਸੀਗੀ ਤੇ ਰੂਟੀਨ ਦਾ ਹਿੱਸਾ ਸੀ ਜੀ, ਤੇ ਜੇ ਐਤਕੀ ਚੱਲੀ ਵੀ ਬੰਦਾ 5 ਮਿੰਟ ਲਈ ਕਹਿ ਕੇ ਗਿਆ ਤੇ ਉਦੋਂ ਬਾਅਦ ਕਿਤੇ ਹੋਰ ਚਲੇ ਗਿਆ, ਉਹਦੇ ਪਿੱਛੇ ਕੀ ਕਹਾਣੀ ਰਹੀ ਹੋਊਗੀ। ਨਹੀਂ ਦੇਖੋ, ਸਮੇਂ ਦਾ ਪਤਾ ਨਹੀਂ ਲੱਗਦਾ ਨਾ ਸੰਧਾਲੀਆ ਸਾਹਿਬ, ਆਪਾਂ ਵੀ ਕਈ ਵਾਰੀ ਅਵੇਸਲੇ ਹੁੰਦੇ ਆ, ਪਰ ਇਹ ਨੁਕਸਾਨ ਨਾ ਹੁੰਦਾ ਚੰਗਾ ਸੀ। ਉਹਦੇ ਤੋਂ ਬਾਅਦ ਤਾਂ ਹੁਣ ਕਹਾਣੀਆਂ ਦੇਖੋ ਕਿੱਧਰਲੇ ਪਾਸੇ ਨੂੰ ਚਲੇ ਜਾਂਦੀਆਂ। ਬਾਕੀ ਜਿੱਦਣ ਪੁਲਿਸ ਕਲੀਅਰ ਕਰੂਗੀ ਸਾਰਾ ਕੁਝ, ਸਾਡੇ ਵੱਲੋਂ ਦਿੱਲੀ ਵਾਲੀ ਪੁਲਿਸ ਕਰਦਾ ਹੈ, ਪੰਜਾਬ ਵਾਲੀ ਕਰਦਾ ਹੈ, NIA CBI ਜਿਹੜੀ ਮਰਜ਼ੀ ਏਜੰਸੀ ਕਲੀਅਰ ਕਰ ਦੇਵੇ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਖਿਰਕਾਰ ਉਹ ਬੰਦੇ ਕਿਹੜੇ ਨੇ ਭਾਈ, ਜਿਨ੍ਹਾਂ ਨੂੰ ਬੰਦਾ ਮਾਰਨ ਲੱਗਿਆ ਡਰ ਹੀ ਨਹੀਂ ਲੱਗਦਾ, ਜਿਹੜੇ ਪੈਸੇ ਲਈ ਜਾਂ ਬਦਲਾ ਲੈਣ ਦੇ ਲਈ ਕਹਿੰਦੇ ਕਿ ਭਾਈ ਅਸੀਂ 19 ਵੀ ਗੋਲੀਆਂ ਕਿਸੇ ਵੀ ਬੰਦੇ ਦੇ ਮਾਰ ਦੇਣੀਆਂ। ਯਾਨੀ ਉਹਨਾਂ ਦਾ ਨੈਟਵਰਕ ਇੰਨਾ ਤਕੜਾ ਹੈ ਕਿ ਉਹ ਕਿਸੇ ਵੀ ਆਮ ਜਾਂ ਖਾਸ ਬੰਦੇ ਦਾ ਸਾਰਾ ਪਤਾ ਥੋ ਰੱਖ ਸਕਦੇ ਆ, ਜਿਹੜੇ ਇੱਕ ਸੂਬੇ ਤੋਂ ਆ ਕੇ ਦੂਜੇ ਸੂਬੇ ਦੇ ਵਿੱਚ ਜਾ ਕੇ ਬੰਦਾ ਮਾਰ ਸਕਦੇ ਆ ਤੇ ਮੁੜ ਕੇ ਭੱਜ ਸਕਦੇ ਆ। ਇਹਦੀ ਘਟਨਾ ਜਦੋਂ ਕਲੀਅਰ ਹੋ ਗਈ ਨਾ, ਫਿਰ ਸਾਨੂੰ ਆਪਣੇ ਤੰਤਰ ਦੀਆਂ ਕਮਜ਼ੋਰੀਆਂ ਵੀ ਪਤਾ ਲੱਗ ਜਾਣਗੀਆਂ। ਫਿਰ ਸਾਨੂੰ ਇਹ ਵੀ ਪਤਾ ਲੱਗ ਜਾਊਗਾ ਕਿ ਉਹ ਬੰਦੇ ਇੰਨੇ ਚੀੜੇ ਕਿੱਥੋਂ ਹੋ ਗਏ, ਉਹਨਾਂ ਨੂੰ ਉਤਸ਼ਾਹ ਕੌਣ ਦਿੰਦਾ, ਕਦੋਂ ਦੇ ਇਸ ਕੰਮ ਦੇ ਵਿੱਚ ਲੱਗੇ ਆ, ਹੋਰ ਕਿਹੜੇ ਬੰਦਿਆਂ ਨੂੰ ਤੰਗ ਪਰੇਸ਼ਾਨ ਉਹਨਾਂ ਨੇ ਕੀਤਾ, ਕਲੀਅਰ ਹੋ ਜੂ। ਲਾਰੈਂਸ ਬਿਸ਼ਨੋਈ ਨੇ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸੰਧਾਲੀਆ ਸਾਹਿਬ ਅਦਾਲਤ ਦਾ ਰੁਖ ਕੀਤਾ, ਮੈਨੂੰ ਖਤਰਾ ਜੀ, ਮੈਨੂੰ ਰਿਮਾਂਡ ਤੇ ਨਾ ਦਿਓ। ਹੁਣ ਜੱਗੂ ਭਗਵਾਨਪੁਰੀਆ ਵੀ ਜੇਲ੍ਹ ਦੇ ਵਿੱਚ ਹੈ, ਕੇਸ ਦੇ ਵਿੱਚ ਕਿਤੇ ਨਾ ਕਿਤੇ ਨਾਂ ਜਿਹੜਾ ਉਹ ਜ਼ਿਕਰ ਆ ਜਾਂਦਾ। ਉਹਨਾਂ ਦੀ ਮਾਤਾ ਜੀ ਨੇ, ਉਹਨਾਂ ਦੇ ਮੰਮੀ ਜਿਹੜੇ ਆ, ਉਹਨਾਂ ਨੇ ਹੁਣ ਅਦਾਲਤ ਦੇ ਵਿੱਚ ਇੱਕ ਬੇਨਤੀ ਪੱਤਰ ਦਿੱਤਾ, ਪਟੀਸ਼ਨ ਪਾਈ ਹੈ ਕਿ ਜੱਗੂ ਭਗਵਾਨਪੁਰੀਆ ਮੇਰਾ ਪੁੱਤ ਹੈ, ਜੇਲ੍ਹ 'ਚ ਹੈ, ਮੈਂ ਚਰਚਾ ਸੁਣੀ ਹੈ ਕਿ ਉਹਨੂੰ ਰਿਮਾਂਡ ਤੇ ਲਿਆਉਣਾ। ਉਹ ਕਹਿੰਦੇ ਜੀ ਪਹਿਲੀ ਗੱਲ ਹੈ ਕਿ ਉਹਨੂੰ ਬਾਹਰ ਖਤਰਾ ਬਹੁਤ ਹੈ, ਵੀ ਜੇ ਉਹਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਵੀ ਹੈ ਉਹਦੇ ਬੁਲਟ ਪ੍ਰੂਫ ਜੈਕਟ ਪਵਾਇਓ, ਕਿਉਂਕਿ ਉਹਨੂੰ ਕੋਈ ਵੀ ਬੰਦਾ ਉੱਤੇ ਹਮਲਾ ਕਰ ਸਕਦਾ, ਉਹਦੇ ਦੁਸ਼ਮਣ ਬੜੇ ਨੇ। ਜੇ ਹੋ ਸਕੇ ਤਾਂ ਬੁਲਟ ਪ੍ਰੂਫ ਗੱਡੀ 'ਚ ਉਹਨੂੰ ਲਿਆਂਦਾ ਜਾਵੇ, ਤੁਸੀਂ ਜਿੱਥੇ ਵੀ ਕਿਤੇ ਉਹਨੂੰ ਲੈ ਕੇ ਜਾਣਾ। ਤੇ ਤੀਸਰੀ ਗੱਲ, ਉਹ ਕਹਿੰਦੇ ਜੀ ਜੇਲ੍ਹ ਦੇ ਵਿੱਚ ਉਹਨਾਂ ਟੌਰਚਰ ਬੜਾ ਹੁੰਦਾ, ਉਹਨੂੰ ਉਹ ਪ੍ਰੈਸ਼ਰਾਈਜ਼ ਬਹੁਤ ਕੀਤਾ ਜਾ ਰਿਹਾ, ਉਹਦੀ ਮਾਰਕਟਾਈ ਹੁੰਦੀ ਹੈ। ਹੁਣ ਜੱਜ ਸਾਹਿਬ ਇਸ ਮੁੱਦੇ ਤੇ ਜਦੋਂ ਸੁਣਵਾਈ ਕਰਨਗੇ ਤਾਂ ਸਖਤੀ ਕੀ ਕਰਨਗੇ, ਫੈਸਲਾ ਕੀ ਲੈਣਗੇ, ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਤਾਂ ਇਸ ਮੁੱਦੇ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਮਿਲੀ ਨਹੀਂ। ਜੱਗੂ ਭਗਵਾਨਪੁਰੀ ਨੂੰ ਮਿਲ ਸਕੂਗੀ ਕਿ ਨਹੀਂ, ਆਉਣ ਵਾਲਾ ਸਮਾਂ ਦੱਸੂ। ਨਹੀਂ, ਗੱਲ ਠੀਕ ਹੈ, ਪਰ ਦੇਖੋ ਮੈਨੂੰ ਲੱਗਦਾ ਵੀ ਇਹ ਵਿਸ਼ਾ
ਜਦੋਂ ਆਪਾਂ ਜੇਲ੍ਹਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਪਿਛਲੀਆਂ ਸਰਕਾਰਾਂ ਰਹੀਆਂ ਉਦੋਂ ਵੀ ਚਰਚਾ ਸੀ, ਹੁਣ ਆ ਤੇ ਹੁਣ ਸਰਕਾਰ ਬਦਲੀ ਤੇ ਹੁਣ ਵੀ ਚਰਚਾ 'ਚ ਹੈ। ਵਿਸ਼ਾ ਜਿਹੜਾ ਪਿਛਲੀ ਵਾਰਾਂ ਵੀ ਲਗਭਗ ਇਸੇ ਤਰ੍ਹਾਂ ਦਾ ਸੀ, ਹੁਣ ਵੀ ਉਸੇ ਤਰ੍ਹਾਂ ਦਾ ਵੀ ਹਾਂਜੀ ਜੇਲ੍ਹ ਹੈ, ਜੇਲ੍ਹ ਦੇ ਵਿੱਚ ਬੰਦੇ ਨੇ, ਬੰਦਿਆਂ ਦੇ ਕੋਲ ਕਈ ਤਰ੍ਹਾਂ ਦਾ ਸਮਾਨ ਪਹੁੰਚਦਾ ਜਿਹੜਾ ਕਿ ਨਹੀਂ ਪਹੁੰਚਣਾ ਚਾਹੀਦਾ। ਤੇ ਪਿਛਲੇ ਜਿਹੜੇ ਜੇਲ੍ਹ ਮੰਤਰੀ ਵੀ ਸੀਗੇ, ਬਾਅਦ ਦੇ ਵਿੱਚ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ, ਗ੍ਰਹਿ ਮੰਤਰੀ ਵੀ ਸੀਗੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਹੜੀ ਗੱਲ ਦਾ ਖੁਲਾਸਾ ਕੀਤਾ, ਮੈਨੂੰ ਲੱਗਦਾ ਉਹ ਵੀ ਬੜੀ ਹੈਰਾਨ ਕਰਨ ਵਾਲੀ ਆ। ਵੀ ਉਹ ਕਹਿੰਦੇ ਵੀ ਜੇਲ੍ਹ ਦੇ ਵਿੱਚ ਜਿਹੜਾ ਇਹ ਮੋਬਾਈਲ ਵਾਲਾ ਜਾਂ ਦੂਜੇ ਤੀਜੀਆਂ ਚੀਜ਼ਾਂ ਪਹੁੰਚਾਉਣ ਵਾਲਾ ਕੰਮ ਆ, ਉਹ ਕਈ ਵਾਰ ਖੁਦ ਏਜੰਸੀਆਂ ਵੀ ਕਰਦੀਆਂ। ਹੁਣ ਇਹ ਜਿਹੜੀ ਗੱਲ ਉਹਨਾਂ ਨੇ ਕਹੀ, ਜਾਂ ਉਹ ਕਹਿੰਦੇ ਵੀ ਮੈਂ ਆਪਣੇ ਵੱਲੋਂ ਉਹਨੂੰ ਬੜਾ ਕੁਛ ਰੋਕਣ ਦੀ, ਤੋੜਨ ਦੀ ਕੋਸ਼ਿਸ਼ ਵੀ ਕੀਤੀ ਵੀ ਯਾਰ ਇੱਦਾਂ ਦਾ ਕੁਛ ਨਾ ਹੋਵੇ, ਪਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕਹਾਣੀਆਂ ਨੇ, ਉਹ ਇੰਨੀ ਸਿੰਪਲ ਗੱਲ ਹੈ ਨਹੀਂ ਵੀ ਜਿੰਨੀ ਉਹਨੂੰ ਇਹ ਸਮਝ ਲਿਆ ਜਾਵੇ। ਮੇਰੇ ਖਿਆਲ ਨਾਲ ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਹੈਗੀ ਆ ਹੁਣ ਵੀ, ਜਿੰਨੀ ਕੋ ਮੀਡੀਆ ਨਾਲ ਜ਼ਿਕਰ ਸਾਂਝੀ ਕਰ ਰਹੇ ਆ, ਉਹ ਮੇਰੇ ਖਿਆਲ ਨਾਲ ਮੌਜੂਦਾ ਸਰਕਾਰ ਨਾਲ ਜਾਂ ਕੇਂਦਰ ਸਰਕਾਰ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਵੀ ਜੇ ਆਹ ਚੀਜ਼ ਉਹਨਾਂ ਦੇ ਧਿਆਨ 'ਚ ਆਈ ਉਸ ਅਹੁਦੇ 'ਤੇ ਰਹਿੰਦਿਆਂ ਵੀ ਉਹਦਾ ਹੱਲ ਹੋਣਾ ਚਾਹੀਦਾ। ਕਿਉਂਕਿ ਜੇ ਇਹ ਚੀਜ਼ ਸ਼ੁਰੂ ਤੋਂ ਚੱਲਦੀ ਆਉਂਦੀ, ਹੁਣ ਵੀ ਚੱਲ ਰਹੀ, ਗਾਂਹ ਵੀ ਚੱਲੂਗੀ, ਤੇ ਫਿਰ ਇਹੋ ਜਿਹੇ ਨੁਕਸਾਨ ਤੇ ਹੋਰ ਹੋਣਗੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਆਮ ਬੰਦੇ ਨੂੰ ਸਾਹਮਣੇ ਨਜ਼ਰ ਆਉਂਦੀਆਂ, ਪਰਦੇ ਪਿਛਲੇ ਵਾਲੀਆਂ ਨਜ਼ਰ ਨਹੀਂ ਆਉਂਦੀਆਂ। ਖੁਫੀਆ ਏਜੰਸੀਆਂ, ਸੁਰੱਖਿਆ ਏਜੰਸੀਆਂ, ਉਹਨਾਂ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁੰਦਾ। ਮੈਨੂੰ ਲੱਗਦਾ ਕਿ ਸਾਡੀ ਸੁਰਤ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਜ਼ਿੰਮੇਵਾਰ ਅਹੁਦੇ ਤੇ ਕਈ ਵਾਰ ਰਹਿ ਚੁੱਕੇ ਕਿਸੇ ਵਿਅਕਤੀ ਨੇ, ਤੇ ਅੱਜ ਵੀ ਉਹ ਲੋਕਾਂ ਦਾ ਚੁਣਿਆ ਹੋਇਆ MLA ਹੈ, ਮੈਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਗੱਲ ਕਰਦਾ, ਉਹਨਾਂ ਨੇ ਇਹ ਮੁੱਦਾ ਸਪਸ਼ਟ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ। ਜਦੋਂ ਜੇਲ੍ਹਾਂ ਦੇ ਮੰਤਰੀ ਹੁੰਦੇ ਸੀ, ਮੈਨੂੰ ਚੇਤਾ, ਉਹ ਕਹਿੰਦੇ 3 ਟਾਇਰ ਸਿਕਿਉਰਿਟੀ ਕਰਨੀ ਹੈ, 4 ਟਾਇਰ ਸਿਕਿਉਰਿਟੀ ਕਰਨੀ ਹੈ। ਫਿਰ ਬੜੀ ਚਰਚਾ ਚੱਲੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਨੀਮ ਫੌਜੀ ਦਸਤੇ ਹੀ ਭੇਜ ਦਿਓ, ਪੰਜਾਬ ਦੀਆਂ ਜੇਲ੍ਹਾਂ ਦੀ ਸਿਕਿਉਰਿਟੀ ਆਪਾਂ ਉਹਨਾਂ ਤੋਂ ਕਰਾਉਣੀ ਹੈ, ਪੰਜਾਬ ਵਾਲਿਆਂ ਤੋਂ ਨਹੀਂ ਕਰਾਉਣੀ। ਉਦੋਂ ਬੜੀ ਚਰਚਾ ਚੱਲੀ, ਯਾਰ ਸਾਡੀ ਪੁਲਿਸ ਇੰਨੀ ਸક્ષਮ ਨਹੀਂ ਹੈਗੀ, ਇੰਨੀ ਸਮਰੱਥ ਨਹੀਂ ਹੈਗੀ ਕਿ ਅਸੀਂ ਆਪਣੀਆਂ ਜੇਲ੍ਹਾਂ ਦੀ ਸੁਰੱਖਿਆ ਕਰ ਸਕੀਏ। ਰੋਜ਼ ਟੋਕਰਿਆਂ ਦੇ ਟੋਕਰੇ ਟੈਲੀਫੋਨ ਲੱਭਣੇ। ਹੁਣ ਜਦੋਂ ਉਹਨਾਂ ਨੇ ਕਿਹਾ, ਦੇਖੋ ਅੰਦਰੋਂ ਜੇਲ੍ਹਾਂ ਦਿਓ ਫਰੌਤੀਆਂ ਮੰਗੀਆਂ ਜਾਂਦੀਆਂ, ਸੁਪਾਰੀਆਂ ਦਿੱਤੀਆਂ ਜਾਂਦੀਆਂ, ਕਤਲ ਕਰਾਏ ਜਾਂਦੇ, ਇੱਥੋਂ ਤੱਕ ਕਿ ਪੰਜਾਬ ਦੀ ਇੱਕ ਜੇਲ੍ਹ ਦੇ ਵਿੱਚੋਂ, ਪਟਿਆਲੇ ਵਾਲੀ ਜੇਲ੍ਹ ਹੀ ਸੀ, ਉੱਥੋਂ ਇੱਕ ਬੰਦਾ ਨੈਟਵਰਕ ਚਲਾਈ ਜਾਂਦਾ ਸੀ ਰਾਜਸਥਾਨ ਦੇ ਵਿੱਚ। ਉਸ ਬੰਦੇ ਨੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਲਈ ਕਿਸੇ ਬਗਾਨੇ ਦੇਸ਼ ਦੀ ਸ਼ਹਿਰ ਦੇ ਉੱਤੇ ਬੰਦੇ ਭਰਤੀ ਕਰਨ ਦਾ ਕੰਮ ਉਹ ਜੇਲ੍ਹ ਚੋਂ ਕਰਦਾ ਸੀ, ਮੋਬਾਈਲ ਦੇ ਉੱਤੇ ਕਰਦਾ ਸੀ। ਫਰੌਤੀ ਮੰਗੀ ਜਾਂਦੀ ਹੈ, ਮੋਬਾਈਲ ਤੇ ਮੰਗੀ ਜਾਂਦੀ ਹੈ, ਕਿਸੇ ਦੇ ਕਤਲ ਦੀ ਸੁਪਾਰੀ ਦਿੱਤੀ ਜਾਂਦੀ, ਆਪਦੇ ਬੰਦਿਆਂ ਨੂੰ ਕਿਹਾ ਜਾਂਦਾ। ਇੱਕ ਬੰਦੇ ਨੇ ਕਿਹਾ ਸੀ, ਮੈਂ ਜੇਲ੍ਹ 'ਚੋਂ ਫੋਨ ਕਰਦਾ ਸੀ ਕਿ ਇੱਥੋਂ ਨਸ਼ਾ ਚੱਕੋ, ਇੱਥੇ ਦੇ ਦਿਓ, ਤੋਂ ਇੰਨੇ ਪੈਸੇ ਲੈ ਗਿਆ, ਇਹਨੂੰ ਦੇ ਦਿਓ। ਜੇਲ੍ਹ ਦੇ ਅੰਦਰੋਂ ਕੰਮ ਚਲਾਉਂਦਾ ਸੀ, ਤੇ ਉਹਦਾ ਇੱਕੋ ਇੱਕ ਸਾਧਨ ਹੈ, ਉਹ ਮੋਬਾਈਲ ਫੋਨ ਹੈ। ਹੁਣ ਮੋਬਾਈਲ ਫੋਨ ਜੇ ਮੌਜੂਦਾ MLA, ਸਾਬਕਾ ਉਪ ਮੁੱਖ ਮੰਤਰੀ, ਸਾਬਕਾ ਪੰਜਾਬ ਦੇ ਜੇਲ੍ਹ ਮੰਤਰੀ, ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਕਹਿੰਦੇ ਆ ਜੀ ਕਈ ਵਾਰੀ ਸਾਡੀਆਂ ਏਜੰਸੀਆਂ ਮੋਬਾਈਲ ਪ੍ਰੋਵਾਈਡ ਕਰਾਉਂਦੀਆਂ। ਮੈਂ ਕਹਿੰਦੇ ਇਤਰਾਜ਼ ਕੀਤਾ ਕਿ ਆਹ ਗੱਲ ਗਲਤ ਹੈ। ਉਹ ਕਹਿੰਦੇ ਜੀ ਅਸੀਂ ਮੋਬਾਈਲ ਤਾਂ ਦਿੰਨੇ ਆ, ਸਾਨੂੰ ਉਹਨਾਂ ਦੀ ਰਿਕਾਰਡਿੰਗ ਤੋਂ ਕਈ ਵਾਰੀ ਪਤਾ ਲੱਗ ਜਾਂਦਾ ਕਿ ਭਾਈ ਉਹ ਆਪਸ 'ਚ ਕੀ ਕਰ ਰਹੇ ਆ, ਸਾਜ਼ਿਸ਼ਾਂ ਕਿਹੜੀਆਂ ਘੜੀਆਂ ਜਾ ਰਹੀਆਂ, ਸਾਨੂੰ ਕਲੂ ਮਿਲਦਾ। ਇਹ ਗੱਲ ਅਸੀਂ ਨਹੀਂ ਕਹਿੰਦੇ, ਇਹ ਗੱਲ ਡੇਰਾ ਬਾਬਾ ਨਾਨਕ ਦੇ ਮੌਜੂਦਾ MLA ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ ਆ। ਦੂਸਰਾ, ਉਹ ਕਹਿੰਦੇ ਜੀ ਮੈਂ ਸੁਨੇਹਾ ਭੇਜਿਆ, ਮੈਂ ਉਹਨਾਂ ਨੂੰ ਕਿਹਾ ਕਿ ਭਾਈ ਜੇ ਤੁਸੀਂ, ਤੁਹਾਡਾ ਨਹੀਂ ਸਰਦਾ, ਸਿੰਪਲ ਮੋਬਾਈਲ ਦੇ ਦਿਓ, ਤੁਸੀਂ ਤਕਨੀਕ ਵਾਲਾ ਮੋਬਾਈਲ ਕਿਉਂ ਦਿੰਨੇ ਆ ਜਿਹਦੇ ਨਾਲ ਕਿ WhatsApp ਚੱਲਦਾ, ਸਾਰਾ ਕੁਝ ਚੱਲਦਾ, ਅਗਲੇ ਕਰੀ ਜਾਂਦੇ, ਤੁਸੀਂ ਗੱਲਬਾਤ ਕਰਨ ਵਾਲਾ ਮੋਬਾਈਲ ਦੇ ਦਿਓ। ਕਹਿੰਦੇ ਮੇਰੀ ਕਿਸੇ ਨੇ ਸੁਣੀ ਨਹੀਂ। ਫਿਰ ਉਹ ਕਹਿੰਦੇ ਜੀ ਮੈਂ ਦਿੱਲੀ ਦੇ ਪ੍ਰਸ਼ਾਸਨ ਨੂੰ ਇੱਕ ਵਾਰੀ ਕਿਹਾ ਕਿ ਪੰਜਾਬ ਦਾ ਇੱਕ ਬੰਦਾ ਗੁੰਡਾ, ਉਹਨਾਂ ਨੇ, ਉਹ ਕਹਿੰਦੇ ਗੈਂਗਸਟਰ ਸ਼ਬਦ ਨਾ ਵਰਤਿਆ ਕਰੋ, ਉਹਨਾਂ ਨੇ ਪੱਤਰਕਾਰਾਂ ਨੂੰ ਵੀ ਕਿਹਾ। ਉਹ ਕਹਿੰਦੇ ਤੁਸੀਂ ਗੈਂਗਸਟਰ ਸ਼ਬਦ ਵਰਤਦੇ ਹੋ, ਉਹ ਬਹੁਤੇ ਨੌਜਵਾਨਾਂ ਨੂੰ ਅਟਰੈਕਟ ਕਰਦਾ, ਇਹਨਾਂ ਨੂੰ ਕਹਿੰਦੇ ਗੁੰਡੇ ਕਿਹਾ ਕਰੋ। ਤੇ ਗੁੰਡੇ ਪੰਜਾਬੀ ਦੇ ਵਿੱਚ ਸ਼ਬਦ ਜਿਹੜਾ ਹੋਰ ਤਰੀਕੇ ਲੱਗਦਾ। ਉਹ ਕਹਿੰਦੇ ਜੀ ਦਿੱਲੀ ਦੀ ਜੇਲ੍ਹ ਚੋਂ ਪੰਜਾਬ ਦੇ ਵਿੱਚ ਫਰੌਤੀਆਂ ਮੰਗਦਾ ਸੀ ਇੱਕ ਬੰਦਾ ਮੋਬਾਈਲ ਦੇ ਉੱਤੇ। ਮੈਂ ਕਹਿੰਦੇ ਜੀ ਦਿੱਲੀ ਦੇ ਅਧਿਕਾਰੀ ਨੂੰ ਕਿਹਾ, ਕਿਸੇ ਨੇ ਕੱਖ ਨਹੀਂ ਕੀਤਾ। ਫਿਰ ਉਹ ਕਹਿੰਦੇ ਜਿਹੜੀ ਅਗਲੀ ਕੜੀ ਉਹਨਾਂ ਨੇ ਜੋੜੀ ਹੈ ਉਹ ਬੜੀ ਇੰਪੋਰਟੈਂਟ ਹੈ ਕਿ ਜੇ ਸੱਚੀ ਮੁੱਚੀ ਕੋਈ ਸਰਕਾਰੀ ਪੱਧਰ ਦੇ ਉੱਤੇ ਕੋਈ ਜਾਣਕਾਰੀਆਂ ਲੈਣ ਦੇ ਲਈ ਖੁਦ ਕਾਨੂੰਨ ਦੀ ਉਲੰਘਣਾ ਕਰਕੇ ਮੋਬਾਈਲ ਪ੍ਰੋਵਾਈਡ ਕਰਾਉਂਦਾ ਹੈ, ਉਹ ਕਹਿੰਦੇ ਹੁਣ ਇਕੱਲੇ ਗੁੰਡੇ ਨਹੀਂ ਰਹਿ ਗਏ, ਫਰੌਤੀ ਲੈਣ ਵਾਲੇ ਨਹੀਂ ਰਹਿ ਗਏ, ਇਹਨਾਂ ਨੇ ਕਹਿੰਦੇ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਕੱਟੜਪੰਥੀ ਜਿਹੜੇ ਬੰਦੇ ਨੇ ਉਹਨਾਂ ਦੇ ਨਾਲ ਹੱਥ ਮਿਲਾ ਲਏ ਆ। ਇਹ ਇੱਕ ਦੂਜੇ ਦੇ ਨਾਲ ਹਥਿਆਰਾਂ ਦੇ ਆਦਾਨ ਪ੍ਰਦਾਨ ਜਿਹਾ ਕਰਨ ਲੱਗ ਪਏ ਆ, ਇਸ ਕਰਕੇ ਦੇਸ਼ ਲਈ ਖਤਰਾ ਨੇ। ਸੰਧਾਲੀਆ ਸਾਹਿਬ, ਹੁਣ ਸਾਰਾ ਕੁਝ ਕਲੀਅਰ ਹੋਣਾ ਚਾਹੀਦਾ, ਪਤਾ ਲੱਗਣਾ ਚਾਹੀਦਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ। ਹੋਰ ਜਿਹੜੀ ਇੱਕ ਇੰਪੋਰਟੈਂਟ ਗੱਲ, ਉਹ ਕਹਿੰਦੇ ਜੀ ਮੈਂ ਵੱਖਰੇ ਵੱਖਰੇ ਸੈੱਲ ਕੀਤੇ ਸੀ ਕਿ ਜਿਹੜੇ ਖਤਰਨਾਕ ਅਪਰਾਧੀ ਨੇ ਵੱਖਰੇ ਰਹਿਣਗੇ, ਕੋਈ ਜੇਬ ਕੱਟਦਾ ਹੈ, ਕੋਈ ਘਰ ਦਾ ਝਗੜਾ ਹੋ ਗਿਆ, ਉਹ ਬੰਦੇ ਵੱਖਰੇ ਰਹਿਣਗੇ, ਨਹੀਂ ਤਾਂ ਉੱਥੋਂ ਹੀ ਭਰਤੀ ਕਰਨ ਲੱਗ ਪੈਂਦੀ ਜੇਲ੍ਹ ਦੇ ਅੰਦਰ ਕਿ ਤੈਨੂੰ 6 ਮਹੀਨੇ ਦੀ ਸਜ਼ਾ, ਤੈਨੂੰ ਸਾਲ ਦੀ ਸਜ਼ਾ। ਕੋਈ ਮੰਨ ਲਓ ਬੰਦਾ ਬਾਹਰ 버ਗਰਾਂ ਦੀ ਰੇਹੜੀ ਲਾਉਂਦਾ ਸੀ, ਕੋਈ ਬੰਦਾ ਸਬਜ਼ੀ ਵੇਚਦਾ ਸੀ,
ਕਿਸੇ ਨੂੰ ਕੋਈ ਹੋਰ ਮਾੜੀ ਮੋਟੀ ਆਦਤ ਸੀ, ਉਹ ਬੰਦਾ ਮੰਨ ਲਓ ਅੰਦਰ ਆ ਗਿਆ, ਉਹਨੂੰ 6 ਮਹੀਨੇ ਦੱਸਿਆ ਜਾਓ ਘਰੇਲੂ ਝਗੜੇ 'ਚ ਹੋ ਗਈ, ਉਹਨੂੰ ਕਹਿੰਦੇ 6 ਮਹੀਨਿਆਂ ਦੇ ਵਿੱਚ ਆਪਣੇ ਨਾਲ ਲਾ ਕੇ ਇਦਾਂ ਕਹਿੰਦੇ ਤੂੰ ਉੱਥੇ ਕੀ 200 ਰੁਪਏ ਦਿਹਾੜੀ ਲਈ ਸਾਰੀ ਦਿਹਾੜੀ ਬਰਗਰ ਬਣਾ ਕੇ ਸਬਜ਼ੀ ਵੇਚਦਾ ਰਹਿਣਾ, ਫੈਕਟਰੀ 'ਚ ਲੋਹਾ ਕੁੱਟਦਾ ਹੀ, ਖੇਤੀ ਕਰਦਾ ਹੀ, 1 ਏਕੜ ਤੇਰੇ ਕੋਲ ਹੈਗੀ ਆ, ਕੀ ਕਮਾ ਲੇਗਾ, ਸਾਡੇ ਲਈ ਕੰਮ ਕਰ, ਬਾਹਰ ਜਾਂਦੇ ਦੇਖੇ ਵਾਰੇ ਨਿਆਰੇ ਤੇਰੇ ਹੁੰਦੇ। ਉਹ ਕਹਿੰਦੇ ਜੀ ਮੈਂ ਅੱਡ ਕੀਤੇ ਸੀ, ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਮੈਨੂੰ ਇਹ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀਆਂ ਗੱਲਾਂ ਨੂੰ ਸਿਆਸੀ ਤੌਰ ਤੇ ਨਹੀਂ ਲੈਣਾ ਚਾਹੀਦਾ, ਉਹ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ, ਕੀ ਕਹਿੰਦੇ ਰਹੇ, ਪਰ ਕਿਉਂਕਿ ਉਹਨਾਂ ਦੇ ਕੋਲੇ ਮਹਿਕਮਾ ਰਿਹਾ, ਅੱਜ ਵੀ ਉਹ ਲੋਕਾਂ ਦੇ ਚੁਣਿਓ ਨੁਮਾਇੰਦੇ ਆ, ਇਹਨੂੰ ਗੰਭੀਰਤਾ ਨਾਲ ਲਿਆ ਜਾਵੇ, ਕੁਝ ਹੋਰ ਜਾਣਕਾਰੀ ਨੂੰ ਤਾਂ ਲੈਣੀ ਪੁੱਛ ਲਈ ਜਾਵੇ। ਉਹੀ ਤਾਂ ਗੱਲ ਆ ਕਿ ਦੇਖੋ ਜ਼ਿੰਮੇਵਾਰ ਅਹੁਦੇ ਤੇ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਵੀ ਰਹੇ ਹੁਣ ਵੀ ਹੈਗੇ। ਮੇਰੇ ਖਿਆਲ ਨਾਲ ਜਿੰਨਾ ਚਿਰ ਉਹਨਾਂ ਦੀ ਸਰਕਾਰ ਰਹੀ ਉਸ ਮੌਕੇ ਤੇ ਆਪਾਂ ਵੀ ਨੋਟ ਕਰਦੇ ਰਹੇ ਹਾਂ ਕਿ ਬਹੁਤ ਵਾਰ ਉਹ ਆਪਣੇ ਤੌਰ ਤੇ ਮੀਡੀਆ ਦੇ ਸਾਹਮਣੇ ਆ ਕੇ ਸਾਰਾ ਕੁਝ ਕਲੀਅਰ ਵੀ ਕਰਦੇ ਰਹੇ ਕਿ ਵੀ ਆਹ ਕੰਮ ਇੱਥੇ ਕੁ ਪਹੁੰਚਿਆ, ਮੈਂ ਇਹਨੂੰ ਇਦਾਂ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ। ਹਾਂ ਉਦੋਂ ਵੀ ਕਿਉਂਕਿ ਵਿਰੋਧੀਆਂ ਦਾ ਕੰਮ ਤੇ ਵਿਰੋਧ ਕਰਨਾ ਹੁੰਦਾ, ਉਦੋਂ ਆਮ ਆਦਮੀ ਪਾਰਟੀ ਵੀ ਵਿਰੋਧ ਕਰਦੀ ਸੀ, ਅਕਾਲੀ ਦਲ ਵੀ ਕਰਦਾ ਸੀ, ਬੀਜੇਪੀ ਵੀ ਕਰਦੀ ਸੀ ਵੀ ਇਹਨਾਂ ਕੋਲੋਂ ਕੁਝ ਨਹੀਂ ਹੋਇਆ ਜੀ। ਹਾਂ ਜੀ ਉਹਨਾਂ ਨੂੰ ਲੱਗਦਾ ਸੀ ਵੀ ਮੈਂ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹਦੇ ਬਾਵਜੂਦ ਵੀ ਕੁਝ ਇਹੋ ਜਿਹਾ ਤਾਣਾ ਬਾਣਾ ਉਲਝਿਆ ਵੀ ਜਿਹੜਾ ਨਹੀਂ ਸੈੱਟ ਹੋ ਰਿਹਾ। ਮੇਰੇ ਖਿਆਲ ਨਾਲ ਹੁਣ ਜੋ ਪਬਲਿਕ ਡੋਮੇਨ 'ਚ ਰੱਖਿਆ ਜਾ ਗਿਆ, ਉਹਨਾਂ ਵੱਲੋਂ ਸਾਰੀਆਂ ਗੱਲਾਂ ਬਾਤਾਂ ਵੀ ਆਹ ਚੀਜ਼ ਇੱਦਾਂ ਹੈ ਜੀ, ਇਹਦਾ ਕੋਈ ਨਾ ਕੋਈ ਹੱਲ ਕਰ ਲਓ, ਇਹ ਨਾ ਹੋਵੇ ਵੀ ਕੱਲ੍ਹ ਨੂੰ ਆਪਾਂ ਇੰਨਾ ਕੁ ਖਲਾਰਾ ਪਾ ਲਈਏ ਵੀ ਬਾਅਦ 'ਚ ਇਕੱਠਾ ਨਾ ਹੋਵੇ ਆਪਣੇ ਕੋਲ। ਮੇਰੇ ਖਿਆਲ ਨਾਲ ਹੁਣ ਜੇ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਆ ਪਿਛਲੇ ਦਿਨਾਂ ਤੋਂ ਰੋਸ ਜ਼ਾਹਰ ਕਰਦੀਆਂ ਆਉਂਦੀਆਂ ਜਾਂ ਹੁਣ ਵੀ ਜਿਹੜੀਆਂ ਡਿਮਾਂਡ ਕਰਦੀਆਂ ਵੀ ਆਹ ਚੀਜ਼ ਨਹੀਂ ਹੋਣੀ ਚਾਹੀਦੀ ਹੈ, ਤੇ ਰੋਕ ਲੱਗੇ, ਇੱਥੇ ਰੋਕ ਲੱਗੇ, ਥੋੜ੍ਹਾ ਜਿਹਾ ਕਦੀ ਕਦਾਈ ਰਾਜਨੀਤੀ ਤੋਂ ਪਾਸੇ ਹਟ ਕੇ ਇਹ ਸੋਚ ਕੇ ਵੀ ਯਾਰ ਇਹਦੇ 'ਚ ਕੋਈ ਭਲਾ ਹੈ, ਚਾਹੇ ਪੰਜਾਬ ਦਾ ਹੈ, ਚਾਹੇ ਦੇਸ਼ ਦਾ ਹੈ, ਜਾਂ ਪੰਜਾਬੀ ਲੋਕਾਂ ਦਾ ਹੈ, ਜਾਂ ਆਮ ਲੋਕਾਂ ਦਾ ਹੈ, ਕੋਈ ਨਾ ਕੋਈ ਸਟੈਪ ਜ਼ਰੂਰ ਚੱਕਿਆ ਜਾਣਾ ਚਾਹੀਦਾ ਵੀ ਯਾਰ ਇੱਥੋਂ ਹੋ ਸਕਦਾ ਵੀ ਉਹ ਗੱਲ ਕਿੱਥੋਂ ਸ਼ੁਰੂ ਹੋਈ ਹੋਵੇ, ਕਿਹੜੇ ਅਫਸਰ ਦੀ ਗੱਲ ਹੋਵੇ, ਕਿਹੜੇ ਅਧਿਕਾਰੀ ਦੀ ਗੱਲ ਹੋਵੇ, ਉਹਨਾਂ ਨੂੰ ਲੱਗਦਾ ਹੋ ਵੀ ਯਾਰ ਇਸ ਤਰ੍ਹਾਂ ਕਰਕੇ ਸਾਡਾ ਸਿਸਟਮ ਠੀਕ ਚੱਲਦਾ, ਪਰ ਉਹਨਾਂ ਦੇ ਇੱਕ ਸਿਸਟਮ ਦੇ ਠੀਕ ਚੱਲਣ ਦੇ ਨਾਲ ਜੇ ਕੁਝ ਹੋਰ ਗਲਤ ਹੋ ਰਿਹਾ ਤੇ ਉਹ ਸਿਸਟਮ 'ਚ ਵੀ ਇੱਕ ਵਾਰ ਝਾਤ ਮਾਰ ਲੈਣੀ ਚਾਹੀਦੀ। ਸੋ ਮੈਨੂੰ ਲੱਗਦਾ ਵੀ ਉਹ ਗੱਲ ਉਹਨਾਂ ਦੀ ਗੱਲ ਜਿਹੜੀ ਇੱਥੇ ਚੱਲੀ ਆ ਉਹ ਦਿੱਲੀ ਤੱਕ ਵੀ ਜਾਊਗੀ, ਕਿਉਂਕਿ ਪੰਜਾਬ ਦਾ ਮਸਲਾ ਤਾਂ ਹੈ ਨਹੀਂ, ਇਹ ਤਾਂ ਕੇਂਦਰ ਦੇ ਨਾਲ ਵੀ ਰਿਲੇਟਡ ਹੈਗਾ। ਸੋ ਇਹਦਾ ਹੱਲ ਜ਼ਰੂਰ ਹੋਵੇ, ਕਿਉਂਕਿ ਜੇ ਤੇ ਬ੍ਰੇਕ ਨਾ ਲੱਗੀ ਤੇ ਫਿਰ ਤੰਗ ਤੇ ਆਮ ਲੋਕਾਂ ਹੋਣਾ। ਨਹੀਂ, ਆਮ ਲੋਕਾਂ ਨੇ ਹੋਣਾ। ਸੰਧਾਲੀਆ ਸਾਹਿਬ, ਜੇ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ 1% ਵੀ ਰੋਲ ਜੇਲ੍ਹ ਦੇ ਵਿੱਚ ਬੈਠੇ ਕਿਸੇ ਬੰਦੇ ਦਾ ਰਿਹਾ ਤੇ ਉਹ ਮੋਬਾਈਲ ਦੇ ਉੱਤੇ ਸਾਰੇ ਆਪਰੇਸ਼ਨ ਨੂੰ ਹੈਂਡਲ ਕਰਦਾ ਰਿਹਾ ਹੋਇਆ, ਫਿਰ ਤੁਸੀਂ ਦੇਖੋ ਕਿ ਅਸੀਂ ਨੁਕਸਾਨ ਕਿੰਨਾ ਕਰਾਇਆ ਨਾ। ਇਹਦੇ ਤੋਂ ਬਿਨਾਂ ਮੈਨੂੰ ਐਂ ਲੱਗਦਾ ਕਿ ਬਹੁਤ ਸਾਰੇ ਕੇਸ ਹੋਣੇ ਆ ਜਿਹੜੇ ਕਦੇ ਰਜਿਸਟਰਡ ਹੀ ਨਹੀਂ ਹੁੰਦੇ। ਜੇਲ੍ਹ ਦੇ ਵਿੱਚੋਂ ਫਰੌਤੀ ਦਾ ਫੋਨ ਆ ਗਿਆ, ਜੇਲ੍ਹ ਦੇ ਵਿੱਚੋਂ ਕੁਝ ਹੋਰ ਕਰਾਤਾ, ਤੇ ਉਹ ਸਾਰਾ ਫਿਰ ਸਿੱਟਾ। ਤੇ ਇਹਦਾ ਮਤਲਬ ਹੈ ਕਿ ਐਸ ਇੱਕ ਗਤੀਵਿਧੀ ਦੇ ਕਰਕੇ ਨਿਕਲਦਾ ਨਾ ਕਿ ਭਾਈ ਕੋਈ ਗੱਲ ਨਹੀਂ, ਮਾੜਾ ਮੋਟਾ ਕਲੂ ਮਿਲਣਾ, ਪਤਾ ਲੱਗਣਾ ਚਾਹੀਦਾ। ਹੁਣ ਇਹ ਵੀ ਗੱਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਤਾਂ ਇਹ ਹਿੰਮਤ ਕੀਤੀ ਹੈ, ਕਿੰਨੀ ਕੁ ਸਹੀ ਕੀਤੀ ਹੈ, ਕਿੰਨੀ ਗਲਤ ਬਾਅਦ ਦੀ ਗੱਲ ਹੈ, ਪਰ ਮੈਨੂੰ ਲੱਗਦਾ ਬਾਕੀ ਬੰਦੇ ਕਿਉਂ ਚੁੱਪ ਨੇ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੰਦੇ ਟਾਈਮ ਬੇਟਾਈਮ ਰਹਿ ਕੇ ਆਏ ਆ ਜਾਂ ਕੁਝ ਹੈਗੇ ਆ, ਆਪਾਂ ਨੂੰ ਪਤਾ ਹੈ। ਉਹ ਕਈ ਵਿੱਚੋਂ ਗੱਲ ਵੀ ਕਰਦੇ ਹੁੰਦੇ ਆ। ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚੋਂ ਆਏ ਸੀ। ਤੁਸੀਂ ਦੇਖੋ ਕਿ ਸਿਸਟਮ 'ਚ ਕਿੰਨੀਆਂ ਘਾਟਾਂ ਨੇ। ਉਹ ਕਹਿੰਦੇ ਜੀ ਬੜੇ ਬੰਦੇ ਆ ਜਿਹਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਹੋ ਗਈਆਂ, ਉਹਨਾਂ ਦੇ ਕੋਲੇ ਦੇਣ ਨੂੰ ਜ਼ਮਾਨਤ ਦੀ ਰਾਸ਼ੀ ਨਹੀਂ ਹੈ, ਉਹਨਾਂ ਦੇ ਕੋਲੇ ਜ਼ਮਾਨਤ ਲੈਣ ਦੇ ਲਈ ਕੋਈ ਜ਼ਮੀਨ ਦੇ ਕਾਗਜ਼ ਪੱਤਰ, ਕੋਈ ਸਿਕਿਉਰਿਟੀ ਰੱਖਣੀ ਹੈ, ਕੋਈ ਸ਼ੋਰਟੀ ਰੱਖਣੀ ਹੈ ਹੀ ਨਹੀਂ। ਮੈਂ ਕਹਿੰਦੇ ਸੀ ਕੋਸ਼ਿਸ਼ ਕਰੂੰਗਾ। ਖਹਿਰਾ ਸਾਹਿਬ ਅੰਦਰ ਰਹਿ ਕੇ ਆਏ ਆ, ਮਜੀਠੀਆ ਸਾਹਿਬ ਅੰਦਰ ਨੇ, ਸਿੱਧੂ ਸਾਹਿਬ ਅੰਦਰ ਨੇ। ਅਸੀਂ ਨਹੀਂ ਕਹਿੰਦੇ ਕਿ ਦੋਸ਼ੀ ਬੰਦੇ ਨੇ ਸਾਰੇ, ਹੋ ਸਕਦਾ ਇਹਨਾਂ ਦੇ ਵਿੱਚੋਂ ਕਿਸੇ ਦੇ ਉੱਤੇ ਦੋਸ਼ ਅੱਗੋਂ ਜਾ ਕੇ ਸਾਬਿਤ ਹੀ ਨਾ ਹੋਵੇ। ਹੋਰ ਬਹੁਤ ਲੀਡਰ ਨੇ ਜਿਹੜੇ ਅੰਦਰੋਂ ਰਹਿ ਕੇ ਕਿਤੇ ਨਾ ਕਿਤੇ ਤਾਂ ਪਤਾ ਲੱਗਦਾ ਹੋਊਗਾ ਕਿ ਅੰਦਰ ਕਿਸ ਤਰੀਕੇ ਨਾਲ ਕਿਹੜੀ ਗੱਲ ਚੱਲਦੀ। ਤੁਸੀਂ ਸੁਧਾਰ ਦੀ ਲਹਿਰ ਚਲਾਓ ਭਾਈ, ਜੇ ਤੁਸੀਂ ਸੁਧਾਰ ਦੀ ਲਹਿਰ ਚਲਾਓਗੇ ਤਾਂ ਠੀਕ ਹੈ, ਜੇ ਨਹੀਂ ਚਲਾਓਗੇ ਤਾਂ ਫਿਰ ਭਾਈ ਗੱਲ ਅੱਗੇ ਪਿੱਛੇ ਹੈ। ਮੈਨੂੰ ਲੱਗਦਾ ਕਿ ਲੀਡਰਸ਼ਿਪ ਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਜੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਗੱਲ ਚੱਕੀ ਹੈ ਤਾਂ ਤੁਸੀਂ ਜਾਂ ਤਾਂ ਉਹਦੇ ਹੱਕ 'ਚ ਆਓ ਤੇ ਜਾਂ ਵਿਰੋਧ ਦੇ ਵਿੱਚ ਆਓ। ਤੁਹਾਡੀ ਚੁੱਪੀ ਖਤਰਨਾਕ ਸਾਬਤ ਹੋ ਜੂਗੀ। ਬਿਲਕੁਲ ਸਹੀ। ਮਤਲਬ ਇਹ ਜ਼ਰੂਰੀ ਹੈ ਕਿ ਇਸ ਵਕਤ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਸਾਰੀਆਂ ਲੀਡਰ ਸਾਹਿਬਾਨਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਸਿਆਸਤ ਇੱਥੇ ਹੀ ਕਰਨੀ ਹੈ, ਕੁਝ ਹੁਣ ਕਰ ਰਹੇ ਨੇ, ਕੁਝ ਕੁਰਸੀ ਤੇ ਨੇ, ਕੁਝ ਨੂੰ ਕੁਰਸੀ ਆਸ ਹੈ ਵੀ ਕੱਲ੍ਹ ਨੂੰ ਮਿਲ ਜਾਣੀ ਹੈ, ਸੋ ਉਹਨਾਂ ਨੂੰ ਜ਼ਰੂਰ ਇੱਥੇ ਹੱਲ ਕਰਨਾ ਚਾਹੀਦਾ। ਦੂਸਰੀ ਗੱਲ ਆਪਾਂ ਕੱਲ੍ਹ ਵੀ ਥੋੜ੍ਹੀ ਜਿਹੀ ਛੇੜੀ ਸੀ ਕਿ ਦਿਨ ਹੁਣ ਵਿੱਚ 2 ਕੁ ਬਚੇ ਨੇ, ਕਿਉਂਕਿ 6 ਤਰੀਕ ਆਖਰੀ ਹੈ। 6 ਤਰੀਕ ਨੂੰ ਨੋਮੀਨੇਸ਼ਨ ਸਾਰਿਆਂ ਨੇ ਫਾਈਲ ਕਰਨੀ ਹੈ ਵੀ ਹਾਂਜੀ ਸੰਗਰੂਰ ਵਾਲੀ ਜਿਹੜੀ ਜ਼ਿਮਨੀ ਚੋਣ ਹੈ ਜੀ ਉਹਦੇ ਲਈ ਕਿਹੜੀ ਪਾਰਟੀ ਦਾ ਕਿਹੜਾ ਕੈਂਡੀਡੇਟ, ਕਿਹੜਾ ਉਮੀਦਵਾਰ ਹੋਊਗਾ, ਤੇ ਉਹ ਇੱਕ ਦਿਨ ਦੇ ਵਿੱਚ ਹੀ ਸਰਗਰਮੀ ਜਿਹੜੀ ਉਹ ਅੱਗੇ ਤੱਕ ਵੱਧ ਗਈ। ਹੁਣ ਇਹਦੇ 'ਚ ਇੱਕ ਤੇ ਪਿਛਲੇ ਦਿਨਾਂ ਬੜੀ ਚਰਚਾ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਭੈਣ ਜੀ ਉਹ ਉੱਥੋਂ ਸ਼ਾਇਦ ਇਲੈਕਸ਼ਨ ਲੜਨਗੇ, ਕਿਉਂਕਿ ਪੋਸਟਰ ਵੀ ਲੱਗੇ ਕਿ ਸਾਡੀ ਭੈਣ ਹੋਵੇਗੀ ਸੰਗਰੂਰ ਦੀ MP, ਹੈ ਨਾ, ਆਪ ਵਲੰਟੀਅਰ ਕਰਕੇ ਬੜੀ ਚਰਚਾ ਚੱਲ ਪਈ। ਹਾਲਾਂਕਿ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਵੀ ਮੈਂ ਇਲੈਕਸ਼ਨ ਲੜਨੀ, ਉਹ ਕਹਿੰਦੇ ਇਹੋ ਜਿਹੀ ਗੱਲ ਕੋਈ ਨਹੀਂ। ਪਰ ਜਦੋਂ ਭਗਵੰਤ ਮਾਨ ਹੋਰਾਂ ਨੇ ਟਵੀਟ ਕਰਕੇ ਕਿਹਾ ਕਿ ਵੀ ਆਹ ਦੇਖੋ ਜੀ ਸਾਡਾ ਇੱਕ ਆਮ ਵਲੰਟੀਅਰ ਪਿੰਡ ਦਾ ਸਰਪੰਚ ਹੈ, ਜ਼ਿਲ੍ਹਾ ਸੰਗਰੂਰ ਤੋਂ ਸਾਡਾ ਇੱਥੋਂ ਦਾ ਉਹ ਪ੍ਰਧਾਨ ਆ, ਕਰਤਾ ਧਰਤਾ, ਤੇ ਉਹਨੂੰ ਅਸੀਂ ਇੱਥੋਂ ਇਲੈਕਸ਼ਨ ਲੜਾਵਾਂਗੇ,
ਉਹਦੇ ਤੋਂ ਬਾਅਦ ਹੀ ਨਾਲ ਦੀ ਨਾਲ ਹੀ ਫਿਰ ਬਾਕੀ ਕੈਂਡੀਡੇਟਾਂ ਦਾ ਵੀ ਚੱਕਰ ਚੱਲ ਗਿਆ। ਮੇਰੇ ਖਿਆਲ ਨਾਲ ਆਹ ਜਿਹੜੀ ਗੱਲ ਪਹਿਲਾਂ ਤਾਂ ਆਪਾਂ ਇੱਥੋਂ ਹੀ ਸ਼ੁਰੂ ਕਰ ਲਈ ਵੀ ਗੁਰਮੇਲ ਸਿੰਘ ਹੋਰਾਂ ਨੂੰ ਇੱਕ ਆਮ ਵਲੰਟੀਅਰ ਨੂੰ ਟਿਕਟ ਦਿੱਤੇ ਜਾਣਾ ਆਮ ਆਦਮੀ ਪਾਰਟੀ ਵੱਲੋਂ, ਇਹ ਵੀ ਮੇਰੇ ਖਿਆਲ ਨਾਲ ਪਿਛਲੇ ਦਿਨਾਂ ਜਿਹੜਾ ਉਹ ਰਾਜ ਸਭਾ ਵਾਲਾ ਚੱਕਰ ਜਿਹਾ ਚੱਲਿਆ ਸੀ ਤੇ ਉਦੋਂ ਰੌਲਾ ਪੈ ਗਿਆ ਸੀ ਵੀ ਕਿੱਧਰ ਤੁਰ ਪਏ ਹੋ, ਉਹਦੇ 'ਤੇ ਥੋੜ੍ਹਾ ਜਿਹਾ ਹੱਲ ਕਰਨ ਦਾ ਕਰਕੇ ਤਾਂ ਕੀਤਾ ਹੋਊਗਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਆ ਕਿ ਜੇ ਭਗਵੰਤ ਮਾਨ ਹੋਰਾਂ ਦੀ ਭੈਣ ਜੀ ਨੂੰ ਟਿਕਟ ਦਿੱਤੀ ਜਾਂਦੀ ਤਾਂ ਜੜੀ ਤੇਲ ਦੇਣ ਵਾਲੀ ਗੱਲ ਸੀ। ਭਾਰਤ ਦੇ ਵਿੱਚ ਟੱਬਰਵਾਦ ਦੀਆਂ ਤਾਂ ਸਾਰੀਆਂ ਉਦਾਹਰਨਾਂ ਹੁੰਦੀਆਂ ਸੀ। ਅਰਵਿੰਦ ਕੇਜਰੀਵਾਲ ਹੋਰਾਂ ਦੇ 2012-13 ਤੋਂ ਤੁਸੀਂ ਭਾਸ਼ਣ ਸੁਣ ਲਓ, ਉਹਨਾਂ ਦੇ ਟਵੀਟ ਪੜ੍ਹ ਲਓ, ਸੋਸ਼ਲ ਮੀਡੀਆ ਦੇ ਉੱਤੇ ਕੀਤੀਆਂ ਉਹਨਾਂ ਦੀਆਂ ਟਿੱਪਣੀਆਂ ਪੜ੍ਹ ਲਓ, ਹਰ ਵਾਰੀ ਇਹੀ ਹੁੰਦਾ ਸੀ ਕਿ ਭਾਈ ਇਹਨਾਂ ਦੇ ਟੱਬਰਾਂ ਦੇ ਕੋਲ ਜ਼ਿਆਦਾ ਲਿਆਕਤ ਹੈ ਕਿ ਹਰ ਇੱਕ ਪਾਰਟੀ ਆਪਣੇ ਟੱਬਰਾਂ ਦੇ ਵਿੱਚ ਟਿਕਟਾਂ ਵੰਡੀ ਜਾਂਦੀ ਹੈ, ਆਮ ਬੰਦੇ ਨੂੰ ਟਿਕਟ ਨਹੀਂ ਦਿੱਤੀ ਜਾਂਦੀ। ਅਸੀਂ ਰਿਕਸ਼ੇ ਵਾਲੇ ਨੂੰ ਟਿਕਟ ਦੇਵਾਂਗੇ, ਅਸੀਂ ਇਹਨੂੰ ਦੇਵਾਂਗੇ, ਸਾਡੇ ਲਈ ਜਿਹੜਾ ਕੰਮ ਕਰੂਗਾ, ਜਿਹੜਾ ਲਿਆਕਤ ਵਾਲਾ ਬੰਦਾ ਹੋਊਗਾ, ਅਸੀਂ ਟਿਕਟਾਂ ਉਹਨੂੰ ਦੇਵਾਂਗੇ। ਤੇ ਜੇ ਉਸ ਚੀਜ਼ ਨੂੰ ਛੱਡ ਕੇ ਇਧਰਲੇ ਪਾਸੇ ਟੱਬਰਵਾਦ ਦਾ ਕੰਮ ਅੱਗੇ ਵਧਾਇਆ ਜਾਂਦਾ ਤੇ ਫਿਰ ਵੈਸੇ ਹੀ ਬਹੁਤ ਟੀਕਾ ਟਿੱਪਣੀ ਹੁੰਦੀ ਹੈ ਕਿ ਭਾਈ ਆਹ ਬਦਲਾਅ ਲਿਆਉਣਾ ਸੀ, ਆਹ ਕੁਛ ਕਰਨਾ ਸੀ। ਇਹ ਫੈਸਲਾ ਆਮ ਆਦਮੀ ਪਾਰਟੀ ਨੇ ਜੇ ਨਹੀਂ ਕੀਤਾ, ਮੈਂ ਨਹੀਂ ਕਹਿੰਦਾ ਪੰਜਾਬ ਨੂੰ ਕੋਈ ਫਾਇਦਾ ਹੋਇਆ, ਪਰ ਆਮ ਆਦਮੀ ਪਾਰਟੀ ਨੇ ਆਪਣਾ ਨੁਕਸਾਨ ਬਚਾ ਲਿਆ। ਦੂਸਰੀ ਗੱਲ, ਹੁਣ ਗੁਰਮੇਲ ਸਿੰਘ ਹੋਰਾਂ ਦਾ ਨਾਂ ਕੌਣ ਜਾਣਦਾ? ਸੰਗਰੂਰ 'ਚ ਸਾਰੇ ਜਾਣਦੇ ਹੋਣਗੇ, ਮੈਂ ਨਹੀਂ ਕਹਿੰਦਾ ਨਹੀਂ ਜਾਣਦਾ, ਪਰ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਤੋਂ ਬਾਹਰ ਕਿਸੇ ਨੂੰ ਉਹਨਾਂ ਦਾ ਨਾਂ ਨਹੀਂ ਪਤਾ। ਤੇ 2013 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਹੋਂਦ 'ਚ ਆਈ ਹੈ। ਉਹ ਕਿੱਦਾਂ ਦੇ ਬੰਦੇ ਨੇ, ਪਿਛੋਕੜ ਉਹਨਾਂ ਦਾ ਕੀ ਹੈ, ਕਿੰਨੇ ਕੁ ਵਧੀਆ ਕੰਮ ਉਹਨਾਂ ਨੇ ਕੀਤੇ ਨੇ, ਕਿੰਨੇ ਕੁ ਮਾੜੇ ਕੰਮ ਕੀਤੇ ਆ। ਉਮੀਦਵਾਰ ਬਣ ਗਏ, ਹੁਣ ਲੋਕਾਂ ਨੇ ਸਾਰੇ ਹੀ ਸਾਹਮਣੇ ਲੈ ਆਉਣੇ। ਪਰ 9 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਹੋਂਦ 'ਚ ਆਈ ਹੈ, ਗੁਰਮੇਲ ਸਿੰਘ ਘਰਾਂਚੋ ਉਦੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਪਹਿਲਾਂ ਬਲਾਕ ਦੇ ਇੰਚਾਰਜ ਬਣੇ, ਉਹਦੇ ਤੋਂ ਬਾਅਦ ਵੱਖ-ਵੱਖ ਅਹੁਦਿਆਂ ਤੇ ਗਏ। ਅੱਜ ਕੱਲ ਉਹ ਜ਼ਿਲ੍ਹੇ ਦੇ ਇੰਚਾਰਜ ਨੇ ਕਿ ਸੰਗਰੂਰ ਜ਼ਿਲ੍ਹਾ ਹੈ ਤੇ ਉਹਦੀ ਇੰਚਾਰਜੀ ਉਹਨਾਂ ਦੇ ਕੋਲ ਹੈ। ਤੇ ਜੇ 2013 ਤੋਂ ਸਰਗਰਮ ਨੇ ਤੇ ਇਹਦਾ ਮਤਲਬ ਹੈ 14 ਵਾਲੀ ਇਲੈਕਸ਼ਨ 'ਚ ਵੀ ਉਹ ਕੰਮ ਕਰਦੇ ਹੋਣਗੇ, ਫਿਰ 2019 ਵਾਲੀ ਚੋਣ 'ਚ ਵੀ ਉਹਨਾਂ ਨੇ ਕੰਮ ਕੀਤਾ ਹੋਊਗਾ, ਫਿਰ 2017 ਵਾਲੀ ਪੰਜਾਬ ਵਿਧਾਨ ਸਭਾ ਚੋਣ 'ਚ ਵੀ ਕੰਮ ਕੀਤਾ ਹੋਊਗਾ, ਆ 2022 ਵਾਲੀ ਪੰਜਾਬ ਵਿਧਾਨ ਸਭਾ ਚੋਣ 'ਚ ਵੀ ਕੰਮ ਕੀਤਾ ਹੋਊਗਾ। ਤੇ ਇਹ ਵੀ ਮੰਨਿਆ ਜਾਂਦਾ ਕਿ 2008 ਤੋਂ ਹੀ 14 ਸਾਲ ਤੋਂ ਹੀ ਉਹ ਪਲਾਂਟੇਸ਼ਨ ਡਰਾਈਵ ਚਲਾ ਰਹੇ ਹੈ, ਬੂਟੇ ਲਾਉਣ ਦੀ ਮੁਹਿੰਮ ਜਿਹੜੀ ਕਿ ਪੰਜਾਬ ਦੇ ਵਿੱਚ ਲੋੜੀਂਦੀ ਹੈ। ਹੁਣ ਗੁਰਮੇਲ ਸਿੰਘ ਘਰਾਂਚੋ ਪਿੰਡ ਦੇ ਸਰਪੰਚ ਵੀ ਨੇ, ਨੌਜਵਾਨ ਵੀ ਨੇ, ਭਗਵੰਤ ਮਾਨ ਹੋਰਾਂ ਨੇ ਖੁਦ ਕਿਹਾ। ਤੇ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਘੱਟੋ ਘੱਟ ਉਸ ਲੋਕ ਸਭਾ ਹਲਕੇ ਦੇ ਵਲੰਟੀਅਰਾਂ ਨੂੰ ਪਤਾ ਹੋਊਗਾ ਕਿ ਬੰਦਾ ਕੌਣ ਹੈ। ਜੇ ਉਹਨਾਂ ਦੇ ਭੈਣ ਜੀ ਨੂੰ ਟਿਕਟ ਦਿੱਤੀ ਜਾਂਦੀ, ਰੌਲਾ ਤਾਂ ਵੀ ਪੈਣਾ ਸੀ। ਜੇ ਕਿਸੇ ਪੁਲਿਸ ਅਧਿਕਾਰੀ ਨੂੰ ਟਿਕਟ ਦਿੱਤੀ ਜਾਂਦੀ, ਰੌਲਾ ਤਾਂ ਵੀ ਪੈਣਾ ਸੀ। ਜੇ ਇਸ ਤਰੀਕੇ ਭਗਵੰਤ ਮਾਨ ਸਾਹਿਬ ਦੇ ਇੱਕ ਸਾਥੀ ਕਲਾਕਾਰ ਜਿਹੜੇ ਹਾਸਰਸ ਕਲਾਕਾਰ ਨੇ, ਉਹਨਾਂ ਨੂੰ ਟਿਕਟ ਦਿੱਤੀ ਜਾਂਦੀ, ਰੌਲਾ ਤਾਂ ਵੀ ਪੈਣਾ ਸੀ ਕਿ ਵਲੰਟੀਅਰ ਕਿੱਥੇ ਬਈ, ਪਾਰਟੀ ਦੇ ਵਰਕਰ ਕਿੱਥੇ। ਇਹ ਤਾਂ ਹੋਰ ਸਿਆਸੀ ਧਿਰਾਂ ਕਰਦੀਆਂ ਹੁੰਦੀਆਂ ਕਿ ਕਲਾਕਾਰ ਲਿਆ ਕੇ ਸੀਟ ਜਿੱਤ ਲਓ, ਕੋਈ ਖਿਡਾਰੀ ਲਿਆ ਕੇ ਸੀਟ ਜਿੱਤ ਲਓ। ਜੇ ਨਹੀਂ ਜਿੱਤੀ ਜਾਂਦੀ, ਜੇ ਤੁਸੀਂ ਵੀ ਉਸੇ ਕੰਮ ਦੇ ਉੱਤੇ ਆ ਤਾਂ ਫਿਰ ਤੁਹਾਡੇ ਵਲੰਟੀਅਰ ਤੁਹਾਡੇ ਲਈ ਦਰੀਆਂ ਕਿਉਂ ਝਾੜਦੇ ਫਿਰਦੇ ਆ। ਮੈਨੂੰ ਨਹੀਂ ਪਤਾ ਕੋਈ ਲਾਭ ਹੋਇਆ ਕਿ ਨਹੀਂ ਹੋਇਆ, ਪਰ ਇਹ ਫੈਸਲਾ ਕਰਕੇ ਆਮ ਆਦਮੀ ਪਾਰਟੀ ਨੇ ਹਾਲ ਦੀ ਘੜੀ ਆਪਣਾ ਨੁਕਸਾਨ ਜਿਹੜਾ ਉਹ ਜ਼ਰੂਰ ਬਚਾ ਲਿਆ। ਨਹੀਂ, ਇਹ ਗੱਲ ਹੈਗੀ ਆ, ਕਿਉਂਕਿ ਮੇਰੇ ਖਿਆਲ ਨਾਲ ਜਿੱਦਣ ਪੋਸਟਰ ਲੱਗੇ ਸੀ ਜਾਂ ਜਦੋਂ ਰੌਲਾ ਪੈ ਗਿਆ ਸੀਗਾ, ਉਦੋਂ ਤੇ ਲਗਭਗ ਆਮ ਹੀ ਚਰਚਾ ਚੱਲ ਪਈ ਸੀ ਵੀ ਸ਼ਾਇਦ ਸੀਐਮ ਸਾਹਿਬ ਦੇ ਭੈਣ ਜੀ ਹੋਰੀ ਉੱਥੋਂ ਇਲੈਕਸ਼ਨ ਲੜਨਗੇ, ਉਹ ਕੈਂਡੀਡੇਟ ਹੋ ਸਕਦੇ ਆ। ਪਰ ਆਹ ਜਿਹੜੀ ਇੱਕ ਵੱਖਰੀ ਚੀਜ਼ ਆ, ਮੇਰੇ ਖਿਆਲ ਨਾਲ ਚਲੋ ਗੱਲ ਤੁਹਾਡੀ ਠੀਕ ਹੈ ਵੀ ਆਮ ਆਦਮੀ ਪਾਰਟੀ ਨੇ ਆਪਣਾ ਨੁਕਸਾਨ ਬਚਾ ਲਿਆ, ਨਾਲ ਇੱਕ ਸੁਨੇਹਾ ਦੇ ਲਿਆ ਪੂਰੇ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਵੀ ਜਿੱਥੇ ਜਿੱਥੇ ਵੀ ਲੋਕ ਉਹਨਾਂ ਦੇ ਨਾਲ ਜੁੜੇ ਨੇ ਐਜ਼ ਏ ਵਰਕਰ, ਐਜ਼ ਏ ਸਪੋਰਟਰ, ਵੀ ਨਹੀਂ ਯਾਰ ਇਹ ਪਾਰਟੀ ਅਜੇ ਵੀ ਵਰਕਰਾਂ ਨੂੰ ਥਾਂ ਦਿੰਦੀ ਹੈ। ਹੁਣ ਦੂਜੇ ਪਾਸੇ ਗੱਲ ਇਹ ਆ ਵੀ ਸੰਗਰੂਰ ਦੀ ਜ਼ਿਮਨੀ ਚੋਣ ਆ ਤੇ ਜ਼ਿਮਨੀ ਚੋਣ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਐਂਗਲ ਆ ਗਏ, ਜਿਹਦੇ 'ਚੋਂ ਇੱਕ ਐਂਗਲ ਤਾਂ ਇਹ ਸੀਗਾ ਕਿ ਵੀ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੇ ਭੈਣ ਜੀ ਜਿਹੜੇ ਨੇ ਉਹਨਾਂ ਨੂੰ ਕੈਂਡੀਡੇਟ ਬਣਾਉਣ ਦੀ ਗੱਲ ਕੀਤੀ ਸੀ ਉਹਨਾਂ ਪਰਿਵਾਰਾਂ ਵੱਲੋਂ, ਜਿਹੜੇ ਬੰਦੀ ਸਿੱਖਾਂ ਦੇ ਪਰਿਵਾਰ ਨੇ, ਕਿ ਵੀ ਆਓ ਜੀ ਸਾਂਝੇ ਤੌਰ ਦੇ ਉੱਪਰ ਆਪਾਂ ਉਹਨਾਂ ਨੂੰ ਕੈਂਡੀਡੇਟ ਬਣਾਈਏ। ਤੇ ਉਹਨਾਂ ਨੇ ਜਦੋਂ ਜ਼ਿਕਰ ਕੀਤਾ ਉਦੋਂ ਕਹਿੰਦੇ ਵੀ ਮੇਰੇ 'ਚ ਤੇ ਪਹੁੰਚ ਹੈ ਨਹੀਂ ਵੀ ਮੈਂ ਇਲੈਕਸ਼ਨ ਨਹੀਂ ਲੜ ਸਕਦੀ। ਫਿਰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਿਹਾ, ਉਹ ਕਹਿੰਦੇ ਵੀ ਬਾਦਲ ਸਾਹਿਬ ਦੇਖੋ ਗੱਲ ਇਹ ਆ ਵੀ ਪਿਛਲੇ ਦਿਨ ਇੱਕ ਕਮੇਟੀ ਬਣਾਈ ਹੈ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ, ਉਹਨਾਂ ਦੇ ਪਰਿਵਾਰ ਆ ਅਸੀਂ, ਤੇ ਸਾਡੇ ਪਰਿਵਾਰਾਂ ਦੀ ਮੰਗ ਹੈ ਵੀ ਇਹਨਾਂ ਨੂੰ ਸਾਂਝੇ ਤੌਰ ਦੇ ਉੱਪਰ ਜਿਹੜਾ ਹੈ ਉਹ ਉਮੀਦਵਾਰ ਬਣਾਇਆ ਜਾਵੇ। ਉਹ ਜੇ ਚਰਚਾ ਵਿੱਚ ਚੱਲਦੀ ਸੀ ਤੇ ਨੇੜੇ ਜੇ ਚਰਚਾ ਇਹ ਚੱਲ ਪਈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਪਣੇ ਨਾਲ 3 ਹੋਰ ਅਕਾਲੀ ਦਲ ਦੇ ਲੀਡਰ ਸਾਹਿਬਾਨ, SGPC ਪ੍ਰਧਾਨ ਸਾਹਿਬ ਨੂੰ ਲੈ ਕੇ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨੂੰ ਮਿਲਣ ਚਲੇ ਗਏ ਨੇ। ਉੱਥੇ ਉਹਨਾਂ ਦੀ ਮੁਲਾਕਾਤ ਹੋਈ, ਉਸ ਤੋਂ ਬਾਅਦ ਫਿਰ ਤਸਵੀਰ ਵੀ ਸਾਹਮਣੇ ਆ ਗਈ। ਦੇਖੋ ਸੰਧਾਲੀਆ ਸਾਹਿਬ, ਪੰਥਕ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਮੋੜਾ ਆਉਣ ਜਾ ਰਿਹਾ, ਇਹ ਗੱਲ ਕਲੀਅਰ ਹੈ। ਇਹ ਗੱਲ ਉਸ ਕੰਧ ਨੇ, ਮੇਰੇ ਖਿਆਲ ਤੇਜਾ ਸਿੰਘ ਸਮੁੰਦਰੀ ਹਾਲ ਹੀ ਸੀ, ਉਸ ਕੰਧ ਦੇ ਨਾਲ 4 ਜਣਿਆਂ ਦੇ ਢੋਲ ਲੱਗੇ ਸੀ, ਉਦੋਂ ਹੀ ਕਲੀਅਰ ਹੋ ਗਈ ਸੀ ਕਿ ਹੁਣ, ਕਿਉਂਕਿ ਪੰਜਾਬ 'ਚ ਪਹਿਲਾਂ ਕਦੇ ਨਹੀਂ ਹੋਇਆ ਕਿ ਕਾਂਗਰਸ ਤੇ ਅਕਾਲੀ ਦਲ ਤੋਂ ਬਿਨਾਂ ਕਿਸੇ ਦੀ ਸਰਕਾਰ ਹੋਵੇ।
ਇਹ ਪਹਿਲੀ ਵਾਰ ਹੋਇਆ ਕਿ ਇਹ ਦੋ ਵੱਡੀਆਂ ਧਿਰਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਵਾਰੋ-ਵਾਰੀ ਰਾਜ ਕਰਦੀਆਂ ਸੀ, ਉਹਦੇ ਤੋਂ ਬਿਨਾਂ ਕੋਈ ਤੀਸਰੀ ਧਿਰ 10-11 ਸਾਲਾਂ ਦੇ ਵਿੱਚ ਹੀ ਆਪਦੀ ਸਰਕਾਰ ਬਣਾ ਜਾਏ, ਤੇ ਉਹ ਵੀ 92 ਸੀਟਾਂ ਦੇ ਪ੍ਰਚੰਡ ਬਹੁਮਤ ਦੇ ਨਾਲ। ਉਹਦੇ ਤੋਂ ਬਾਅਦ ਲੀਡਰਸ਼ਿਪ ਨੂੰ ਕੁਛ ਨਾ ਕੁਛ ਦੇਖਣਾ ਹੀ ਪੈਣਾ ਸੀ। ਸਰਨਾ ਸਾਹਿਬ, ਜੀਕੇ ਸਾਹਿਬ, ਕਾਲਕਾ ਸਾਹਿਬ ਤਿੰਨੋਂ ਦਿੱਲੀ ਦੇ ਨੇ, ਹੈ ਅਕਾਲੀ ਨੇ, ਉਹ ਤਿੰਨੋਂ ਬੈਠੇ ਸੀ। ਸਿਮਰਨਜੀਤ ਸਿੰਘ ਮਾਨ ਸਾਹਿਬ, ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ, ਉਹ ਵੀ ਬੈਠੇ। ਸਗੋਂ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਮਾਨ ਸਾਹਿਬ ਨਾਲੋਂ ਨਾਲ ਬੈਠੇ ਸੀ। ਚਲੋ ਉਹਦੇ ਤੋਂ ਬਾਅਦ ਫਿਰ ਜਦੋਂ ਗੱਲ ਚੱਲੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਇਕੱਠੇ ਹੋਣਾ, ਇੱਕੋ ਕਮੇਟੀ 'ਚ ਨੇ ਸਾਰੇ। ਜਦੋਂ ਇੱਕੋ ਕਮੇਟੀ 'ਚ ਨੇ, ਉਹਦੇ ਤੋਂ ਬਾਅਦ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਪਹਿਲ ਕਦਮੀ ਕੀਤੀ ਸੀ ਕਿ ਸੰਗਰੂਰ ਵਾਲੀ ਚੋਣ ਦੇ ਵਿੱਚ ਉਹਨਾਂ ਨੇ ਆਪਣੀ ਕੋਰ ਕਮੇਟੀ ਦੀ ਬੈਠਕ ਕੀਤੀ, ਤੁਹਾਨੂੰ ਯਾਦ ਹੋਣਾ। ਤੇ ਬੈਠਕ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਨੇ ਕਿਹਾ ਸੀ ਕਿ ਦੇਖੋ ਜੀ, ਪੰਥਕ ਧਿਰਾਂ ਨੂੰ ਇਕੱਠੇ ਕਰਨਾ, ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਸਾਰੇ ਸਿਆਸੀ ਗਿਲੇ ਸ਼ਿਕਵੇ ਪਰੇ ਰੱਖ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਇੱਕ ਸਾਂਝਾ ਉਮੀਦਵਾਰ ਖੜਾ ਕਰੀਏ ਤਾਂ ਜੋ ਵਧੀਆ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਆਪਾਂ ਮਾਹੌਲ ਵੀ ਤਿਆਰ ਕਰੀਏ ਤੇ ਇਲੈਕਸ਼ਨ ਵਾਲਾ ਕੰਮ ਵੀ ਨਿਬੜ ਜਾਏ। ਪਰ ਇਸ ਗੱਲ ਦੀ, ਕਿਉਂਕਿ ਜਦੋਂ ਬੀਬੀ ਕਮਲਦੀਪ ਹੋਰਾਂ ਦਾ ਮਸਲਾ ਆ ਗਿਆ, ਰਾਜੋਆਣ ਸਾਹਿਬ ਦੀ ਭੈਣ ਦਾ, ਉਦੋਂ ਲੱਗਦਾ ਸੀ ਕਿ ਮਾਨ ਸਾਹਿਬ ਵੀ ਖੜੇ ਨੇ, ਕਿਉਂਕਿ ਉਹਨਾਂ ਨੇ ਆਪੇ ਐਲਾਨ ਕਰਤਾ ਸੀ। ਮਾਨ ਸਾਹਿਬ ਵੀ ਖੜੇ ਨੇ, ਬੀਬੀ ਜੀ ਵੀ ਖੜੇ ਹੋ ਗਏ, ਪਰ ਬੀਬੀ ਜੀ ਨੇ ਕਹਤਾ ਮੇਰੀਆਂ ਘਰੇਲੂ ਮਜਬੂਰੀਆਂ ਨੇ, ਮੈਂ ਇਲੈਕਸ਼ਨ ਨਹੀਂ ਲੜਨੀ। ਫਿਰ ਗੱਲ ਉਧਰਲੇ ਪਾਸੇ ਆ ਗਈ, ਇਕੱਲੇ ਮਾਨ ਸਾਹਿਬ ਹੀ ਰਹਿ ਗਏ ਪੰਥਕ ਧਿਰਾਂ ਦੇ ਵਿੱਚੋਂ। ਹੁਣ ਅਚਾਨਕ ਸੁਖਬੀਰ ਸਿੰਘ ਬਾਦਲ ਸਾਹਿਬ, ਭੂੰਦੜ ਸਾਹਿਬ, ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ, ਇਹ ਸਾਰੇ ਜਾਣੀ ਅਕਾਲੀ ਦਲ ਬਾਦਲ ਦੇ ਵੱਡੇ ਲੀਡਰ ਨੇ, ਇਹੀ ਕਰਤਾ ਧਰਤਾ ਨੇ। ਜਦੋਂ ਉਹ ਜਾਂਦੇ ਆ, ਮੂਹਰੇ ਸਿਮਰਨਜੀਤ ਸਿੰਘ ਮਾਨ ਸਾਹਿਬ ਖੜੇ ਨੇ, ਨਾਲ ਜਸਕਰਨ ਸਿੰਘ ਕਾਹਨਵਾਲਾ ਸਾਹਿਬ ਖੜੇ ਨੇ। ਤਸਵੀਰ ਜਿਹੜੀ ਸਾਂਝੀ ਆਈ ਹੈ, ਦੇਖੋ ਲੈ ਦੇ ਕੇ ਚਰਚਾ ਤੇ ਇਸੇ ਗੱਲ ਦੇ ਉੱਤੇ ਹੋਣੀ ਹੈ ਨਾ ਕਿ ਆਪਾਂ ਸੰਗਰੂਰ ਤੋਂ ਸਾਂਝਾ ਉਮੀਦਵਾਰ ਖੜਾ ਕਰੀਏ, ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰੀਏ। ਦੇਖੋ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਉਹ ਵੱਖਰੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ, ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਮਸਲਿਆਂ ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਦੇ ਵਿੱਚ ਦਖਲ ਅੰਦਾਜ਼ੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਦੇ ਰਹੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਹੁਣ ਜਿਸ ਤਰੀਕੇ ਮਾਨ ਸਾਹਿਬ ਖੁਸ਼ ਸੀ ਤਸਵੀਰ ਦੇ ਵਿੱਚ, ਉਹ ਫੋਟੋ ਆ ਗਈ ਹੈ ਤੇ ਉਹਦੇ ਵਿੱਚ ਵਿਚਾਰਾਂ ਕੀ ਹੋਈਆਂ ਸਾਨੂੰ ਨਹੀਂ ਪਤਾ, ਪਰ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸੰਗਰੂਰ ਦੀ ਚੋਣ ਦੇ ਵਿੱਚ ਡਟਵਾਂ ਮੁਕਾਬਲਾ ਦੇਣ ਦੇ ਲਈ ਪੰਥਕ ਧਿਰਾਂ ਦਾ ਇੱਕ ਉਮੀਦਵਾਰ ਸਾਂਝਾ ਹੋ ਸਕਦਾ, ਹੋਏਗਾ ਕੌਣ ਇਹ ਨਹੀਂ ਪਤਾ। ਮਤਲਬ ਇਹ ਇੱਕ ਚਰਚਾ ਚੱਲ ਪਈ ਵੀ ਇਹਦੇ 'ਚ ਆਪਾਂ ਇਹ ਵੀ ਜ਼ਿਕਰ ਕਰਦੀ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਦੇ ਧੜੇ ਨੇ ਪਿਛਲੇ ਦਿਨ ਵੀ ਕਲੀਅਰ ਕੀਤਾ ਸੀ, ਉਹਨਾਂ ਨੇ ਆਪ ਵੀ ਕਿਹਾ ਸੀ ਵੀ ਮਰਹੂਮ ਸਿੱਧੂ ਮੂਸੇਵਾਲਾ ਸਾਹਿਬ, ਉਹਨਾਂ ਦੀ ਗੱਲਬਾਤ ਹੋਈ ਸੀ ਤੇ ਉਹਨਾਂ ਨੂੰ ਕਿਹਾ ਸੀ ਵੀ ਬਾਪੂ ਜੀ ਮੈਂ ਤੁਹਾਡੀ ਸਪੋਰਟ ਕਰੂੰ। ਹੁਣ ਇਹ ਜਿਹੜੀ ਗੱਲ ਸੀਗੀ, ਉਹਨਾਂ ਨੂੰ ਉਸ ਤੋਂ ਬਾਅਦ ਇੱਕ ਚਰਚਾ ਚੱਲ ਪਈ ਵੀ ਸਿੱਧੂ ਮੂਸੇਵਾਲਾ ਵੀ ਚਾਹੁੰਦਾ ਸੀ ਵੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਇੱਥੋਂ ਆਪਾਂ ਜਿਤਾਈਏ। ਹੁਣ ਉਹਦੇ ਵਿੱਚ ਹੀ ਕਿਉਂਕਿ ਮੂਸੇਵਾਲਾ ਹੋਰੀ ਕਾਂਗਰਸ ਪਾਰਟੀ ਸੀਗੇ, ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ, ਉਹਨਾਂ ਨੇ ਵੀ ਮੀਟਿੰਗ ਕੀਤੀ, ਉੱਥੇ ਉਹਨਾਂ ਨੇ ਵੀ ਜ਼ਿਕਰ ਕੀਤਾ। ਉਹ ਕਹਿੰਦੇ ਵੀ ਅਸੀਂ ਵੀ ਸੋਚਦੇ ਸੀ ਵੀ ਹਾਲਾਂਕਿ ਚਲੋ ਵਿਧਾਨ ਸਭਾ ਇਲੈਕਸ਼ਨ 'ਚ ਸਿੱਧੂ ਮੂਸੇਵਾਲਾ ਨਹੀਂ ਜਿੱਤ ਸਕੇ, ਵੀ ਉਹਨਾਂ ਨੂੰ ਆਪਾਂ ਸੰਗਰੂਰ ਤੋਂ ਜਿਹੜੀ MP ਵਾਲੀ ਜ਼ਿਮਨੀ ਚੋਣ ਹੋਣੀ ਇਹਦੇ ਲਈ ਕੈਂਡੀਡੇਟ ਬਣਾਵਾਂਗੇ। ਪਰ ਇਸੇ ਦੌਰਾਨ ਹੀ ਕਹਿੰਦੇ ਆ ਸਾਰਾ ਕੁਝ ਹੋ ਗਿਆ। ਉਹ ਕਹਿੰਦੇ ਵੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਵੀ ਅਸੀਂ ਮੰਨਦੇ ਹਾਂ ਵੀ ਰਾਜਨੀਤਿਕ ਕਤਲ ਵੀ ਹੈਗਾ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸੇ ਦੇ ਦੌਰਾਨ ਹੀ ਸਰਦਾਰਾ ਸਿੰਘ ਜੌਹਲ ਸਾਹਿਬ ਵੱਲੋਂ ਇੱਕ ਵਿਚਾਰ ਆਉਂਦਾ, ਉਹ ਕਹਿੰਦੇ ਆ ਕਿ ਕਿਉਂਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਪਿਤਾ ਜੀ, ਕਿਉਂਕਿ ਸਾਰਿਆਂ ਨੇ ਦੇਖਿਆ, ਉਹ ਕਹਿੰਦੇ ਵੀ ਇਸ ਮੌਕੇ 'ਤੇ ਉਹ ਚਾਹੁੰਦੇ ਨੇ ਕਿ ਵੀ ਉਹਨਾਂ ਨੂੰ ਨਿਰਵਿਰੋਧ ਜਿਹੜਾ ਹੈ ਇੱਥੋਂ ਕੈਂਡੀਡੇਟ ਬਣਾਇਆ ਜਾਵੇ, MP ਬਣਾਇਆ ਜਾਵੇ, ਕਿਉਂਕਿ ਇਲੈਕਸ਼ਨ 'ਤੇ ਉਹ ਲੜ ਨਹੀਂ ਸਕਦੇ। ਸਾਰੀਆਂ ਪਾਰਟੀਆਂ ਉਹਨਾਂ ਨੂੰ ਸਪੋਰਟ ਕਰਨ ਤੇ ਆਪਾਂ ਉਹਨਾਂ ਨੂੰ MP ਬਣਾਈਏ। ਇਹ ਚਰਚਾ ਜੇ ਚੱਲੀ ਆ, ਨਾਲ ਦੀ ਨਾਲ ਹੀ ਰਾਜਾ ਵੜਿੰਗ ਸਾਹਿਬ ਨੇ ਵੀ ਕਹਿ ਤਾ, ਉਹ ਕਹਿੰਦੇ ਵੀ ਠੀਕ ਹੈ ਜੀ ਸਾਡੀ ਪਾਰਟੀ ਵੱਲੋਂ ਅਸੀਂ ਹਮਾਇਤ ਕਰ ਦਾਂਗੇ, ਪਰ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਚੀਜ਼ ਦੀ ਹਮਾਇਤ ਕਰਨ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਨੇ ਬਲਕੌਰ ਸਿੰਘ ਸਿੱਧੂ ਹੋਰੀ, ਉਹਨਾਂ ਨੂੰ ਆਪਾਂ ਕੈਂਡੀਡੇਟ ਬਣਾਈਏ ਇੱਥੋਂ। ਸੰਧਾਲੀਆ ਸਾਹਿਬ ਦੇਖੋ, ਉਸ ਪਰਿਵਾਰ ਦੇ ਨਾਲ ਰੱਜ ਕੇ ਹਮਦਰਦੀ ਆ, ਜਾਣੀ ਜਿਹੜਾ ਹਮਦਰਦੀ ਦਾ ਇੱਕ ਸਿਖਰ ਹੋ ਸਕਦਾ ਉਹ ਆ। 8 ਤਰੀਕ ਨੂੰ ਅੰਤਿਮ ਅਰਦਾਸ ਆ ਤੇ 6 ਤੱਕ ਨਾਮਜ਼ਦਗੀ ਪਰਚੇ ਦਾਖਲ ਕਰਨੇ ਆ। ਚਾਹੇ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਹਮਾਇਤ ਦੇ ਦੇਣ, ਉਹਨਾਂ ਨੂੰ ਫਿਰ ਵੀ ਨਾਮਜ਼ਦਗੀ ਪਰਚੇ ਦਾਖਲ ਕਰਨ ਜਾਣਾ ਪੈਣਾ ਤੇ ਦਸਖਤ ਕਰਨੇ ਪੈਣੇ ਆ, ਚੁੱਲ੍ਹਾ ਟੈਕਸ ਇਹ ਉਹ ਸਾਰਾ ਕੁਛ। ਜਾਣੀ ਮੈਨੂੰ ਸਮਝ ਨਹੀਂ ਆਉਂਦੀ ਕਿ ਡਾਕਟਰ ਸਰਦਾਰਾ ਸਿੰਘ ਜੌਹਲ ਬਹੁਤ ਸਿਆਣੇ ਬੰਦੇ ਨੇ, ਉਹਨਾਂ ਦਾ ਜਿੰਨਾ ਰਿਗਾਰਡ ਕੀਤਾ ਜਾਵੇ ਉਹਨਾਂ ਥੋੜ੍ਹਾ ਹੈ, ਪਰ ਇਸ ਮੌਕੇ ਦੇ ਉੱਤੇ ਆ ਕੇ ਉਸ ਪਰਿਵਾਰ ਨੂੰ ਸਿਆਸਤ ਦੇ ਵਿੱਚ ਲੈ ਕੇ ਜਾਣਾ, ਕਿਉਂਕਿ ਉਹ ਇਨਸਾਫ ਮੰਗਦੇ, ਉਹ ਸੀਟ ਨਹੀਂ ਮੰਗਦੇ, ਨਾ ਉਹ ਪੈਸੇ ਮੰਗਦੇ ਆ, ਨਾ ਐਡਜਸਟਮੈਂਟ ਮੰਗਦੇ ਆ, ਉਹ ਸਿਰਫ ਤੇ ਸਿਰਫ ਇਨਸਾਫ ਮੰਗਦੇ ਆ। ਜੇ ਤਾਂ ਇਦਾਂ ਲੱਗਦਾ ਕਿ ਲੋਕ ਸਭਾ ਦੇ ਉਹਨਾਂ ਨੂੰ ਮੈਂਬਰ ਬਣਾ ਕੇ ਪਰਿਵਾਰ ਨੂੰ ਇਨਸਾਫ ਮਿਲ ਜੂ, ਜਾਂ ਪੰਜਾਬ ਦੇ ਵਿੱਚੋਂ ਆ ਜਿਹੜਾ ਇੱਕ ਤਰ੍ਹਾਂ ਦਾ ਗੈਂਗਸਟਰ ਕਲਚਰ ਹੈ ਉਹ ਖਤਮ ਹੋ ਜੂ, ਫਿਰ 100% ਉਹਨਾਂ ਨੂੰ ਤੋਰਨਾ ਚਾਹੀਦਾ ਜੇ ਪਰਿਵਾਰ ਸਹਿਮਤ ਆ। ਹਾਂ,
ਜੇ ਉਹਨਾਂ ਦੇ ਉੱਤੇ ਨਹੀਂ ਜੀ ਤੁਸੀਂ ਜ਼ਰੂਰ ਬਣੋ, ਨਹੀਂ ਜੀ ਤੁਸੀਂ ਆ ਜ਼ਰੂਰ ਕਰੋ, ਫਿਰ ਸੋਚਣਾ ਵਿਚਾਰਨਾ ਚਾਹੀਦਾ ਕਿ ਭਾਈ ਕੀ ਇਸ ਮੌਕੇ ਦੇ ਉੱਤੇ। ਵੈਸੇ ਹੀ ਇੱਕ ਗੱਲ ਹੈ ਸੰਧਾਲੀਆ ਸਾਹਿਬ, ਆ ਮੁਰੇ ਸਰਦਾਰ ਬਲਕੌਰ ਸਿੰਘ ਹੋਰੀ ਬੈਠੇ ਆ, ਮਾਤਾ ਜੀ ਬੈਠੇ ਆ, 10 ਮਿੰਟ ਹੀ ਬੇਹੋਸ਼ੀ ਹੋ ਜਾਂਦੀ ਆ, 10 ਮਿੰਟ ਹੀ ਦਾ ਚੱਕਰ ਆਉਂਦਾ ਹੀ, ਪੁੱਤ ਦੀ ਫੋਟੋ ਦੇਖਦੇ ਆ। ਉੱਥੇ ਜਾ ਕੇ ਕੋਈ ਵੀ ਬੰਦਾ ਉਹਨਾਂ ਨੂੰ ਕਿਵੇਂ ਗੱਲ ਕਰੂਗਾ, ਸਰਦਾਰ ਸਾਹਿਬ ਤੁਸੀਂ ਆ ਮਾੜੇ ਜਿਹਾ ਕੋਈ ਗੱਲ ਨਹੀਂ ਰਹਿਣ ਦਿਓ, ਘਰੇ ਪਾਠ ਰੱਖਿਆ ਉਹਨਾਂ ਦੇ, ਆਪਾਂ ਬਾਕੀ ਸਾਰਾ ਕੋਈ ਮਾੜਾ ਜਿਹਾ ਸਾਈਨ ਕਰ ਦਿਓ, ਇੱਕ ਨੋਮੀਨੇਸ਼ਨ ਪੇਪਰ ਤੁਹਾਡੇ ਫਾਈਲ ਕਰਨੇ ਆ। ਜਾਣੀ ਕਿਵੇਂ ਕਿਹਾ ਜਾ ਸਕਦਾ। ਵੈਸੇ ਹੀ ਇੱਕ ਗੱਲ ਹੈ, ਜੇ ਕਿਉਂਕਿ ਬਹੁਤ ਸਾਰੀਆਂ ਥਾਵਾਂ ਆਉਣੀਆਂ, ਬਹੁਤ ਕੁਝ ਆਉਣਾ, ਜਿੱਧਰਲੇ ਪਾਸੇ ਨੂੰ ਤੁਰਨਾ ਚਾਹੀਦਾ ਉਧਰਲੇ ਪਾਸੇ ਗੱਲ ਤੋਰੀ ਜਾਵੇ ਤਾਂ ਚੰਗਾ। ਡਾਕਟਰ ਜੌਹਲ ਸਾਹਿਬ ਨੇ ਗੱਲ ਤੋਰੀ, ਵੜਿੰਗ ਸਾਹਿਬ ਨੇ ਅੱਗੋਂ ਕਿਹਾ, ਠੀਕ ਹੈ ਜੀ, ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਹੈ, ਪਰ ਕੌਣ ਕਹੂਗਾ ਜਾ ਕੇ, ਕਿਹੜਾ ਹੌਸਲਾ ਹੋਊਗਾ ਭਾਈ। ਆਪੋ ਆਪਣੇ ਥਾਂ ਦੇ ਉੱਤੇ ਸਾਰੇ ਭੱਜੇ ਫਿਰਦੇ। ਮੈਂ ਸਿਆਸਤਦਾਨ ਦੀ ਗੱਲ ਕਰਦਾ, ਡਾਕਟਰ ਜੌਹਲ ਸਾਹਿਬ ਦੀ ਨਹੀਂ, ਭਾਵੇਂ ਉਹ ਆਮ ਆਦਮੀ ਪਾਰਟੀ ਵਾਲੇ ਆ, ਭਾਜਪਾ ਵਾਲੇ ਆ, ਅਕਾਲੀ ਦਲ ਵਾਲੇ, ਕਾਂਗਰਸ ਵਾਲੇ, ਬੈਜੋ ਧਰਨਾ ਲਾ ਕੇ ਭਾਈ ਤੁਹਾਡੇ ਰੋਟੀ ਦੀ ਬੁਰਕੀ ਲੰਗੀ ਹੈ ਉਦਣ ਦੀ, ਉਹਨਾਂ ਦੇ ਨਹੀਂ ਲੰਗੀ ਹੋਣੀ ਮਾਂ-ਬਾਪ ਦੇ, ਕਿਉਂਕਿ ਤੁਹਾਡੇ ਲਈ ਆਪ ਦੀਆਂ ਸਰਗਰਮੀਆਂ ਨੇ, ਉਹਨਾਂ ਦੇ ਲਈ ਆਪਣਾ ਦੁੱਖ ਆ। ਤੁਹਾਡੇ ਲਈ ਉਹ ਇੱਕ ਸੀਟ ਹੈ, ਉਹਨਾਂ ਦੇ ਲਈ ਉਹ ਪੁੱਤ ਸੀ ਤੇ ਇਕਲੌਤਾ ਸੀ, ਤੇ ਉਹਨਾਂ ਦੇ ਕੋਲੇ ਜੀਣ ਦੀ ਕੋਈ ਚਾਹ ਨਹੀਂ ਹੈ। ਕੱਲ ਲੋਕ ਸਭਾ ਦੇ ਵਿੱਚ ਜਾ ਕੇ ਜੀ ਤੁਸੀਂ ਹੁਣ ਆਹ ਬੋਲੋ ਜੀ, ਤੁਸੀਂ ਹੁਣ ਆਹ ਬੋਲੋ, ਜਾਣੀ ਕਿਤੇ ਨਾ ਕਿਤੇ ਥੋੜਾ ਜਿਹਾ ਸੰਜਮ ਨਾਲ, ਥੋੜਾ ਜਿਹਾ ਸਹਿਜ ਨਾਲ, ਕਿਉਂਕਿ ਵੋਟਾਂ ਲੋਕਾਂ ਨੇ ਪਾਉਣੀਆਂ ਨਾ, ਲੋਕਾਂ ਨੇ ਆਪਣਾ ਪਿਆਰ ਦਿਖਾਤਾ ਹੀ। ਲੋਕ ਅੱਜ ਵੀ ਉਹਨਾਂ ਦੇ ਘਰੇ ਜਾਂਦੇ, ਗੱਡੀ ਰੋਕ ਰੋਕ ਕੇ ਸਿੱਧੂ ਮੂਸੇਵਾਲੇ ਦੇ ਬਣਾਏ ਹੋਏ ਟੈਟੂ ਵਿਖਾਈ ਜਾਂਦੇ ਆ। ਲੋਕ ਸਭਾ ਦੀ ਚੋਣ ਦੇ ਵਿੱਚ ਤਾਂ ਹਾਰ ਜਿੱਤ ਹੋਣੀ ਹੈ, ਐਦਾਂ ਤਾਂ ਲੋਕਾਂ ਦਾ ਪਿਆਰ ਦੱਸਦਾ ਕਿ ਤੁਹਾਡੀ ਲੋਕਾਂ ਦੇ ਪੱਖ ਤੋਂ ਤਾਂ ਜਿੱਤ ਹੀ ਆ ਭਾਈ। ਹੁਣ ਸਾਰੇ ਬੰਦੇ ਉੱਥੇ ਤੁਰੇ ਫਿਰਦੇ ਆ ਤੇ ਫਿਰ ਮੁੜ ਕੇ ਤੁਸੀਂ ਕਹੋਗੇ ਕਿ ਭਾਈ ਆ ਨਹੀਂ ਕੀਤਾ, ਆਪਣੇ ਕੋਲ ਉਦਾਹਰਨ ਹੈ। ਮੈਂ ਇੱਕ ਚੀਜ਼ ਹੋਰ ਇੱਥੇ ਕਹਿਣੀ ਹੈ, ਜਿਹੜੀ ਪੰਥਕ ਰਾਜਨੀਤੀ 'ਚ ਮੋੜੇ ਦੀ ਗੱਲ ਹੈ ਨਾ ਸੰਧਾਲੀਆ ਸਾਹਿਬ, ਸੀਟ ਜਿੱਤਣ ਦਾ ਰੌਲਾ ਨਹੀਂ ਹੈ। ਇਸ ਲਈ ਅਸੀਂ ਨਹੀਂ ਕਹਿੰਦੇ ਕਿਹਨੇ ਜਿੱਤਣੀ ਹੈ। ਗੁਰਮੇਲ ਸਿੰਘ ਹੋਰਾਂ ਦਾ ਕਿੱਧਰ ਨੂੰ ਗੱਲ ਜਾਊ, ਕਿੱਧਰ ਨੂੰ ਨਹੀਂ। ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਕਿੰਨੀਆਂ ਵੋਟਾਂ, ਦੂਜੇ ਨੰਬਰ ਤੇ ਆਏ ਨੇ, ਉਹ ਛੋਟੀ ਗੱਲ ਨਹੀਂ ਹੈ। ਅਮਰਗੜ੍ਹ ਤੋਂ ਚੰਗੀਆਂ ਵੋਟਾਂ ਪਈਆਂ ਉਹਨਾਂ ਨੂੰ, ਬਾਕੀ ਬੰਦੇ ਪਿੱਛੇ ਰਹਿ ਗਏ ਇੱਕ ਨੂੰ ਛੱਡ ਕੇ। ਹੁਣ ਤੁਸੀਂ ਦੇਖੋ ਕਿ ਇਸ ਲਈ ਮੈਨੂੰ ਲੱਗਦਾ ਕਿ ਹੋਂਦ ਬਰਕਰਾਰ ਰੱਖਣ ਦਾ ਸਵਾਲ ਸਭ ਤੋਂ ਵੱਡਾ ਹੈ ਸਾਰੀਆਂ ਬਾਕੀ ਧਿਰਾਂ ਦੇ ਲਈ, ਕਿਉਂਕਿ 92 ਸੀਟਾਂ ਉਹ ਲੈ ਗਏ, ਅਕਾਲੀ ਦਲ ਦੇ ਕੋਲ 3 ਨੇ, ਠੀਕ ਹੈ ਨਾ। ਕਾਂਗਰਸ ਪਾਰਟੀ ਦੇ ਵਿੱਚੋਂ ਕਈ ਬੰਦੇ ਸੱਜੇ ਖੱਬੇ ਕਹਿੰਦੇ ਹੋਣ ਨੂੰ ਫਿਰਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਲਈ ਬਹੁਤ ਵੱਡਾ ਸੰਕਟ ਹੈ। ਦੇਖੋ ਪੰਜਾਬ ਦੀ ਉਹ ਖੇਤਰੀ ਪਾਰਟੀ ਹੈ, ਪੰਜਾਬ ਦੇ ਵਿੱਚ ਕਿਉਂਕਿ ਪੰਜਾਬੀ ਭਾਸ਼ਾ ਹੈ, ਸਾਡੇ ਮੁੱਦੇ ਅੱਡ ਨੇ, ਸਾਨੂੰ ਇੱਕ ਤਕੜੀ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ। ਉਹ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਅਕਾਲੀ ਦਲ ਆਪਣਾ ਰੋਲ ਨਿਭਾਵੇ, ਕੋਈ ਹੋਰ ਨਿਭਾਵੇ ਸਹੀ ਕੋਈ ਨਾ ਕੋਈ ਧਿਰ, ਜਾਣੀ ਉਹਦੇ ਨਾਲ ਪੰਜਾਬ ਦੇ ਮੁੱਦੇ ਹਮੇਸ਼ਾ ਕੇਂਦਰ ਬਿੰਦੂ ਰਹਿਣਗੇ। ਪਰ ਹੋਇਆ ਕੀ ਹੈ, ਹੁਣ ਤੁਸੀਂ ਦੇਖੋ ਕਿ ਅਕਾਲੀ ਦਲ ਦੇ ਲਈ 2014 ਦੀ ਚੋਣ ਸੀ, ਉਸ ਚੋਣ ਦੇ ਵਿੱਚ ਤਕਰੀਬਨ 3.25 ਲੱਖ ਵੋਟਾਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਪਈਆਂ ਸੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ, 3.25 ਲੱਖ ਵੋਟਾਂ, ਤੇ 2 ਲੱਖ ਵੋਟਾਂ ਦੇ ਫਰਕ ਦੇ ਨਾਲ ਭਗਵੰਤ ਮਾਨ ਹੋਰੀ ਜਿੱਤੇ ਸੀ। ਤੇ 5 ਸਾਲਾਂ ਬਾਅਦ 2019 ਦੇ ਵਿੱਚ ਜਦੋਂ ਅਕਾਲੀ ਦਲ ਚੋਣ ਲੜਦਾ ਹੈ, ਉਸੇ ਹੀ ਭਾਜਪਾ ਨਾਲ ਗੱਠਜੋੜ ਹੈ, ਉਸੇ ਢੀਂਡਸਾ ਪਰਿਵਾਰ ਦੇ ਵਿੱਚ ਟਿਕਟ ਦਿੱਤੀ ਗਈ ਹੈ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ, ਤੇ ਵੋਟਾਂ ਅਕਾਲੀ ਦਲ ਦੀਆਂ 5 ਸਾਲਾਂ ਦੇ ਵਿੱਚ 3.25 ਲੱਖ ਤੋਂ ਘਟ ਕੇ 2,63,000 ਰਹਿ ਜਾਂਦੀਆਂ। ਐਤਕੀ ਤਾਂ ਸੁਖਦੇਵ ਸਿੰਘ ਢੀਂਡਸਾ ਵੀ ਨਾਲ ਨਹੀਂ ਹੈਗੇ, ਐਤਕੀ ਤਾਂ ਪਰਮਿੰਦਰ ਸਿੰਘ ਢੀਂਡਸਾ ਵੀ ਨਾਲ ਨਹੀਂ ਹੈਗੇ, ਐਤਕੀ ਭਾਰਤੀ ਜਨਤਾ ਪਾਰਟੀ ਵੀ ਨਾਲ ਨਹੀਂ ਹੈਗੀ। ਇੱਕ ਤਕੜੇ ਮਜ਼ਬੂਤ ਕੈਂਡੀਡੇਟ ਦੀ ਘਾਟ ਸ਼੍ਰੋਮਣੀ ਅਕਾਲੀ ਦਲ ਕੋਲ ਹੈਗੀ ਆ। ਲੀਡਰ ਬਹੁਤ ਨੇ ਉਹਨਾਂ ਦੇ ਕੋਲੇ, ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਖੁਦ ਐਮਪੀ ਨੇ, ਬੀਬੀ ਬਾਦਲ ਖੁਦ ਐਮਪੀ ਨੇ, ਵੱਡੇ ਬਾਦਲ ਸਾਹਿਬ ਤਾਂ ਖੜਨ ਰਹੇ, ਹੋਰ ਕਿਹੜਾ ਲੀਡਰ ਹੈ? ਕਿਉਂਕਿ ਢੀਂਡਸਾ ਪਰਿਵਾਰ ਵੀ ਚਲੇ ਗਿਆ, ਬਰਨਾਲਾ ਪਰਿਵਾਰ ਵੀ ਅਕਾਲੀ ਦਲ 'ਚ ਹੁੰਦਾ ਸੀ, ਉਹ ਵੀ ਬਾਹਰ ਚਲੇ ਗਿਆ, ਭਾਰਤੀ ਜਨਤਾ ਪਾਰਟੀ ਵੀ ਚਲੇਗੀ। ਹੁਣ ਉਸ ਸਥਿਤੀ ਦੇ ਵਿੱਚ ਕਿ ਬੰਦਾ ਤਾਂ ਖੜਾ ਕਰਨ ਨੂੰ ਕੀਤਾ ਜਾ ਸਕਦਾ, ਪਰ ਮੁੜ ਕੇ ਲੋਕਾਂ ਨੇ ਵੋਟਾਂ ਦੀਆਂ ਗਿਣਤੀਆਂ ਦੇਖਣੀਆਂ ਕਿ ਤੁਹਾਡੇ ਬੰਦੇ ਨੂੰ ਵੋਟਾਂ ਕਿੰਨੀਆਂ ਪਈਆਂ, ਉਹ ਬੰਦਾ ਜਿੱਤਿਆ, ਉਹ ਦੂਸਰੇ ਤੇ ਆਇਆ, ਤੀਸਰੇ ਤੇ ਆਇਆ, ਕਿ ਕਿੰਨੀਆਂ ਵੋਟਾਂ ਦੇ ਫਰਕ ਦੇ ਨਾਲ ਪਹਿਲੇ, ਦੂਸਰੇ ਜਾਂ ਤੀਸਰੇ ਤੇ ਆਇਆ। ਕਾਂਗਰਸ ਪਾਰਟੀ ਦੇ ਕੋਲ ਵੀ ਹਾਲਾਤ ਬਹੁਤੇ ਚੰਗੇ ਨਹੀਂ। ਉਹਨਾਂ ਦੇ ਕੋਲ ਤੁਸੀਂ ਦੇਖੋ ਕਿ ਜਦੋਂ 2014 ਚ ਵਿਜੇਂਦਰ ਸਿੰਗਲਾ ਹੋਰੀ, ਉਹਨਾਂ ਦੇ ਕੋਲ ਵੋਟਾਂ 1 ਲੱਖ ਤੇ ਕਿੰਨੀਆਂ ਸੀ, 81,000, ਸਿਟਿੰਗ ਐਮਪੀ ਸੀ ਉਦੋਂ। ਜੇਤੂ ਤੋਂ ਤੀਸਰੇ ਨੰਬਰ ਤੇ ਆ ਗਿਆ, ਜ਼ਮਾਨਤ ਜ਼ਬਤ ਹੋ ਗਈ, 1,81,000 ਰੁਪਈਆ। ਪਿਛਲੇ ਵਾਰ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਸੀ, ਉਹ 3,03,000 ਲੈ ਗਿਆ, ਪਰ ਲੱਖ ਤੋਂ ਵੱਧ ਵੋਟ ਨਾਲ ਹਰੇ ਸੀ, 1,10,000 ਵੋਟ ਨਾਲ। ਹੁਣ ਤਾਂ ਕੇਵਲ ਸਿੰਘ ਢਿੱਲੋਂ ਵੀ ਕਾਂਗਰਸ ਪਾਰਟੀ 'ਚ ਨਹੀਂ ਹੈਗੇ। ਇਹ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੀ ਚਲੇ ਗਏ ਆ, ਸੁਨੀਲ ਜਾਖੜ ਵੀ ਚਲੇ ਗਏ ਆ, ਕਈ ਹੋਰ ਬੰਦੇ ਆਪੋ ਆਪਣੀ ਗੱਠੜੀ ਬੰਨੀ ਫਿਰਦੇ ਆ। ਜੇ ਅੱਜ ਕਾਂਗਰਸ ਪਾਰਟੀ ਵਾਲੇ ਉਧਰਲੇ ਪਾਸੇ ਨੂੰ ਜਾ ਰਹੇ ਨੇ, ਜਾਂ ਪੰਥਕ ਧਿਰਾਂ ਆਪਸ ਵਿੱਚ ਇਦਾਂ ਹੋ ਰਹੀਆਂ, ਹੋਣ ਦਾ ਸਵਾਲ ਹੈ। ਬਹੁਤ ਚੰਗਾ ਗੱਠਜੋੜ ਕਰੋ,
ਪਰ ਕਿਹੜੇ ਮੁੱਦਿਆਂ ਦੇ ਕਰਕੇ ਆਪਾਂ ਪਛੜੇ ਆ, ਪੰਜਾਬ ਦੇ ਬੇਸਿਕ ਮੁੱਦੇ ਕੀ ਨੇ, ਰੋਡ ਮੈਪ ਕੀ ਹੈ, ਉਹ ਸਾਰਾ ਕੁਝ ਸਾਹਮਣੇ ਲਾਉਣਾ ਬਹੁਤ ਜ਼ਰੂਰੀ ਹੈ। ਇੱਕ ਗੱਲ ਤਾਂ ਹੈਗੀ ਆ WhatsApp ਵੀ ਇਸ ਵਕਤ ਜੋ ਕੁਝ ਵੀ ਹੁੰਦਾ ਪਿਆ ਨਾ, ਮੇਰੇ ਖਿਆਲ ਨਾਲ ਆ ਜਿਹੜੀ 29 ਤਰੀਕ ਵਾਲੀ ਘਟਨਾ ਵਾਪਰੀ ਸਿੱਧੂ ਮੂਸੇਵਾਲਾ ਵਾਲੀ, ਇਹਦੇ ਤੋਂ ਪਹਿਲਾਂ ਸਿਆਸਤ ਤੇ ਸਿਆਸਤ ਦੇ ਵਿੱਚ ਜੋੜ ਤੋੜ ਕੁਝ ਹੋਰ ਚੱਲਦਾ ਪਿਆ ਸੀ। ਉਦੋਂ ਤਸਵੀਰਾਂ ਕੁਝ ਹੋਰ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ ਸੀ ਵੀ ਕਿਹੜੀ ਧਿਰ ਕਿਹੜੇ ਪਾਸੇ ਕਿੱਦਾਂ ਖੜੀ ਹੈ, ਕੌਣ ਕਿਹਨੂੰ ਕਿਵੇਂ ਠੇਬੀ ਲਾ ਸਕਦਾ। ਹੋ ਸਕਦਾ ਵੀ ਉਹ ਜੋੜ ਤੋੜ ਜੇ ਆਹ ਘਟਨਾ ਨਾ ਵਾਪਰਦੀ ਤੇ ਸ਼ਾਇਦ ਉਸੇ ਤਰ੍ਹਾਂ ਹੀ ਕੋਈ ਤਸਵੀਰ ਬਣ ਜਾਂਦੀ, ਤੇ ਜੇ ਉਸੇ ਤਰ੍ਹਾਂ ਦੀ ਤਸਵੀਰ ਬਣਦੀ ਤੇ ਸ਼ਾਇਦ ਅਗਲੇ 2024 ਤੱਕ ਦੇ ਜਿਹੜੇ 2 ਸਾਲ ਬਚੇ ਨੇ ਉਹ ਕਿਸੇ ਹੋਰ ਤਰ੍ਹਾਂ ਲੰਘਦੇ ਜੀ। ਪਰ ਗੱਲ ਇਹ ਹੋਈ ਵੀ ਉਹਦੇ ਦੌਰਾਨ ਹੀ ਆ ਇੱਕ ਮਾੜੀ ਘਟਨਾ ਵਾਪਰ ਗਈ ਤੇ ਉਹਦੇ ਤੋਂ ਇਮੀਡੀਏਟਲੀ ਬਾਅਦ ਦੇਖੋ ਗੱਲ ਇਹ ਆ ਵੀ ਹੋ ਸਕਦਾ ਵੀ ਆਮ ਲੋਕਾਂ ਨੂੰ ਹੋਵੇ ਯਾਰ ਇੱਕ ਦਿਨ ਚੜ੍ਹਿਆ, ਦਿਨ ਛਿਪਿਆ, ਫਿਰ ਇੱਕ ਨਵਾਂ ਦਿਨ ਚੜ੍ਹ ਗਿਆ, ਤੇ ਜਿਹੜੇ ਬੰਦਿਆਂ ਨੂੰ ਉਦਣ ਇੱਕ ਨਵੀਂ ਗੱਲ ਦਾ ਪਤਾ ਲੱਗਿਆ, ਕਈਆਂ ਨੂੰ ਦੁੱਖ ਸੀ, ਉਹ ਉੱਥੇ ਪਹੁੰਚੇ ਆਪਣੇ, ਉਸ ਤੋਂ ਬਾਅਦ ਫਿਰ ਕੰਮਾਂ ਧੰਦਿਆਂ 'ਚ ਲੱਗ ਗਏ, ਪਰ ਫਿਰ ਵੀ ਉਹ ਪਰਿਵਾਰ ਜਿਹੜਾ ਹੈ ਉਸੇ ਤਰ੍ਹਾਂ ਦੁੱਖ ਦੀ ਘੜੀ 'ਚ ਡੁੱਬਿਆ। ਪਰ ਮੈਨੂੰ ਲੱਗਦਾ ਵੀ ਸਿਆਸਤ ਕਿਤੇ ਉੱਤੇ ਅਜੇ ਉਦੋਂ ਵੀ ਸਿਆਸਤ ਕਰਦੀ ਸੀ ਤੇ ਸਿਆਸਤ ਹੁਣ ਵੀ ਉੱਤੇ ਉਸੇ ਤਰ੍ਹਾਂ ਸਿਆਸਤ ਕਰੀ ਜਾਂਦੀ। ਹਾਂ ਇੰਨਾ ਜ਼ਰੂਰ ਹੈ ਵੀ ਪਹਿਲਾਂ ਸਿਆਸਤ ਕਿਸੇ ਹੋਰ ਐਂਗਲ ਤੇ ਚੱਲਦੀ ਸੀ, ਹੁਣ ਸਿਆਸਤ ਕਿਸੇ ਹੋਰ ਐਂਗਲ ਤੇ ਚੱਲਦੀ ਹੈ। ਮੇਰੇ ਖਿਆਲ ਨਾਲ ਇਹ ਵੀ ਅਜੇ ਬੜੀ ਕਾਹਲ ਹੋਊਗੀ ਕਹਿਣੀ ਵੀ ਹਾਂਜੀ ਹੁਣ ਕਿਹੜਾ ਐਂਗਲ ਆ। ਲੋਕਾਂ ਨੂੰ ਸਾਰਾ ਕੁਝ ਨਜ਼ਰ ਆ ਰਿਹਾ। 1 2 3 ਦਿਨਾਂ ਦੇ ਵਿੱਚ ਜਦੋਂ ਹੋਰ ਤਸਵੀਰ ਕਲੀਅਰ ਹੋ ਗਈ ਫਿਰ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਲੱਗੇ ਵੀ ਯਾਰ ਗੱਲ ਤਾਂ ਵਾਕਿਆ ਹੀ ਸਹੀ ਆ ਵੀ ਜਿੰਨੇ ਹੰਝੂ ਮਗਰਮੱਛ ਵਾਲੇ ਹੰਝੂ ਕਹਿੰਦੇ ਹੁੰਦੇ ਨੇ, ਜਿੰਨੇ ਮਰਜ਼ੀ ਕਹਿ ਲਓ ਵੀ ਉਹਨੇ ਵਹਾ ਦੇਣਗੇ ਅਗਲੇ, ਅੰਦਰ ਖਾਤੇ ਕਰਨੀ ਉਹਨਾਂ ਨੇ ਸਿਆਸਤ ਹੀ। ਨਹੀਂ, ਸਿਆਸਤ ਦਾ ਹੀ ਮਸਲਾ ਤੁਸੀਂ ਦੇਖੋ, ਜੇ ਸਿਆਸਤ ਨਾ ਕੀਤੀ ਹੁੰਦੀ ਪੰਜਾਬ ਦੇ ਹਾਲਾਤ ਆ ਨਾ ਹੁੰਦੇ, ਫਿਰ ਹਾਲਾਤ ਕੁਛ ਹੋਰ ਹੋਣੇ ਸੀ। ਹੁਣ ਅੱਜ ਇੱਕ ਵੱਡਾ ਮਸਲਾ ਖੜਾ ਹੋ ਸਕਦਾ। ਅਮਿਤ ਸ਼ਾਹ ਜੀ ਜਿਹੜੇ ਕਿ ਕੇਂਦਰ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਨੇ, ਉਹ ਚੰਡੀਗੜ੍ਹ ਆ ਰਹੇ ਆ। ਭਾਰਤੀ ਜਨਤਾ ਪਾਰਟੀ ਦੀਆਂ ਕੁਝ ਬੈਠਕਾਂ ਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ ਹੈ। ਬਲਕੌਰ ਸਿੰਘ ਹੋਰੀ ਸਿੱਧੂ ਮੂਸੇਵਾਲਾ ਹੋਰਾਂ ਦੇ ਪਿਤਾ ਜੀ ਨੇ, ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਸੀ ਉਹਨਾਂ ਨੂੰ। ਅਮਿਤ ਸ਼ਾਹ ਹੋਰਾਂ ਦਾ ਚੰਡੀਗੜ੍ਹ ਆਉਣਾ, ਦੇਸ਼ ਦੇ ਗ੍ਰਹਿ ਮੰਤਰੀ ਨੇ ਮਾਣਯੋਗ ਉਹਨਾਂ ਦਾ ਇੱਥੇ ਆਉਣਾ, ਤੇ ਇੱਕ ਤਾਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਕੌਣ ਹੋਏਗਾ ਸੰਗਰੂਰ ਤੋਂ, ਇਹ ਸਵਾਲ ਹੱਲ ਕਰਨਾ ਪੈਣਾ ਤੇ ਉਹਦੇ ਲਈ ਚਰਚਾ ਹੋਣੀ ਆ। ਪੰਜਾਬ ਦੀ ਲੀਡਰਸ਼ਿਪ ਦੇ ਨਾਲ ਉਹ ਬੈਠ ਕੇ ਚਰਚਾ ਕਰਨਗੇ। ਉਮੀਦ ਹੈ ਕੱਲ੍ਹ ਹੀ ਐਲਾਨ ਹੋ ਜਾਊਗਾ, ਤੇ ਬਹੁਤੀ ਸੰਭਾਵਨਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜੇ ਪਿਛਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਇੱਥੋਂ ਹੀ ਚੋਣ ਲੜੇ ਸੀ ਤੇ 2,63,000 ਵੋਟਾਂ ਲੈ ਗਿਆ ਸੀ। ਉਹਦੇ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਚੋਣ ਲੜੇ ਸੀ, 3.25 ਲੱਖ ਦੇ ਕਰੀਬ ਵੋਟਾਂ ਲੈ ਗਿਆ ਸੀ। ਉਹਦੇ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ MP ਵੀ ਰਹੇ ਨੇ। ਸੋ ਕਹਿਣ ਦਾ ਭਾਵ ਕਿ ਹਲਕੇ ਦੇ ਵਿੱਚ 4 ਵੋਟਾਂ ਉਹਨਾਂ ਦੇ ਕੋਲੇ ਹੈਗੀਆਂ, ਤੇ ਜੇ ਉਹਨਾਂ ਨੂੰ ਭਾਜਪਾ ਉਮੀਦਵਾਰ ਬਣਾ ਦਿੰਦੀ ਹੈ, ਇੱਕ ਗਿਣਨਯੋਗ ਵੋਟਾਂ ਉਹ ਲਿਜਾ ਸਕਦੇ ਆ। ਇੱਕ ਤਾਂ ਇਹਦਾ ਫੈਸਲਾ ਹੋਣ ਦੀ ਸੰਭਾਵਨਾ ਹੈ। ਦੂਸਰਾ, ਸਿੱਧੂ ਮੂਸੇਵਾਲੇ ਹੋਰਾਂ ਦੇ ਕੇਸ ਦੀ ਜਾਂਚ ਪੜਤਾਲ ਪੰਜਾਬ ਸਰਕਾਰ ਕਰਾ ਰਹੀ ਹੈ, ਪਰ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹ ਕੀ ਅਨਾਉਂਸਮੈਂਟ ਕਰ ਜਾਂਦੇ ਆ, ਜੇ ਕਰਦੇ ਆ ਉਸ ਕੇਸ ਦੇ ਵਿੱਚ, ਉਹ ਬਹੁਤ ਮਾਇਨੇ ਰਖਾਊਗੀ। ਤੀਸਰਾ, ਚਰਚਾ ਚੱਲੀ ਜਾਂਦੀ ਹੈ ਕਿ ਪੰਜਾਬ ਕਾਂਗਰਸ ਦੇ ਕਈ ਵੱਡੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਆ। ਤੁਸੀਂ ਦੱਸ ਦਿਓ ਕੌਣ ਨੇ। 2 ਭਾਜਪਾ ਦੇ ਲੀਡਰਾਂ ਨਾਲ ਚਰਚਾ ਚੱਲੀ ਹੈ, ਰਾਣਾ ਗੁਰਮੀਤ ਸੋਢੀ ਹੋਰਾਂ ਦੇ ਨਾਲ। ਉਹ ਕਹਿੰਦੇ ਜੀ ਦੇਖੋ ਜਿੰਨਾ ਕੁ ਤੁਹਾਨੂੰ ਪਤਾ ਉਨਾ ਹੀ ਮੈਨੂੰ ਪਤਾ ਹੈ। ਨਾਲ ਮੋਗੇ ਵਾਲੇ ਸਾਬਕਾ MLA ਡਾਕਟਰ ਹਰਜੋਤ ਕਮਲ ਵੀ ਬੈਠੇ ਸੀ। ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ 2 ਨਹੀਂ, ਸਾਡੇ ਨਾਲ ਕਈ ਸੰਪਰਕ 'ਚ ਨੇ, ਤੇ ਅਕਾਲੀਆਂ ਦੇ ਵੀ ਕਈ ਬੰਦੇ ਸੰਪਰਕ 'ਚ ਨੇ, ਕਾਲੇ ਨੇ ਭਾਰਤੀ ਜਨਤਾ ਪਾਰਟੀ 'ਚ ਆਉਣ ਨੂੰ, ਤੇ ਕਈਆਂ ਦੇ ਕਹਿੰਦੇ ਜੀ ਨਾਂ ਲੈ ਵੀ ਜਾ ਸਕਦੇ ਆ, ਤੇ ਕਈਆਂ ਨੇ ਕਿਹਾ ਜੀ ਅਜੇ ਨਾਂ ਲਿਓ, ਆਪਾਂ ਸਿੱਧੇ ਸ਼ਾਮਲ ਹੀ ਹੋਣਾ। ਇੱਕ ਦਿਨ ਰੁਕ ਜਾਓ ਜੀ, ਕਹਿੰਦੇ ਲੋਕਾਂ ਨੂੰ ਆਸ ਵੱਜੀ ਕਿ ਅਮਿਤ ਸ਼ਾਹ ਜੀ ਆ ਰਹੇ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋ ਸਕਦਾ ਕਿ ਬਹੁਤ ਵੱਡਾ ਸਿਆਸੀ ਤੌਰ ਦੇ ਉੱਤੇ ਪਟਾਕਾ ਪੈ ਜਾਏ। ਕਈ ਵਾਰੀ ਹੁੰਦਾ ਨਾ ਕਿ ਬੋਤਲ ਦੇ ਵਿੱਚ ਆਤਿਸ਼ਬਾਜ਼ੀ ਰੱਖ ਲੈਣੀ, ਆਤਿਸ਼ਬਾਜ਼ੀ ਦੇ ਉੱਪਰ ਕੋਈ ਛੋਟੀ ਜਿਹੀ ਪਲਾਸਟਿਕ ਦੀ ਉਹ ਨਾਲ ਜਾਣੀ ਸ਼ੂ, ਜਾਂ ਬੰਬ ਦੇ ਉੱਪਰ ਡੱਬਾ ਰੱਖ ਦੇਣਾ, ਫੀਤਾ ਬਾਹਰ ਕੱਢ ਦੇਣਾ, ਅੱਗ ਲਾ ਦੇਣੀ, ਤੇ ਉਹ ਬੰਬ ਦਾ ਪਤਾ ਨਹੀਂ ਕਿੰਨਾ ਕੁ ਚੱਲਦਾ ਕਿ ਨਹੀਂ, ਜਾਂ ਡੱਬਾ ਉੜ ਕੇ ਥੱਲੇ ਆਉਂਦਾ ਹੁੰਦਾ। ਹੁਣ ਦੂਜੇ ਪਾਸੇ ਜਨਰਲ ਸਕੱਤਰ ਨੇ ਸੁਭਾਸ਼ ਸ਼ਰਮਾ ਸਾਹਿਬ, ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਨਹੀਂ, ਬੰਦੇ ਜ਼ਰੂਰ ਸ਼ਾਮਲ ਹੋਣਗੇ ਕਹਿੰਦੇ, ਪਰ ਕੱਲ੍ਹ ਨੂੰ ਸ਼ਾਮਲ ਹੋਣ ਦਾ ਕੋਈ ਪ੍ਰੋਗਰਾਮ ਨਹੀਂ। ਕਈ ਲੋਕਾਂ ਨੂੰ ਲੱਗਦਾ ਸੀ ਕਿ ਸਿੱਧੂ ਮੂਸੇਵਾਲੇ ਹੋਰਾਂ ਦੇ ਘਰੇ ਤਾਂ ਨਹੀਂ ਜਾ ਸਕਦੇ, ਉਹ ਕਹਿੰਦੇ ਨਹੀਂ, ਘਰੇ ਨਹੀਂ ਜਾਣਾ, ਅਜੇ ਤੱਕ ਕੋਈ ਪ੍ਰੋਗਰਾਮ ਨਹੀਂ। ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਹਾਰਦਿਕ ਪਟੇਲ ਹੋਰੀ ਗਏ ਨੇ, ਜਿਸ ਤਰੀਕੇ ਦੇ ਨਾਲ ਜਾਖੜ ਸਾਹਿਬ ਗਏ ਨੇ, ਹੋਰ ਕਈ ਸੂਬਿਆਂ 'ਚੋਂ ਲੀਡਰ ਭਾਜਪਾ 'ਚ ਗਏ ਨੇ, ਕੋਈ ਪਤਾ ਨਹੀਂ ਹੁੰਦਾ ਕਿ ਭਾਈ ਕਿਹੜੇ ਵੇਲੇ 5-7 ਬੰਦੇ ਉੱਧਰ ਚਲੇ ਜਾਣ। ਤੇ ਫਿਰ ਮੇਰਾ ਖਿਆਲ ਹੈ ਤੀਸਰੇ ਦਿਨ ਆਪਾਂ ਫਿਰ ਉਹੀ ਕੋਟ ਕਰ ਦਿੰਦੇ ਸਟੇਟਮੈਂਟ, ਜਿਹੜੀ ਮੋਦੀ ਸਾਹਿਬ ਦੀ ਮੈਂ ਪਹਿਲਾਂ ਕਿਹਾ ਸੀ ਵੀ ਉਹ ਤਾਂ ਜਦੋਂ ਦੇ ਆਏ ਨੇ ਉਦੋਂ ਦੇ ਕਹੀ ਜਾਂਦੇ ਵੀ ਕਾਂਗਰਸ ਮੁਕਤ ਭਾਰਤ ਬਣਾਉਣਾ, ਤੇ ਉਸ ਪਾਸੇ ਕੰਮ ਚੱਲੀ ਜਾਂਦਾ। ਪਰ ਇੱਕ ਗੱਲ ਹੈ ਬਾਠ ਸਾਹਿਬ, ਇਹ ਚਲੋ ਜੋ ਵੀ ਚੱਲ ਰਿਹਾ ਇਸ ਵਕਤ, ਜਿਵੇਂ ਵੀ ਚੱਲ ਰਿਹਾ, ਇਹਦੇ 'ਚ ਇੱਕ ਗੱਲ ਤੇ ਪੱਕੀ ਹੋ ਗਈ ਵੀ ਲੀਡਰ ਰਹਿੰਦਾ, ਜਿਹਨੇ ਸਿਆਸਤ ਕਰਨੀ ਉਹਨੇ ਸਿਆਸਤ ਹੀ ਕਰਨੀ। ਹਾਂ, ਉਹਨੂੰ ਲੱਗਦਾ ਵੀ ਹੁਣ ਇਹ ਰਸਤਾ ਜਾਂ ਇਹ ਬੱਸ ਜਾਣੋਂ ਹਟ ਗਈ ਆ, ਤੇ ਕੋਈ ਗੱਲ ਨਹੀਂ, ਉਤਰਾਓ, ਝੋਲਾ ਲਾ ਲਓ, ਅਗਲੀ ਦੀ ਵੇਟ ਕਰ ਲਓ। ਅਗਲੇ ਵੀ 2-3 ਕੰਡਕਟਰ ਆਵਾਜ਼ਾਂ ਮਾਰਦੇ ਨੇ, ਹਾਂ ਬੀਬੀ ਕਿੱਥੇ ਜਾਣਾ, ਉਹ ਬਹਿ ਮਾਤਾ, ਕੋਈ ਗੱਲ ਨਹੀਂ, ਤੈਨੂੰ ਆਪਾਂ ਰਾਹ ਲਾ ਦੇਣਾ।
ਉਸ ਹਿਸਾਬ ਨਾਲ ਇਸ ਵਕਤ ਆਵਾਜ਼ਾਂ ਮਾਰਨ ਵਾਲੀਆਂ ਕੰਪਨੀਆਂ ਵੀ ਬਥੇਰੀਆਂ ਨੇ, ਪਾਰਟੀਆਂ ਬਥੇਰੀਆਂ ਨੇ, ਬੱਸਾਂ ਬਥੇਰੀਆਂ ਨੇ, ਤੇ ਜਿਹੜੀ ਜੇ ਬੱਸ ਹੁਣ ਲੱਗਦੀ ਵੀ ਇਹਦੇ ਹੁਣ ਟਾਇਰ ਪੈਂਚਰ ਹੀ, ਡਰਾਈਵਰ ਦਾ ਪਤਾ ਕੋਈ ਨਹੀਂ, ਲਾਈਟ ਜਗਦੀ ਕੋਈ ਨਹੀਂ, ਤੇ ਬਾਰੀ ਖੜਖੜ ਕਰਦੀ ਹੈ, ਠੀਕ ਹੈ ਨਾ। ਉਹ ਪੁਰਾਣਾ ਜਿਹਾ ਗਾਣਾ ਸੀਗਾ, ਆ ਗਈ ਰੋਡਵੇਜ਼ ਦੀ ਲਾਰੀ ਵਾਲੀ, ਉਸ ਟਾਈਮ ਦੀ ਲਾਰੀ, ਉਹਦੇ 'ਚ ਅਗਲੇ ਉਤਰ ਕੇ ਤੇ ਹੌਲੀ ਹੌਲੀ ਆ ਜਾਂਦੇ ਵੀ ਆਪਾਂ ਹੁਣ ਨਵੀਂ ਬੱਸ ਚੜ੍ਹ ਜਾਣਾ। ਪਰ ਇੱਕ ਗੱਲ ਹੈ, ਪਾਰਟੀ ਬਦਲਣ ਦੇ ਨਾਲ ਨਾਲ ਜੇ ਥੋੜ੍ਹਾ ਥੋੜ੍ਹਾ ਆਪਾਂ ਢੰਗ ਤਰੀਕਾ ਵੀ ਬਦਲ ਲਈਏ ਕੰਮ ਕਰਨ ਦਾ, ਤੇ ਸ਼ਾਇਦ ਕੋਈ ਨਵੀਂ ਚੇਂਜ ਆ ਜਾਵੇ। ਤੇ ਮੈਨੂੰ ਲੱਗਦਾ ਵੀ ਪਿਛਲੇ ਦਿਨਾਂ 'ਚ ਜਿਹੜੇ ਬੰਦੇ ਉੱਥੇ ਗਏ ਨੇ ਉਹਨਾਂ ਨੂੰ ਢੰਗ ਤਰੀਕਾ ਬਦਲਣਾ ਵੀ ਪਿਆ, ਕਿਉਂਕਿ ਜੇ ਆਪਾਂ ਕੱਲ੍ਹ ਵੀ ਜ਼ਿਕਰ ਕਰਦੇ ਸੀ ਵੀ ਉਹ ਪਾਰਟੀ ਇਹ ਕਹਿੰਦੀ ਵੀ ਦੇਖੋ ਜੀ, ਸਾਡੇ 'ਚ ਆਉਣ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਆਸ ਨਹੀਂ ਰੱਖਣੀ ਵੀ ਵੀਰ ਤੈਨੂੰ ਟਿਕਟ ਮਿਲਣੀ, ਦੂਜੀ ਇਹ ਵੀ ਆਸ ਨਹੀਂ ਰੱਖਣੀ ਵੀ ਆਪ ਨੂੰ ਮਿਲ ਗਈ ਤੇ ਪਰਿਵਾਰ 'ਚੋਂ ਗਾਂ ਅਸੀਂ ਟਿਕਟਾਂ ਦੇਵਾਂਗੇ। ਮੈਨੂੰ ਲੱਗਦਾ ਵੀ ਜੇ ਉਹ ਕਹਿੰਦੇ ਵੀ ਅਸੀਂ ਡਿਸਿਪਲਿਨਡ ਪਾਰਟੀ ਆ, ਤੇ ਜੇ ਇਸ ਤਰ੍ਹਾਂ ਹੁਣ ਆਪਾਂ ਨਾਂ ਅਜੇ ਵੀ ਨਹੀਂ ਲੈਂਦੇ, ਜਦੋਂ ਨਾਂ ਸਾਹਮਣੇ ਆ ਜਾਣਗੇ ਉਦੋਂ ਸਾਰੇ ਨਾਂ ਲੈ ਲੈਣਗੇ ਵੀ, ਉਦੋਂ ਮੇਰੇ ਖਿਆਲ ਨਾਲ ਸਾਰਿਆਂ ਨੂੰ ਕਲੀਅਰ ਹੋ ਜਾਊਗਾ ਵੀ ਯਾਰ ਪਿਛਲੀ ਬੱਸ 'ਚ ਠੀਕ ਸੀਗੇ, ਕਿਉਂਕਿ ਸਵਾਰੀ ਦੇ ਨਾਲ ਆਪ ਵੀ ਬੈਠੇ, ਦੋ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਕੋਈ ਜੀ ਆਵੇ ਉਹਨੂੰ ਵੀ ਬਿਠਾ ਲਿਓ, ਜਾਂ ਫਿਰ ਇੱਥੇ ਆਏ ਉਹ ਕਹਿੰਦੇ 2 ਮਿੰਟ ਖੜੇ ਰਹੋ ਜੇ ਨਹੀਂ, ਪਹਿਲਾਂ ਤੁਹਾਨੂੰ ਇੰਜਣ ਤੇ ਪਾਉਣਾ, ਫਿਰ ਤੁਹਾਨੂੰ ਸੀਟ ਤੇ ਪਾਉਣਾ। ਇਹ ਹੁਣ ਟਾਈਮ ਦੱਸੂ। ਮਤਲਬ ਇਹ ਹੋ ਗਿਆ ਵੀ ਆਉਂਦੇ 6 ਮਹੀਨੇ ਇੱਕ ਤੇ ਪੰਜਾਬ 'ਚ ਸਰਕਾਰ ਚੱਲੂ, ਇੱਕ ਫਿਰ ਪੰਜਾਬ ਦੇ ਵਿੱਚ ਸਾਰਾ ਕੁਝ ਚੱਲੂ। ਨਹੀਂ ਚੱਲੀ ਜਾਣਾ ਜੀ। ਇਹ ਦੇਖੋ, ਸਵਾਰੀ ਨੇ ਦੌੜ ਕੇ ਜਾਣੀ ਬੱਸ ਅੱਡੇ ਦੇ ਵਿੱਚ ਇੱਕ ਲੱਗੀ ਹੁੰਦੀ ਆ, ਮੁੜ ਕੇ ਬੰਦੇ ਦੇ ਯਾਰ ਉਹ 'ਚ ਟੀਵੀ ਚੱਲਦਾ ਹੀ, ਉਹ 'ਚ ਪਰਦੇ ਲੱਗੇ, ਚਾਹ ਮੂਹਰਲੀ ਸੀਟ ਖਾਲੀ ਆ, ਇੱਥੇ ਐਵੇਂ ਇੱਧਰਲੇ ਪਾਸੇ ਸ਼ੀਸ਼ੇ ਵਾਲੇ ਪਾਸੇ ਖਾਲੀ ਆ ਕੰਮ। ਇਸ ਕਰਕੇ ਬੰਦਿਆਂ ਨੇ ਦੌੜਦੇ ਭੱਜਦੇ ਰਹਿਣਾ, ਕੋਈ ਗੱਲ ਨਹੀਂ, ਕੱਲ ਨੂੰ ਪਤਾ ਲੱਗ ਜੂਗਾ। ਬਾਕੀ ਸੁਰੱਖਿਆ ਦਾ ਮਾਮਲਾ ਬੜਾ ਇੰਪੋਰਟੈਂਟ ਸੀ ਨਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਪੰਜਾਬ ਸਰਕਾਰ ਨੇ ਉਹਨਾਂ ਦੀ ਅੱਧੀ ਸਿਕਿਉਰਿਟੀ ਵਾਪਸ ਲੈ ਲਈ ਸੀ, ਉਹਨਾਂ ਨੇ ਬਾਕੀ 2 ਬੰਦੇ ਮੋੜ ਤੇ ਕਿ ਭਾਈ ਆ ਵੀ ਲੈ ਜਾਓ। ਫਿਰ ਇਹ ਕਹਿੰਦੇ ਜੀ ਨਹੀਂ ਤੁਸੀਂ ਵਾਪਸ ਲੈ ਲਓ ਸਾਰੀ, ਉਹ ਕਹਿੰਦੇ ਜੀ ਨਹੀਂ, ਟਾਸਕ ਫੋਰਸ ਵਾਲੇ ਬੰਦੇ ਸਾਡੇ ਕੋਲੇ ਆ ਗਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਅਸੀਂ ਆਪਣੀ ਰੱਖਿਆ ਆਪ ਕਰ ਸਕਦੇ ਹਾਂ। ਅਚਾਨਕ ਭਾਰਤੀ ਜਨਤਾ ਪਾਰਟੀ ਦੇ 2 ਲੀਡਰ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਹੁੰਦੇ ਆ। ਇੱਕ ਮਨਜਿੰਦਰ ਸਿੰਘ ਸਿਰਸਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਦੂਸਰੇ ਆਰਪੀ ਸਿੰਘ, ਦੋਨੋਂ ਦਿੱਲੀ 'ਚ ਸਰਗਰਮ ਨੇ। ਤੇ ਦੋਨਾਂ ਨੇ ਕਿਹਾ ਜੀ ਦੇਖੋ, ਪੰਜਾਬ ਸਰਕਾਰ ਨੇ ਭਾਵੇਂ ਸੁਰੱਖਿਆ ਵਾਪਸ ਲੈ ਲਈ ਸੀ, ਪਰ ਕੇਂਦਰ ਸਰਕਾਰ ਨੇ ਸ਼ਖਸੀਅਤ ਰੁਤਬੇ ਦਾ ਆਦਰ ਕਰਦਿਆਂ, ਖਤਰੇ ਨੂੰ ਮਹਿਸੂਸ ਕਰਦਿਆਂ Z ਕੈਟਾਗਰੀ ਦੀ ਸਿਕਿਉਰਿਟੀ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਨੂੰ ਦੇਣ ਦਾ ਜਿਹੜਾ ਉਹ ਫੈਸਲਾ ਕਰ ਲਿਆ। ਤੇ ਅਸੀਂ ਕੇਂਦਰ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਐਡੇ ਵੱਡੇ ਰੁਤਬੇ ਦੇ ਉੱਤੇ ਬੈਠੇ ਨੇ ਸਿੰਘ ਸਾਹਿਬ, ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੈ। ਇਹ ਪਰ ਦੂਜੇ ਪਾਸੇ ਇਹ ਵੀ ਹੈ ਨਾ, ਨਾਲ ਇਹਦੀ ਦੂਜੀ ਚਰਚਾ ਵੀ ਚੱਲ ਪਈ ਸੀ। ਇੱਕ ਤਾਂ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਵੀ ਨਾਲ ਟਵੀਟ ਕਰਤਾ ਸੀ, ਉਹ ਕਹਿੰਦੇ ਵੀ ਬਿਲਕੁਲ ਇਹਨਾਂ ਨੂੰ ਸਿਕਿਉਰਿਟੀ ਨਹੀਂ ਲੈਣੀ ਚਾਹੀਦੀ, ਕਿਉਂਕਿ ਉਹ ਕਹਿੰਦੇ ਵੀ ਜਿੱਡੀ ਵੱਡੀ ਉਹਨਾਂ ਦੀ ਪਦਵੀ ਆ, ਜਿੱਡਾ ਵੱਡਾ ਰੁਤਬਾ, ਕੋਈ ਜ਼ਰੂਰਤ ਨਹੀਂ ਹੈ ਵੀ ਇੱਧਰੋਂ ਉੱਧਰੋਂ ਕੋਈ ਉਹਨਾਂ ਨੂੰ ਸਿਕਿਉਰਿਟੀਆਂ ਦਿੰਦਾ ਫਿਰੇ, ਵੀ ਉਹ ਕਾਬਲ ਨੇ ਕਿ ਸਿੱਖ ਪੰਥ ਉਹਨਾਂ ਦੀ ਸੁਰੱਖਿਆ ਕਰ ਸਕਦਾ। ਫਿਰ ਕੁਝ ਇੱਕ SGPC ਮੈਂਬਰ ਸਾਹਿਬਾਨਾਂ ਨੇ ਵੀ ਇਹ ਕਿਹਾ ਸੀਗਾ ਵੀ ਜਥੇਦਾਰ ਸਾਹਿਬ ਬਿਲਕੁਲ ਸਿਕਿਉਰਿਟੀ ਨਹੀਂ ਲੈਣੀ ਚਾਹੀਦੀ। ਹੁਣ ਮੈਨੂੰ ਲੱਗਦਾ ਵੀ ਸ਼ਾਇਦ ਉਹ ਵਾਲਾ ਧੜਾ ਜਾਂ ਉਹ ਵਾਲੀਆਂ ਸਲਾਹਾਂ ਥੋੜ੍ਹੀਆਂ ਜ਼ਿਆਦਾ ਮੰਨ ਲਈਆਂ ਜਥੇਦਾਰ ਸਾਹਿਬ ਨੇ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਨਹੀਂ ਲੈਣੀ। ਲੇਟੈਸਟ ਰਿਪੋਰਟ ਤਾਂ ਇਹੀ ਸੀ ਕਿ ਵੀ ਜਥੇਦਾਰ ਸਾਹਿਬ ਨੇ ਖੁਦ ਹੀ ਇਨਕਾਰ ਕਰ ਦਿੱਤਾ ਵੀ ਮੈਂ ਕਿਉਂਕਿ ਧਰਮ ਪ੍ਰਚਾਰ ਦੇ ਕੰਮ ਦਾ ਕਰਕੇ ਪੂਰੇ ਦੇਸ਼ 'ਚ ਜਾਂ ਇਵਨ ਵਿਦੇਸ਼ਾਂ 'ਚ ਵੀ ਜਾਣਾ ਹੁੰਦਾ, ਤੇ ਜੇ ਤੁਸੀਂ ਮੇਰੇ ਨਾਲ ਇਹ ਕਹੋ, ਕਿਉਂਕਿ Z ਕੈਟਾਗਰੀ ਦੀ ਸਿਕਿਉਰਿਟੀ ਦੀਆਂ ਕਈ ਬੰਦਿਸ਼ਾਂ ਹੁੰਦੀਆਂ, ਤੇ ਜੇ ਤੁਸੀਂ ਇਹ ਕਹੋ ਵੀ ਉਹਨਾਂ ਬੰਦਿਸ਼ਾਂ 'ਚ ਰਹਿ ਕੇ, ਉਹਨਾਂ ਸਿਕਿਉਰਿਟੀ ਦੇ ਵਿੱਚ ਰਹਿ ਕੇ ਤੇ ਮੈਂ ਅੱਗੇ ਜਾ ਕੇ ਪ੍ਰਚਾਰ ਕਰ ਸਕਾਂ, ਉਹ ਮੇਰੇ ਲਈ ਪੋਸੀਬਲ ਨਹੀਂ ਹੈਗਾ। ਇਸ ਕਰਕੇ ਤੁਸੀਂ ਮੇਰੇ ਬਾਰੇ ਸੋਚਿਆ, ਤੁਹਾਡਾ ਧੰਨਵਾਦ, ਪਰ ਇਹ ਸਿਕਿਉਰਿਟੀ ਮੈਂ ਨਹੀਂ ਲੈ ਸਕਦਾ। ਪਰ ਇੱਕ ਗੱਲ ਤਾਂ ਸੰਧਾਲੀਆ ਸਾਹਿਬ ਹੈਗੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਹੈ ਉਹਦੇ ਵਿੱਚ ਹੁਣ ਬੰਦੇ ਐਸੇ ਆ ਜਿਹੜੇ ਤੁਰੰਤ ਦੱਸਦੇ ਆ ਕਿ ਭਾਈ ਆਹ ਕੰਮ ਖਾਲੀ ਹੋ ਗਿਆ, ਇੱਥੇ ਕੰਮ ਕਰ ਰਹੀਏ, ਆਹ ਮੁੱਦਾ ਐਸਾ ਹੈਗਾ, ਇੱਥੇ ਤੁਰੰਤ ਆਪਾਂ ਨੂੰ ਬਿਆਨ ਦੇਣਾ ਚਾਹੀਦਾ, ਇੱਥੇ ਐਕਸ਼ਨ ਲੈਣਾ ਚਾਹੀਦਾ, ਇੱਥੇ ਫੈਸਲਾ ਲੈਣਾ ਚਾਹੀਦਾ। ਲਗਾਤਾਰ ਸਰਗਰਮੀਆਂ, ਇੱਕ ਤੋਂ ਬਾਅਦ ਇੱਕ, ਜਾਣੀ ਖਾਲੀ ਥਾਂ ਨਹੀਂ ਕੋਈ ਛੱਡੀ। ਫੁਰਤੀ ਪੂਰੀ ਹੈ, ਫੁਰਤੀ ਪੂਰੀ ਆ ਜੀ, ਫੁਰਤੀ ਪੂਰੀ ਹੈ। ਮੇਰੇ ਖਿਆਲ ਨਾਲ ਇਹ ਫੁਰਤੀ ਚਾਹੀਦੀ ਵੀ ਆ। ਆਪਾਂ ਬੜੀ ਦੇਰ ਪਹਿਲਾਂ ਤੋਂ ਕਹਿੰਦੇ ਆਉਂਦੇ ਆ ਵੀ ਦੇਖੋ ਪੰਜਾਬ ਜਿਹੜਾ ਉਹਨੂੰ ਤੇ ਸੰਭਾਲਣ ਵਾਲੇ ਬੰਦੇ ਦੀ ਲੋੜ ਹੈ। ਜੇ ਪੰਜਾਬ ਨੂੰ ਸੰਭਾਲਣ ਦੀ ਗੱਲ ਸੀ, ਉਹ ਪਹਿਲੀਆਂ ਪੋਲੀਟੀਕਲ ਪਾਰਟੀਆਂ ਕਹਿੰਦੇ ਵੀ ਕੋਈ ਨਹੀਂ ਸੰਭਾਲ ਲਾਂਗੇ, ਠੀਕ ਹੈ ਯਾਰ, ਉਹ ਇੱਕ ਆ ਗਿਆ, ਦੂਜਾ ਆ ਗਿਆ ਪਹਿਲਾ। ਐਤਕੀ ਪੰਜਾਬ ਵਾਲਿਆਂ ਨੇ ਆਖਿਆ ਵੀ ਨਹੀਂ ਯਾਰ ਕੋਈ ਚਾਹੀਦਾ ਜੀ। ਉਹ ਜਗ੍ਹਾ BJP ਵਾਲੇ ਨੇ ਨਹੀਂ ਸਾਂਭੀ, ਉਦੋਂ ਮੌਕੇ ਦੇ ਉੱਪਰ ਇੱਕ ਹੋਰ ਪਾਰਟੀ ਹੈਗੀ, ਉਹਨਾਂ ਦਾ ਦਾ ਲੱਗ ਗਿਆ। ਹੁਣ ਜੇ 24 ਤੱਕ ਆਉਂਦਿਆਂ BJP ਵਾਲਿਆਂ ਨੂੰ ਸਮਝ ਲੱਗ ਵੀ ਨਹੀਂ ਯਾਰ ਸਰਗਰਮੀ ਦੀ ਆਪਾਂ ਨੂੰ ਲੋੜ ਹੈਗੀ, ਹੁਣ ਉਹ ਬੰਦੇ ਵੀ ਭਾਵੇਂ ਭਰਤੀ ਕਰ ਰਹੇ ਨੇ ਜਾਂ ਹਰੇਕ ਜਿਹੜਾ ਵੀ ਕੋਈ ਮੁੱਦਾ ਹੈ, ਵਿਸ਼ਾ ਹੈ, ਉਹਦੇ 'ਤੇ ਉਸੇ ਵੇਲੇ ਸਰਗਰਮੀ ਵਿਖਾਉਂਦੇ ਆ ਵੀ ਯਾਰ ਇੱਥੇ ਲੋਕਾਂ ਦੀ, ਭਾਵੇਂ ਆਪਾਂ ਪਿਛਲੇ ਦਿਨ ਹੀ ਵੇਖ ਲਿਆ, ਭਾਵੇਂ ਉਹ ਇੱਕੋ ਹੀ ਫਸਲ ਜੇ ਚੁੱਕੀ ਗਈ ਕਣਕ ਦੀ ਵਾਲੀ, ਤੇ ਜਿਸ ਹਿਸਾਬ ਨਾਲ ਉਹ CCL ਲਿਮਟ ਪਾਸ ਹੋਈ, ਜਿਸ ਹਿਸਾਬ ਨਾਲ ਉਹਨਾਂ ਨੇ ਛੋਟਾਂ ਦਿੱਤੀਆਂ ਵੀ ਕੋਈ ਗੱਲ ਨਹੀਂ, ਜਿੰਨੀ ਮਰਜ਼ੀ ਨਵੀਂ ਹੈਗੀ, ਦਾਣਾ ਪਤਲਾ ਮੋਟਾ ਆਉਣ ਦਿਓ। ਮੂੰਗੀ ਵਾਲਾ ਕੰਮ ਚੱਕਦਾ, ਮੂੰਗੀ ਵਾਲਾ ਕੰਮ ਨਾਲ ਚੱਕਦਾ ਵੀ ਆਹ ਲਓ ਚੱਕੋ ਜੀ MSP ਆਪਾਂ ਚੱਕਾਂਗੇ। ਸੋ ਉਹਦੇ ਤੋਂ ਮੈਨੂੰ ਲੱਗਦਾ ਕਿ ਵੀ ਉਹਨਾਂ ਦਾ ਧਿਆਨ ਪੂਰਾ ਵੀ ਯਾਰ ਇਹ ਲੋਕ ਕੰਮ ਕਰਨ ਵਾਲੇ ਬੰਦੇ ਨੂੰ ਚਾਹੁੰਦੇ ਤੇ ਆਪਾਂ ਕਰਕੇ ਵਿਖਾਉਣੇ। ਅੱਜ ਵੀ ਕੀ ਨਹੀਂ, ਇੱਦਾਂ ਹੀ ਆ ਜੀ। ਤੇ ਜੇ ਕਰਦੇ ਰਹਿਣਗੇ ਕੋਈ ਨਾ ਕੋਈ ਖੱਟ ਵੀ ਰਹਿਣਗੇ, ਦੇਰ ਸਵੇਰ ਇਮਾਨਦਾਰੀ ਨਾਲ ਕਰਦੇ ਰਹਿਣ, ਖੱਟ ਲੈਣਗੇ ਕੁਛ ਨਾ ਕੁਛ, ਕੋਈ ਗੱਲ ਨਹੀਂ। ਬਾਕੀ ਸੰਧਾਲੀਆ ਸਾਹਿਬ
ਆ ਦੋ ਘਟਨਾਵਾਂ ਜਿਹੜੀਆਂ ਘਟ ਗਈਆਂ ਸੀ ਉਹਨੇ ਬਹੁਤ ਸਾਰੀਆਂ ਗੱਲਾਂ ਥੱਲੇ ਕਰ ਦਿੱਤੀਆਂ ਸੀ ਪਿਛਾਂ ਸਾਡੇ ਚੇਤਿਆਂ ਚੋਂ। ਪੰਚਾਇਤੀ ਜ਼ਮੀਨਾਂ, ਸਰਕਾਰੀ ਜ਼ਮੀਨਾਂ, ਸ਼ਾਮਲਾਰ ਜ਼ਮੀਨਾਂ ਦੱਬੀਆਂ ਸੀ, ਉਹਨੂੰ ਛਡਾਉਣ ਦੀ ਇੱਕ ਮੁਹਿੰਮ ਚੱਲਦੀ ਸੀ। ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਡਾਟਾ ਇੱਕ ਵਾਰੀ ਫੇਰ ਦੇਤਾ। ਉਹ ਕਹਿੰਦੇ ਜੀ 35 ਦਿਨ ਹੋਏ ਨੇ ਸਾਨੂੰ ਅਜੇ ਕੰਮ ਕਰ ਸ਼ੁਰੂ ਕੀਤੇ ਨੂੰ, ਤੇ 4200 ਏਕੜ 4200 ਏਕੜ ਤੋਂ ਵੀ ਵੱਧ ਸਰਕਾਰੀ ਜ਼ਮੀਨ ਜਿਹਦੇ ਉੱਤੇ ਨਿੱਜੀ ਕਬਜ਼ੇ ਸਨ। ਜ਼ਮੀਨ ਸਰਕਾਰੀ ਸੀ, ਰੁਪਈਆ ਤੇ ਲਾਇਕ ਨਹੀਂ ਸੀ ਆਉਂਦਾ, ਹੋਰ ਲੋਕ ਕਬਜ਼ੇ 'ਚ ਦੱਬੀ ਫਿਰਦੇ ਸੀ। ਉਹ 4200 ਏਕੜ ਕਹਿੰਦੇ ਅਸੀਂ ਛਡਾ ਲਈ ਹੈ। ਉਹਦੇ ਵਿੱਚੋਂ ਵੀ ਉਹਨਾਂ ਨੇ 2 ਜਗ੍ਹਾ ਦੇ ਉੱਤੇ ਉਹਨੂੰ ਵੰਡ ਦਿੱਤਾ। ਉਹ ਕਹਿੰਦੇ ਜੀ ਦੇਖੋ ਅਸੀਂ ਬੇਨਤੀ ਕੀਤੀ ਸੀ ਨਾ ਪਿਛਲੇ ਦਿਨੀ ਕਿ ਆਪੇ ਛੱਡ ਦਿਓ ਯਾਰ। 1600 ਏਕੜ ਜ਼ਮੀਨ ਕਹਿੰਦੇ ਜੀ ਪੰਜਾਬ ਦੇ ਲੋਕਾਂ ਨੇ ਆਪੇ ਖਾਲੀ ਕਰਤੀ, ਤੇ ਸਾਨੂੰ ਖੁਦ ਜਾਣਕਾਰੀ ਦਿੱਤੀ, ਇਨਫੋਰਮ ਕੀਤਾ ਕਿ ਆਹ ਸਰਕਾਰੀ ਜ਼ਮੀਨ ਸੀ, ਅਸੀਂ ਵਾਹੁੰਦੇ ਸੀ ਜਾਂ ਅਸੀਂ ਇਹ ਜ਼ਮੀਨ ਵਰਤਦੇ ਸੀ, ਤੁਸੀਂ ਸਮਾਂ ਸੀਮਾ ਦਿੱਤੀ ਸੀ, ਆਹ 1600 ਏਕੜ ਜ਼ਮੀਨ ਖਾਲੀ ਹੈ। ਮੈਂ ਕਹਿੰਦਾ ਕਿ ਉਹਨਾਂ ਲੋਕਾਂ ਦਾ ਧੰਨਵਾਦ, ਜੇ ਮੌਕਾ ਦਿੱਤਾ ਸੀ ਤਾਂ ਬਿਨਾਂ ਕਾਗਜ਼ੀ ਕਾਰਵਾਈ ਤੋਂ, ਬਿਨਾਂ ਪੁਲਿਸ ਪ੍ਰਸ਼ਾਸਨ ਦੀ ਦਖਲ ਤੋਂ, ਬਿਨਾਂ ਅਦਾਲਤ ਦਾ ਸਮਾਂ ਲਿਆ ਤੋਂ ਕੰਮ ਨਿਬੜ ਗਿਆ। ਤੇ 2600 ਏਕੜ ਦੇ ਕਰੀਬ ਜ਼ਮੀਨ ਜਿਹੜੀ ਹੈ ਉਹ ਕਹਿੰਦੇ ਜੀ ਸਾਨੂੰ ਅਦਾਲਤਾਂ 'ਚ ਜਾ ਕੇ ਵਾਰੰਟਾਂ ਦੇ ਰਾਹੀਂ ਦਖਲ ਲੈ ਕੇ ਫਿਰ ਛਡਾਉਣੀ ਪਈ ਹੈ, ਤੇ ਕੰਮ ਲਗਾਤਾਰ ਚੱਲਦਾ ਰਹੂਗਾ। 4200 ਏਕੜ ਵੈਸੇ ਕਾਫੀ ਹੁੰਦੀ ਹੈ ਜੀ, ਬਹੁਤ ਹੁੰਦੀ ਆ। ਹੁਣ ਤੇ ਉਹਨਾਂ ਨੇ ਵੀ ਕਹਿਤਾ ਵੀ ਜਿੰਨੀਆਂ ਗਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਛਡਾ ਲੀਆਂ ਉਹ ਵੀ, ਜਾਂ ਜਿਹੜੀਆਂ ਅਜੇ ਪੰਚਾਇਤਾਂ ਦੇ ਕੋਲ ਆ ਵੀ ਉਹ ਹੁਣ ਗਾਂ ਕਿਉਂਕਿ ਠੇਕੇ ਤੇ ਚੜ੍ਹਨੀਆਂ, ਤੇ ਬੋਲੀ ਕਰਾ ਕੇ ਬਕਾਇਦਾ ਵੀ ਹਰੇਕ ਬੰਦਾ ਆਖੇ ਵੀ ਮੈਂ ਇਸ ਰੇਟ ਤੇ ਚੱਕਦਾ ਜੀ ਜ਼ਮੀਨ, ਤਾਂ ਜੋ ਇਹ ਨਹੀਂ ਹੋਵੇ ਵੀ ਉਹ ਗੁਪਤ ਉੱਥੇ ਹੀ ਬਸ ਘੁੱਗੀ ਵੱਜ ਗਈ ਤੇ ਕੋਈ ਗੱਲ ਨਹੀਂ, ਠੀਕ ਹੀ ਆ ਵੀ ਤੂੰ ਮੇਰਾ ਤੇ ਮੈਂ ਤੇਰਾ, ਇਦਾਂ ਨਾ ਹੋ ਜਾਵੇ ਕੰਮ। ਵੀ ਉਹਦੀ ਬਕਾਇਦਾ ਬੋਲੀ ਹੋਵੇ, ਸਾਰਿਆਂ ਨੂੰ ਮੌਕਾ ਮਿਲੇ, ਤੇ ਜੋ ਇੱਕ ਬੋਲੀ 'ਚ ਰੇਟ ਹੁੰਦਾ ਜੀ ਉਸ ਰੇਟ ਦੇ ਉੱਪਰ ਜਿਹੜੀਆਂ ਜ਼ਮੀਨਾਂ ਚੜ੍ਹਨੀਆਂ ਚਾਹੀਦੀਆਂ। ਤੇ ਇਹ ਸਾਰੇ ਕੁਛ 'ਚ ਜਿਹੜਾ ਵੀ ਪ੍ਰਸ਼ਾਸਨ ਹੈ ਉਹ ਪੂਰੀ ਪਾਰਦਰਸ਼ਤਾ ਨਾਲ ਕੰਮ ਕਰੇ। ਜੇ ਉਹ ਕਹਿੰਦੇ ਵੀ ਸਾਨੂੰ ਪਤਾ ਲੱਗ ਗਿਆ ਕਿਤੇ ਵੀ ਹਾਂ ਯਾਰ ਉਹ ਤੁਸੀਂ ਇਹੋ ਜਿਹਾ ਕੰਮ ਅਜੇ ਵੀ ਕੀਤਾ ਵੀ ਗੋਲ ਹੀ ਕਰ ਲਓ, ਕੋਈ ਨਹੀਂ ਘਰੇ ਵਾਹ ਲੈਂਦੇ ਆ, ਤੇ ਫਿਰ ਉਹੋ ਜਿਹੇ ਬੰਦਿਆਂ 'ਤੇ ਕਾਰਵਾਈ ਵੀ ਹੋਊਗੀ। ਤੇ ਜੇ ਫਿਰ ਵੀ ਮੰਨ ਲਓ ਵੀ ਬੋਲੀ ਤੇ ਕੋਈ ਬੰਦਾ ਵੀ ਗਾਹਕ ਨਹੀਂ ਆਉਂਦਾ ਵੀ ਨਹੀਂ ਯਾਰ ਮੈਂ ਨਹੀਂ ਵਾਹੁਣੀ, ਕੋਈ ਵਾਹ ਲਵੇ, ਤੇ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਮਹਿਕਮਾ ਆਪ ਖੇਤੀ ਕਰੂਗਾ ਉਹਦੇ ਤੇ। ਮਤਲਬ ਸਰਕਾਰ ਕਹਿੰਦੀ ਹੈ ਵੀ, ਸਰਕਾਰ ਕਹਿੰਦੀ ਵੀ ਜੇ ਸਾਡੀ ਜ਼ਮੀਨ ਅਸੀਂ ਵਾਹ ਲਵਾਂਗੇ ਕੀ ਫਰਕ ਪੈਂਦਾ। ਨਹੀਂ, ਮੈਨੂੰ ਲੱਗਦਾ ਕਿ ਚੰਗਾ ਉਦਮ ਆ, ਅਗਲੇ ਪਾਸੇ ਨੂੰ ਤੁਰਨਾ ਚਾਹੀਦਾ। ਹਾਂ, ਜਿਹੜਾ ਪਿਛਲੇ ਸਮੇਂ 'ਚ ਸੀਗਾ ਕਿ ਕਈ ਲੋਕਾਂ ਦੇ ਕੋਲ ਬਹੁਤ ਥੋੜੀ ਜ਼ਮੀਨ ਹੈ, ਉਹਨਾਂ ਨੇ ਆਬਾਦ ਕੀਤੀ ਹੈ, ਉਧਰ ਨੂੰ ਚੰਗੇ ਤਰੀਕੇ ਸੋਚ ਵਿਚਾਰ ਲਿਆ ਜਾਵੇ, ਕਿਉਂਕਿ ਉਜਾੜਨਾ ਥੋੜੀ ਹੈ। ਪੰਜਾਬ ਵਸਾਉਣ ਦੇ ਲਈ ਮੁਹਿੰਮ ਸ਼ੁਰੂ ਹੋਈ ਹੈ, ਉਜਾੜਨ ਦੇ ਲਈ ਤਾਂ ਹੋਈ ਨਹੀਂ। ਬਹੁਤ ਚੰਗੇ ਤਰੀਕੇ ਸੁਹਿਰਦਤਾ ਦੇ ਨਾਲ ਬਿਨਾਂ ਕਿਸੇ ਸਿਆਸੀ ਰੰਜਿਸ਼ ਦੇ ਅੱਗੇ ਵਧਿਆ ਜਾਵੇ, ਪੰਜਾਬ ਦੇ ਲੋਕ ਸਵਾਗਤ ਕਰਨਗੇ। ਮੇਰਾ ਖਿਆਲ ਉਹ ਗ੍ਰਾਮ ਸਭਾਵਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਉਹ ਵੀ ਹੁਣ ਕਰਾਉਣੀਆਂ ਜੀ। ਇਸ ਮਹੀਨੇ ਦੀ 11, 12, 13 ਨੂੰ ਕਹਿੰਦੇ ਵੀ ਪੰਜਾਬ ਦੀਆਂ 3 ਡਿਵੀਜ਼ਨਾਂ 'ਚ ਆਪਾਂ ਉਹ ਸੈਮੀਨਾਰ ਕਰਾ ਲੈਣੇ ਆ, ਸਿਆਣੇ ਬੰਦੇ ਸੱਦ ਲੈਣਗੇ। ਉਹ ਕਹਿੰਦੇ ਵੀ ਉੱਥੇ ਇੱਕ ਤਾਂ ਉਹ ਸਾਰਾ ਕੁਝ ਦੱਸਣਗੇ ਵੀ ਪੰਚਾਇਤੀ ਰਾਜ ਕੀ ਆ, ਗ੍ਰਾਮ ਸਭਾ ਕੀ ਆ, ਕਿਹੜੇ ਅਧਿਕਾਰ ਨੇ, ਲੋਕਾਂ ਦਾ ਕੀ ਫਾਇਦਾ, ਪਿੰਡਾਂ ਦਾ ਕੀ ਫਾਇਦਾ, ਤਾਂ ਜੋ ਜਿਹੜਾ ਗ੍ਰਾਮ ਸਭਾ ਵਾਲਾ ਕਨਸੈਪਟ ਹੀ ਖਤਮ ਹੋ ਗਿਆ ਸੀ ਉਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ, ਤੇ ਹੌਲੀ ਹੌਲੀ ਲੋਕ ਜਿਹੜੇ ਨੇ ਉਹ ਆਪਣੇ ਪਿੰਡ ਲਈ ਆਪ ਫੈਸਲਾ ਲੈ ਸਕਣ ਵੀ ਮਹਾਰਾਜ ਸਾਨੂੰ ਆਹ ਚਾਹੀਦਾ ਤੇ ਆਹ ਨਹੀਂ ਚਾਹੀਦਾ। ਦੇਖੋ, ਸਾਰੇ ਸਰਪੰਚਾਂ ਪੰਚਾਂ ਦਾ ਸਤਿਕਾਰਯੋਗ ਨੇ, ਪਰ ਕੱਲਾ ਮੂਹਰ ਲਿਫਾਫੇ 'ਚ ਪਾ ਕੇ ਜੇਬ 'ਚ ਪਾਈ ਰੱਖਣ ਦੇ ਨਾਲ ਆਪਾਂ ਅਸਲੀ ਡਿਊਟੀ ਨਹੀਂ ਨਿਭਾ ਸਕਦੇ। ਅੱਗੇ ਆਪਸ਼ਨ ਨਹੀਂ ਸੀ, ਬਦਲ ਨਹੀਂ ਸੀ, ਹੁਣ ਜੇ ਬਦਲ ਆਪਸ਼ਨ ਹੈਗੀ ਆ, ਉਹ 3 ਦਿਨ ਭਾਈ ਸਿੱਖ ਲਿਓ, ਵੀਡੀਓ ਦੇਖ ਲਿਓ, ਜਾ ਕੇ ਦੇਖ ਸਕਦੇ ਹੋ। ਗ੍ਰਾਮ ਸਭਾ ਦਾ ਜ਼ਮੀਨੀ ਪੱਧਰ ਦੇ ਉੱਤੇ ਪ੍ਰੈਕਟੀਕਲੀ ਇਜਲਾਸ ਐਤਕੀ ਪੰਜਾਬ ਦੇ ਪਿੰਡ 'ਚ ਕਰਾਇਓ ਜ਼ਰੂਰ। ਤੇ ਭਾਈ ਪਿੰਡਾਂ ਵਾਲਿਓ ਤੁਸੀਂ ਵੀ ਚੇਤੇ ਰੱਖਿਓ, ਜੇ ਪੰਚਾਇਤ ਨਹੀਂ ਚੇਤੇ ਰੱਖਦੀ, ਤੁਹਾਡੇ ਲਈ ਸਭ ਤੋਂ ਵੱਧ ਇੰਪੋਰਟੈਂਟ ਹੈ ਪੰਚਾਇਤ ਦੇ ਲਈ, ਜਿਹੜੇ ਚੁਣੇ ਨੁਮਾਇੰਦਿਆਂ ਦੇ ਲਈ ਹੋਵੇ ਨਾ ਹੋਵੇ, ਤੁਹਾਡੇ ਕੋਲ ਐਸਾ ਕੁਝ ਆ ਜਾਊਗਾ ਕਿ ਤੁਹਾਨੂੰ ਫਿਰ 5 ਸਾਲ ਉਡੀਕਣਾ ਨਹੀਂ ਪਊ। ਚਲਿਏ ਜੀ, ਫਿਰ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।